ਕਮਿਊਨਿਟੀ ਕਨੈਕਸ਼ਨ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਨਰਲੇਪ ਗਿੱਲ ਵੱਲੋਂ ਸਤਿ ਸ੍ਰੀ ਅਕਾਲ ਤੇ ਤੁਹਾਡਾ ਪ੍ਰੋਗਰਾਮ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ। ਜਿਸ ਤਰ੍ਹਾਂ ਤੁਹਾਨੂੰ ਪਤਾ ਕਿ ਇਹ ਪ੍ਰੋਗਰਾਮ ਪੰਜਾਬੀ ਕਮਿਊਨਿਟੀ ਹੈਲਥ ਸਰਵਿਸਿਜ਼ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾਂਦਾ ਔਰ ਇਹਦੇ ਵਿੱਚ ਅਸੀਂ ਵੱਖ-ਵੱਖ ਵਿਸ਼ਿਆਂ ਉੱਪਰ ਗੱਲਬਾਤ ਕਰਦੇ ਹਾਂ। ਕਈ ਵਾਰੀ ਅਸੀਂ ਜੋ ਸਾਨੂੰ ਕੈਨੇਡਾ ਦੇ ਵਿੱਚ ਦਰਪੇਸ਼ ਮੁਸ਼ਕਲਾਂ ਆਉਂਦੀਆਂ ਉਹਨਾਂ ਬਾਰੇ ਗੱਲਬਾਤ ਕਰਦੇ ਹਾਂ, ਮਨੁੱਖੀ ਵਿਵਹਾਰਾਂ ਬਾਰੇ ਗੱਲਬਾਤ ਕਰਦੇ ਹਾਂ, ਜੀਵਨ ਜਾਂਚ ਦੀ ਗੱਲਬਾਤ ਕਰਦੇ ਹਾਂ ਔਰ ਸਾਡੇ ਨਾਲ ਵਿਸ਼ਾ ਮਾਹਰ ਸਾਡੇ ਜੋ ਹੁੰਦੇ ਨੇ ਉਹ ਕਮਿਊਨਿਟੀ ਦੇ ਵਿੱਚ ਜਾਣੇ ਪਛਾਣੇ ਔਰ ਉਹਨਾਂ ਦਾ ਜਿਹੜਾ ਆਪਦਾ ਪਰਸਨਲ ਐਕਸਪੀਰੀਅੰਸ ਹੈ ਜ਼ਿੰਦਗੀ ਦੇ ਵਿੱਚ ਉਹ ਅਸੀਂ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਔਰ ਕੋਸ਼ਿਸ਼ ਕਰਦੇ ਹਾਂ ਕਿ ਉਹਨਾਂ ਪ੍ਰੋਬਲਮਸ ਦੀ ਅਸੀਂ ਜੋ ਜੜ ਹੈ ਉਹਦੇ ਤੱਕ ਜਾਣ ਦੀ ਕੋਸ਼ਿਸ਼ ਕਰੀਏ ਅਤੇ ਜੇ ਉਹਨਾਂ ਦੇ ਜੇਕਰ ਅਸੀਂ ਕੋਈ ਸੋਲਿਊਸ਼ਨ ਜਾਂ ਹੱਲ ਲੱਭ ਸਕਦੇ ਹਾਂ ਤਾਂ ਉਹ ਵੀ ਤੁਹਾਡੇ ਨਾਲ ਸਾਂਝੇ ਕੀਤੇ ਜਾਣ। ਸੋ ਅੱਜ ਦੀ ਪ੍ਰੋਗਰਾਮ ਦੇ ਵਿੱਚ ਮੈਂ ਸਭ ਤੋਂ ਪਹਿਲਾਂ ਸਵਾਗਤ ਕਰਦਾ ਬਲਵਿੰਦਰ ਬਰਨਾਲਾ ਜੀ ਦਾ। ਸੋ ਫਿਰ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ। ਬਲਵਿੰਦਰ ਜੀ, ਪ੍ਰੋਗਰਾਮ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ। ਨਰਲੇਪ ਜੀ, ਤੁਹਾਡਾ ਵੀ ਬਹੁਤ ਸਵਾਗਤ ਹੈ। ਕਮਿਊਨਿਟੀ ਹੈਲਥ ਸਰਵਿਸ ਦਾ ਵੀ ਸਵਾਗਤ ਹੈ। ਸੋ ਬਲਵਿੰਦਰ ਜੀ, ਅੱਜ ਆਪਾਂ ਗੱਲਬਾਤ ਕਰਾਂਗੇ ਪਰਸਨੈਲਿਟੀ ਡਿਵੈਲਪਮੈਂਟ ਉੱਪਰ। ਜੋ ਮਨੁੱਖੀ ਆਪਾਂ ਕਹਿ ਸਕਦੇ ਹਾਂ ਕਿ ਸ਼ਖਸੀਅਤ ਕਿਸ ਤਰ੍ਹਾਂ ਬਣਦੀ ਹੈ ਇੱਕ ਔਰ ਕਿਸ ਤਰ੍ਹਾਂ ਉਹਦੀ ਜਿਹੜੀ ਆਪਾਂ ਕਹਿ ਸਕਦੇ ਹਾਂ ਗਰੋਥ ਹੁੰਦੀ ਹੈ ਔਰ ਕਿੰਨੇ ਪ੍ਰਕਾਰ ਦੀਆਂ ਜਿਹੜੀਆਂ ਪਰਸਨੈਲਿਟੀਜ਼ ਪਾਈਆਂ ਜਾਂਦੀਆਂ। ਸੋ ਇਹਦੇ ਬਾਰੇ ਆਪਾਂ ਗੱਲਬਾਤ ਅੱਜ ਕਰਾਂਗੇ। ਸੋ ਜੋ ਆਪਾਂ ਬਚਪਨ ਤੋਂ ਸਟਾਰਟ ਕਰੀਏ ਅਤੇ ਜਿਹੜੀ ਬੱਚਿਆਂ ਦੀ ਪਰਸਨੈਲਿਟੀ ਆ ਉਹ ਕਿਸ ਤਰ੍ਹਾਂ ਦੀ ਬਣਦੀ ਆ, ਕਿਵੇਂ ਡਿਵੈਲਪ ਹੁੰਦੀ ਆ, ਕਿਹੜੀ ਚੀਜ਼ਾਂ ਉਹਦੇ 'ਚ ਜਿਹੜੀਆਂ ਰੋਲ ਪਲੇ ਕਰਦੀਆਂ। ਤੁਹਾਡਾ ਸਟਾਰਟ ਦੇ ਵਿੱਚ ਹੀ ਸਵਾਲ ਬਹੁਤ ਵਧੀਆ ਹੈਗਾ ਜੀ, ਕਿਉਂਕਿ ਪਰਸਨੈਲਿਟੀ ਕੋਈ ਇੱਕ ਦਿਨ 'ਚ ਨਹੀਂ ਬਣਦੀ ਹੈਗੀ। ਹਮੇਸ਼ਾ ਇੱਕ ਪੂਰੀ ਗਰੋਥ ਅਤੇ ਇੱਕ ਡਿਵੈਲਪਮੈਂਟ 'ਚੋਂ ਗੁਜ਼ਰਦੀ ਹੈ ਜੀ। ਇੱਕ ਲੰਬੇ ਪੀਰੀਅਡ 'ਚੋਂ ਗੁਜ਼ਰ ਕੇ ਸਾਡੀ ਸ਼ਖਸੀਅਤ ਨਿਖਰਦੀ ਆ ਕੇ ਜੀ। ਅਤੇ ਸ਼ੁਰੂਆਤ ਬਚਪਨ ਤੋਂ ਹੋ ਜਾਂਦੀ ਹੈ। ਹੁਣ ਬਚਪਨ ਦੇ ਵਿੱਚ ਬੱਚੇ ਦੀ ਪਰਸਨੈਲਿਟੀ ਨੂੰ ਗਰੋ ਕਰਨ ਦੋ ਪੱਖ ਦੇਖਣ ਵਾਲੇ ਹੈਗੇ ਆ ਜੀ। ਇੱਕ ਤਾਂ ਉਹਦੇ ਪੇਰੈਂਟਸ ਜਿਹੜੇ ਹੈਗੇ ਆ ਉਹ ਕਿਵੇਂ ਉਹਦੀ ਪਰਸਨੈਲਿਟੀ ਵੱਲ ਧਿਆਨ ਦਿੰਦੇ ਆ ਗਰੋ ਕਰਨ ਦੇ ਵਿੱਚ। ਜੀ। ਦੂਸਰਾ ਟੀਚਰ। ਹੁਣ ਟੀਚਰ ਵੀ ਆਪਾਂ ਨੂੰ ਪਤਾ ਵੀ ਕਲਾਸਾਂ ਬਦਲਦੀਆਂ ਰਹਿੰਦੀਆਂ ਨੇਗੀਆਂ ਜੀ ਅਤੇ ਬੱਚੇ ਨੂੰ ਵੱਖ-ਵੱਖ ਕਿਸਮ ਦੇ ਟੀਚਰ ਮਿਲਦੇ ਆ ਅਤੇ ਕਈ ਟੀਚਰ ਉਹ ਬੱਚਿਆਂ ਦੀ ਪਰਸਨੈਲਿਟੀ ਦੀ ਗਰੋਥ ਦੇ ਵਿੱਚ ਬਹੁਤ ਵੱਡਾ ਰੋਲ ਅਦਾ ਕਰ ਰਹੇ ਹੁੰਦੇ ਨੇਗੇ ਜੀ। ਜਿਵੇਂ ਆਪਾਂ ਸਪਸ਼ਟ ਕਹਿ ਸਕਦੇ ਹਾਂ ਵੀ ਬੱਚਾ ਬਹੁਤ ਕੁਛ ਜਿਹੜਾ ਹੈਗਾ ਜਦੋਂ ਆਪਣੀ ਪਰਸਨੈਲਿਟੀ ਦੀ ਗਰੋਥ ਹੋ ਰਹੀ ਹੁੰਦੀ ਹੈ ਉਹ ਦੂਜਿਆਂ ਨੂੰ ਦੇਖ ਕੇ ਨਕਲ ਕਰਦਾ ਹੈਗਾ ਜੀ। ਬਿਲਕੁਲ ਇਮੀਟੇਟ ਕਰਦਾ ਹੈਗਾ ਵੀ ਜੇ ਉਹਦੀ ਮੰਮੀ ਦਾ ਕਿਸ ਤਰ੍ਹਾਂ ਦਾ ਵਰਤਾਓ ਹੈਗਾ, ਉਹਦੇ ਪਾਪਾ ਦਾ ਕਿਸ ਤਰ੍ਹਾਂ ਦਾ ਵਰਤਾਓ ਹੈਗਾ, ਉਹ ਰੋਜ਼ਾਨਾ ਉਹਨਾਂ ਨੂੰ ਬਾਅਦ 'ਚ ਕਰਦਾ ਹੈਗਾ ਜੀ ਅਤੇ ਉਹਦੇ ਵਿੱਚ ਹੀ ਉਹ ਮਤਲਬ ਗੁਣ ਔਗਣ ਦੋਨੇ ਹੀ ਗੇਨ ਕਰਦਾ ਹੈ। ਇਵੇਂ ਜਦੋਂ ਸਕੂਲ ਜਾਂਦਾ ਹੈ ਟੀਚਰ ਦਾ ਬਿਹੇਵ ਉਹਦੇ ਪ੍ਰਤੀ ਕਿਸ ਤਰ੍ਹਾਂ ਦਾ ਹੈਗਾ ਜੀ, ਕਲਾਸ ਪ੍ਰਤੀ ਕਿਸ ਤਰ੍ਹਾਂ ਦਾ ਹੈਗਾ ਅਤੇ ਟੀਚਰ ਦੀ ਪਰਸਨ ਦਿੱਖ ਕਿਸ ਕਿਸਮ ਦੀ ਹੈਗੀ ਹੈ ਅਤੇ ਟੀਚਰ ਜਿਹੜਾ ਹੈਗਾ ਉਹ ਸਾਰੇ ਬੱਚਿਆਂ ਨਾਲ ਕਿਵੇਂ ਡੀਲ ਕਰਦਾ ਹੈਗਾ, ਉਹ ਸਾਰੇ ਪੱਖ ਜਿਹੜੇ ਆ ਉਹ ਜਦੋਂ ਉਹਨਾਂ ਦੀ ਮਤਲਬ ਉਹਦੀ ਇਮੀਟੇਸ਼ਨ ਕਰਦਾ ਹੈਗਾ ਤਾਂ ਉਹਦੇ ਵਿੱਚੋਂ ਉਹਦੀ ਪਰਸਨੈਲਿਟੀ ਦੀ ਗਰੋਥ ਹੁੰਦੀ ਹੈ ਸਾਰੀ ਜੀ। ਸੋ ਕਿਹੜੀ ਏਜ ਦੇ ਵਿੱਚ ਜੇ ਆਪਾਂ ਇਹ ਦੇਖੀਏ ਕਿ ਬੱਚੇ ਦੀ ਪਰਸਨੈਲਿਟੀ ਡਿਵੈਲਪ ਹੋਣੀ ਸਟਾਰਟ ਹੋ ਜਾਂਦੀ, ਜਿਹੜੀਆਂ ਤੁਸੀਂ ਹੁਣ ਸਾਰੀਆਂ ਗੱਲਾਂ ਸਾਂਝੀਆਂ ਕੀਤੀਆਂ ਕਿ ਮਾਪੇ ਜਾਂ ਟੀਚਰ ਦਾ ਪ੍ਰਭਾਵ ਪੈਂਦਾ। ਸੋ ਇੱਕ ਉਮਰ 'ਚ ਜਾ ਕੇ ਬੱਚਾ ਜਿਹੜਾ ਹੈਗਾ ਉਹ ਸਕੂਲ ਜਾਣ ਲੱਗਦਾ ਤਾਂ ਉਦੋਂ ਟੀਚਰ ਉਹਨਾਂ ਨੂੰ ਮਿਲਦਾ ਹੈਗਾ, ਪਰ ਉਸ ਤੋਂ ਪਹਿਲਾਂ ਜਿਹੜੇ ਪੇਰੈਂਟਸ ਆ ਉਹ ਉਹਦੇ ਸਾਰਾ ਕੁਛ ਹੁੰਦੇ ਆ, ਉਹੀ ਉਹਦੇ ਟੀਚਰ ਹੁੰਦੇ ਆ, ਉਹੀ ਉਹਦੀ ਟੇਕ ਕੇਅਰ ਕਰਨ ਵਾਲੇ ਹੁੰਦੇ ਆ ਕਿਉਂਕਿ ਬਹੁਤਾ ਜ਼ਿਆਦਾ ਸਮਾਂ ਉਹ ਪੇਰੈਂਟਸ ਦੇ ਨਾਲ ਔਰ ਖ਼ਾਸ ਕਰਕੇ ਪੇਰੈਂਟਸ ਦੇ ਵਿੱਚੋਂ ਜੇ ਆਪਾਂ ਦੇਖੀਏ ਮਾਂ ਬਾਪ ਦੇ ਵਿੱਚੋਂ ਤਾਂ ਮਾਂ ਦੇ ਨਾਲ ਜ਼ਿਆਦਾ ਸਮਾਂ ਉਹ ਬੱਚੇ ਦਾ ਗੁਜ਼ਰਦਾ। ਸੋ ਕਿਹੜੇ ਸਮੇਂ ਤੋਂ ਇਹ ਚੀਜ਼ਾਂ ਸਟਾਰਟ ਹੋ ਜਾਂਦੀਆਂ ਕਿ ਕਿਸ ਏਜ ਤੋਂ ਇਹ ਚੀਜ਼ਾਂ ਸਟਾਰਟ ਹੋ ਜਾਂਦੀਆਂ ਤਾਂ ਕਿ ਜਿਹੜੇ ਮਾਪੇ ਉਹ ਇਸ ਚੀਜ਼ ਦਾ ਖਿਆਲ ਰੱਖਣ ਕਿ ਅਸੀਂ ਬੱਚੇ ਦੀ ਪਰਸਨੈਲਿਟੀ ਕਿਸ ਤਰ੍ਹਾਂ ਬਣਾਉਣੀ ਆ ਜਾਂ ਕਿਸ ਤਰ੍ਹਾਂ ਦਾ ਇਹ ਹੋਣਾ ਚਾਹੀਦਾ, ਉਹ ਕਦੋਂ ਤੋਂ ਇਹ ਚੀਜ਼ਾਂ ਸਾਰੀਆਂ ਕੈਚ ਕਰਨ ਲੱਗ ਜਾਂਦਾ? ਦੇਖੋ, ਜਦੋਂ ਬੱਚਾ ਜਨਮ ਲੈਣ ਤੋਂ ਬਾਅਦ ਜੀ ਆਲੇ ਦੁਆਲੇ ਦੇ ਵਾਤਾਵਰਨ ਨਾਲ ਜੁੜਨ ਲੱਗ ਜਾਂਦਾ ਹੈ ਜੀ, ਮਤਲਬ ਆਲੇ ਦੁਆਲੇ ਦੇ ਵਾਤਾਵਰਨ ਵੱਲ ਕੇਅਰ ਦੇਣ ਲੱਗ ਜਾਂਦਾ ਹੈਗਾ ਅਤੇ ਉਦੋਂ ਤੋਂ ਉਹਦੀ ਪਰਸਨੈਲਿਟੀ ਗਰੋ ਹੋਣੀ ਸ਼ੁਰੂ ਹੋ ਜਾਂਦੀ ਹੈ ਜੀ। ਤੁਸੀਂ ਆਮ ਦੇਖਿਆ ਹੋਊਗੀ ਵੀ ਜਦੋਂ ਬੱਚਾ ਬਰਥ ਤੋਂ ਬਾਅਦ ਮਤਲਬ ਆਲੇ ਦੁਆਲੇ ਝਾਕ ਰਿਹਾ ਹੁੰਦਾ ਹੈਗਾ ਜੀ, ਉਹ ਕਿਹੜੀਆਂ ਚੀਜ਼ਾਂ ਵੱਲ ਜ਼ਿਆਦਾ ਝਾਕੂਗਾ ਜੀ। ਤੁਸੀਂ ਦੇਖਿਓ ਵੀ ਜਿਹੜੀਆਂ ਜ਼ਿਆਦਾ ਕਲਰਫੁੱਲ ਹੋਣਗੀਆਂ ਬਿਲਕੁਲ ਉਹਨਾਂ ਦਾ ਧਿਆਨ ਉਹਦੇ 'ਤੇ ਜ਼ਿਆਦਾ ਜਾਣਾ ਹੈਗਾ, ਰੰਗ ਜ਼ਿਆਦਾ ਰੰਗ ਜਾਂਦੇ ਆ ਉਹਦੇ 'ਤੇ ਧਿਆਨ ਜਾਣਾ ਹੈਗਾ। ਮਤਲਬ ਭਾਵ ਕਹਿਣ ਦਾ ਕਿ ਉਦੋਂ ਤੋਂ ਹੀ ਉਹਨੇ ਕੈਚ ਕਰਨਾ ਸ਼ੁਰੂ ਕਰ ਲੈਣਾ ਜੀ। ਹੁਣ ਦੂਜੀ ਗੱਲ, ਜੇ ਚਾਹੇ ਉਹ ਬੋਲ ਨਹੀਂ ਸਕਦਾ ਹੈਗਾ
ਅਜੇ ਉਹ ਆਪਣੀ ਉਸ ਸਥਿਤੀ 'ਚ ਨਹੀਂ ਕਿ ਉਹਨੇ ਲੈਂਗੁਏਜ ਅਜੇ ਸਿੱਖ ਲਈ ਹੋਵੇ। ਜੀ। ਪਰ ਨੈਚੁਰਲੀ ਸੰਕੇਤਕ ਲੈਂਗੁਏਜ ਤਾਂ ਮਤਲਬ ਨਾਲ ਹੁੰਦੇ ਹੀ ਸਾਡੇ ਅੰਦਰ 'ਚ ਆਉਣ ਲੱਗ ਜਾਂਦੀ ਹੈ। ਸੰਕੇਤ ਦੀ ਲੈਂਗੁਏਜ ਜਿਹੜੀ ਹੈਗੀ ਆ ਉਹ ਤਾਂ ਬੱਚਾ ਮਤਲਬ ਫੇਸ ਰੀਡਿੰਗ ਲੈਣ ਲੱਗ ਜਾਂਦਾ ਹੈਗਾ ਜੀ। ਜਾਂ ਸਾਡੇ ਹੱਥਾਂ ਦੇ ਉਹ ਚੀਜ਼ ਨੂੰ ਦੇਖਣ ਲੱਗ ਜਾਂਦਾ ਵੀ ਮਾਂ ਕਿਸ ਤਰ੍ਹਾਂ ਵਰਤਾਓ ਕਰ ਰਹੀ ਹੈਗੀ। ਤੇ ਉਦੋਂ ਤੋਂ ਹੀ ਇਹ ਸਾਰਾ ਕੁਝ ਸ਼ੁਰੂ ਹੋ ਜਾਂਦਾ ਹੈ, ਮਤਲਬ ਬੱਚੇ ਦੀ ਪਰਸਨੈਲਿਟੀ ਦੀ ਗਰੋਥ ਤਾਂ। ਜੀ। ਮਤਲਬ ਇਹਨੂੰ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਆਪਾਂ ਉਹਨੂੰ 5ਵੇਂ ਸਾਲ 'ਚੋਂ ਜਾਂ 10ਵੇਂ ਸਾਲ 'ਚੋਂ ਸ਼ੁਰੂ ਹੋਵੇ। ਅਸਲ 'ਚ ਗਰੋਥ ਤਾਂ ਐਟ ਦੀ ਵੈਰੀ ਸਟਾਰਟ ਵੈਨ ਦੀ ਬੱਚਾ ਮਤਲਬ ਇਨਵਾਇਰਨਮੈਂਟ ਨਾਲ ਜੁੜ ਗਿਆ, ਉੱਥੋਂ ਸ਼ੁਰੂ ਹੋ ਜਾਣਾ ਹੈਗਾ। ਜੀ। ਸੋ ਆਪਾਂ ਕਹਿ ਸਕਦੇ ਹਾਂ ਕਿ ਇਹਦੀ ਕੋਈ ਸਰਟਨ ਏਜ ਨਹੀਂ ਵੀ ਇਸ ਏਜ ਤੋਂ ਵੀ ਪਰਸਨੈਲਿਟੀ ਬਣਨੀ ਸਟਾਰਟ ਹੋ ਜਾਂਦੀ ਹੈ। ਡਿਪੈਂਡ ਕਰਦਾ ਘਰ ਦੇ ਮਾਹੌਲ ਤੇ ਬੱਚੇ ਦੀ ਏਜ ਦੇ ਉੱਪਰ ਵੀ ਉਹ ਕਿਸ ਤਰ੍ਹਾਂ ਪ੍ਰਭਾਵ ਪਾਉਂਦੀ ਹੈਗੀ। ਸੋ ਇਹਦੇ 'ਚ ਇੱਕ ਚੀਜ਼ ਜੇ ਆਪਾਂ ਹੋਰ ਦੇਖੀਏ, ਕਈ ਵਾਰੀ ਆਪਾਂ ਜਿਹੜੇ ਛੋਟੇ ਬੱਚੇ ਆ, ਕਿਉਂਕਿ 12 ਸਾਲ ਤੱਕ ਆਪਾਂ ਕਈ ਵਾਰੀ ਉਹਨੂੰ ਜਦੋਂ ਟੀਨ ਏਜ ਤੱਕ ਨਹੀਂ ਪਹੁੰਚਦੇ ਉਹਨੂੰ ਬੱਚੇ ਨੂੰ ਆਪਾਂ ਪ੍ਰੋਟੈਕਟ ਕਰਕੇ ਰੱਖਦੇ ਹਾਂ। ਹੋਰ ਬਹੁਤ ਸਾਰੀਆਂ ਜਿਹੜੀਆਂ ਸਾਡੀਆਂ ਆਪਾਂ ਕਹਿ ਸਕਦੇ ਹਾਂ ਕਿ ਗਲਤੀਆਂ ਐਜ਼ ਅ ਪੇਰੈਂਟਿੰਗ ਦੇ ਵਿੱਚ ਹੁੰਦੀਆਂ, ਉਹ ਆਪਾਂ ਪਿਛਲੇ ਐਪੀਸੋਡ ਦੇ ਵਿੱਚ ਗੱਲ ਵੀ ਕੀਤੀ ਹੈਗੀ ਹੈ। ਹਾਂਜੀ ਹਾਂਜੀ। ਸੋ ਜਦੋਂ ਹਸਬੈਂਡ ਵਾਈਫ, ਕਿਉਂਕਿ ਜ਼ਿਆਦਾਤਰ ਸਮਾਂ ਬੱਚੇ ਨੇ ਪੇਰੈਂਟਸ ਕੋਲੇ ਰਹਿਣਾ ਹੁੰਦਾ, ਸੋ ਹਸਬੈਂਡ ਵਾਈਫ ਦਾ ਜੇ ਕੌਨਫਲਿਕਟ ਹੋਵੇ ਸੋ ਉਹਦਾ ਬੱਚੇ ਦੀ ਪਰਸਨੈਲਿਟੀ 'ਤੇ ਫਰਕ ਪੈਂਦਾ। ਆਪਾਂ ਸਿੱਧੇ ਸ਼ਬਦਾਂ ਦੇ ਵਿੱਚ ਇਹ ਕਿ ਘਰ ਦੇ ਵਿੱਚ ਹਸਬੈਂਡ ਵਾਈਫ ਦਾ ਲੜਾਈ ਝਗੜਾ ਰਹਿੰਦਾ, ਇੱਕ ਦੂਜੇ ਨੂੰ ਉੱਚੀ ਬੋਲਦੇ ਆ, ਜਾਂ ਜਿੱਥੇ ਵਿਚਾਰਾਂ ਦੀ ਸਾਂਝ ਨਹੀਂ ਹੁੰਦੀ ਉੱਥੇ ਅਕਸਰ ਆਪਾਂ ਦੇਖਿਆ ਕਿ ਲੜਾਈ ਝਗੜਾ ਹੁੰਦਾ ਰਹਿੰਦਾ। ਔਰ ਕਈ ਵਾਰੀ ਤਾਂ ਆਪਾਂ ਦੇਖਿਆ ਕਿ ਮਾਰ ਕੁੱਟ ਤੱਕ ਵੀ ਜਿਹੜੇ ਹੈਗੇ ਆ ਉਹ ਪੇਰੈਂਟਸ ਕਰਦੇ ਆ ਬੱਚਿਆਂ ਦੇ ਸਾਹਮਣੇ। ਸੋ ਉਹਦਾ ਪਰਸਨੈਲਿਟੀ ਤੇ ਬੱਚੇ ਦੀ ਤੇ ਫਰਕ ਪੈਂਦਾ। ਦੇਖੋ, ਇੱਕ ਵਧੀਆ ਮੈਂ ਤੁਹਾਡੇ ਨਾਲ ਇਹ ਉਦਾਹਰਨ ਦੇ ਸਕਦਾ ਜੀ। ਵੀ ਇੱਕ ਪਰਿਵਾਰ ਦੇ ਵਿੱਚ ਜਦੋਂ ਪਹਿਲਾ ਬੱਚਾ ਜਨਮ ਲੈਂਦਾ ਹੈਗਾ ਤਾਂ ਉਹਦੇ ਪ੍ਰਤੀ ਨੈਚੁਰਲੀ ਮਾਪਿਓ ਦਾ ਜਿਹੜਾ ਵਰਤਾਓ ਕਾਫੀ ਇਕੱਲਾ ਹੋਣ ਕਰਕੇ ਜ਼ਿਆਦਾ ਉਧਰ ਨੂੰ ਧਿਆਨ ਖਿੱਚਦਾ ਤੇ ਉਹਦੇ ਵੱਲ ਧਿਆਨ ਰਹਿੰਦਾ ਵੀ ਹੈ। ਜੀ। ਪਰ ਜਦੋਂ ਮਤਲਬ ਉਹ 3 ਸਾਲ ਬਾਅਦ ਦੂਸਰਾ ਬੱਚਾ ਪੈਦਾ ਹੁੰਦਾ ਹੈਗਾ ਤਾਂ ਉਹ ਬੱਚਾ ਪੈਦਾ ਹੋਣ ਤੋਂ ਬਾਅਦ ਜਿਹੜਾ 3 ਸਾਲ ਦੇ ਬੱਚੇ ਦਾ ਵਰਤਾਓ ਹੈਗਾ ਉਹਦੇ ਚੇਂਜ ਆਉਣੀ ਸ਼ੁਰੂ ਹੋ ਜਾਂਦੀ ਹੈ। ਜੀ। ਕਾਰਨ ਕੀ ਹੈ ਵੀ ਜਿਹੜਾ ਡਿਪੈਂਡੈਂਟ ਬੱਚਾ ਹੈਗਾ ਉਹਦੇ ਵੱਲ ਧਿਆਨ ਜ਼ਿਆਦਾ ਹੋ ਜਾਂਦਾ ਹੈਗਾ ਤੇ ਉਹਦੇ ਵੱਲੋਂ ਧਿਆਨ ਹਟ ਜਾਂਦਾ ਹੈਗਾ। ਇਹ ਨਹੀਂ ਕੰਪਲੀਟਲੀ ਹਟਦਾ ਹੈਗਾ, ਨੈਚੁਰਲੀ ਹਟਣਾ ਮਤਲਬ ਲਾਜ਼ਮੀ ਹੈ, ਕਿਉਂਕਿ ਜੇ ਦੂਜੇ ਬੱਚੇ ਦਾ ਕੇਅਰ ਜ਼ਿਆਦਾ ਕਰਨਾ ਪਊ ਆਪਾਂ ਨੂੰ। ਜੀ। ਤੇ ਉਹ ਜਦੋਂ ਮਾਂ ਜ਼ਿਆਦਾ ਧਿਆਨ ਉਸ ਪਾਸੇ ਨੂੰ ਦੇਣ ਲੱਗ ਜਾਂਦੀ ਹੈ ਤਾਂ ਉਹਦੇ ਅੰਦਰ ਇਰੀਟੇਸ਼ਨ ਪੈਦਾ ਹੋਣ ਲੱਗ ਜਾਂਦੀ ਹੈ। ਤੇ ਕਈ ਵਾਰ ਤਾਂ ਮਤਲਬ ਇਹੋ ਜਿਹੇ ਰਿਐਕਸ਼ਨ ਦੇਖਿਆ ਜਾ ਕੇ ਵੀ ਉਹ ਮਤਲਬ ਹੁਣ ਜਿਵੇਂ ਮੈਂ ਇਸ ਤਰ੍ਹਾਂ ਦੀ ਇੱਕ ਘਟਨਾ ਦੀ ਉਦਾਹਰਨ ਦੇ ਸਕਦਾ ਹੈਗਾ। ਜੀ। ਇਹ ਬਠਿੰਡੇ ਦੇ ਮਹਿਣਾ ਚੌਕ ਮਤਲਬ ਏਰੀਆ ਹੈਗਾ, ਉਸ ਏਰੀਆ ਦੀ ਪੁਰਾਣੀ ਘਟਨਾ ਹੈਗੀ ਹੈ, ਕਾਫੀ ਪੁਰਾਣੀ ਹੈਗੀ ਹੈ ਜਿਹੜੀ ਸਾਡੇ ਨਾਲ ਜੁੜੀ ਹੈਗੀ ਹੈ। ਜੀ। ਹੁਣ ਉਹਦੇ 'ਚ ਕੀ ਸੀਗਾ, ਮਤਲਬ ਘਰ ਦੇ ਵਿੱਚ ਕੁੜੀ ਪੈਦਾ ਹੋ ਗਈ ਤੇ ਕੁੜੀ ਪੈਦਾ 7-8 ਸਾਲ ਦੀ ਕੁੜੀ ਹੋ ਗਈ, ਉਦੋਂ ਬਾਅਦ ਬੱਚਾ ਨਾ ਹੋਇਆ ਉਹਨਾਂ ਦੇ ਤੇ 7 ਸਾਲਾਂ ਬਾਅਦ ਉਹਨਾਂ ਦੇ ਬੇਟਾ ਪੈਦਾ ਹੋ ਗਿਆ। ਜੀ। ਇੱਕ ਤਾਂ ਸਾਡੇ ਸਮਾਜ ਦੇ ਵਿੱਚ ਇਹ ਪਿਆ ਹੀ ਹੁੰਦਾ ਹੈਗਾ ਵੀ ਪ੍ਰੈਫਰੈਂਸ ਹੀ ਜ਼ਿਆਦਾ ਮੁੰਡੇ ਨੂੰ ਕਰਦੇ ਆ। ਜੀ। ਬਿਲਕੁਲ। ਤੇ ਉਹ ਸਰਪੰਚ ਸੀਗਾ ਆਪ, ਤੇ ਉਹਨਾਂ ਨੇ ਜ਼ਿਆਦਾ ਧਿਆਨ ਜਿਹੜਾ ਉਹ ਮੁੰਡੇ ਵੱਲ ਚਲਿਆ ਗਿਆ। ਤੇ ਜਦੋਂ ਜਾਣ ਲੱਗ ਗਿਆ ਤਾਂ ਕੁੜੀ ਨੂੰ ਮਤਲਬ ਇਸ ਗੱਲ ਦੀ, ਦੇਖੋ 7ਵੀਂ ਕਲਾਸ ਦੇ 7ਵੇਂ ਸਾਲ ਦੀ ਕੁੜੀ ਆ ਉਹ, 8ਵੇਂ ਸਾਲ ਦੀ ਕੁੜੀ ਆ ਸਾਰੀ। ਹੁਣ ਜਿਉਂ-ਜਿਉਂ ਉਹਦਾ ਧਿਆਨ ਉਧਰ ਜਾਈ ਗਿਆ ਤਾਂ ਉਹਨੂੰ ਆਪਣਾ ਇੱਕ ਤਾਂ ਉਸ ਬੱਚੇ ਨਾਲ ਨਫ਼ਰਤ ਵੱਧਦੀ ਜਾ ਰਹੀ ਹੈ, ਦੂਜੇ ਜਿਵੇਂ ਪੇਰੈਂਟਸ ਨੂੰ ਪੁਨਿਸ਼ ਕਰਨ ਵਾਲੀ ਗੱਲ ਵੀ ਦਿਮਾਗ 'ਚ ਆਉਣੀ ਸ਼ੁਰੂ ਹੋ ਜਾਂਦੀ ਹੈ। ਦੇਖੋ ਮਤਲਬ ਛੋਟਾ ਜਿਹਾ ਬੱਚਾ ਜੇ 7 ਸਾਲ ਦਾ ਇੱਕ ਬੱਚਾ ਹੀ ਹੈ ਤਾਂ ਉਹ ਮਤਲਬ ਕੁਛ ਇਸ ਤਰ੍ਹਾਂ ਦੀ ਐਕਟੀਵਿਟੀ ਕਰਨ ਲੱਗ ਗਈ ਜਿਵੇਂ ਕਿਸੇ ਚੀਜ਼ ਨੂੰ ਅੱਗ ਲਾ ਦੇਣੀ, ਉਹਨੀਆਂ ਘਟਨਾਵਾਂ ਕਰ ਦੇਣੀਆਂ ਜਾਣ ਕੇ। ਮਤਲਬ ਪਤਾ ਲੱਗਣਾ ਨਹੀਂ ਵੀ ਕੌਣ ਕਰਦਾ ਹੈ। ਜਦੋਂ ਪਤਾ ਲੱਗ ਗਿਆ ਤਾਂ ਉਹ ਸਾਡੇ ਕੋਲ ਵੀ ਇਹ ਕੇਸ ਆਇਆ ਤਾਂ ਜਦੋਂ ਸਾਰੀ ਗੱਲ ਅਸੀਂ ਟੇਸ ਆਊਟ ਕਰਕੇ ਦੱਸਿਆ ਵੀ ਅਸਲ ਵਿੱਚ ਤੁਹਾਨੂੰ ਜਿਹੜਾ ਧਿਆਨ ਹੈ ਇਹਦੇ ਵੱਲ ਵੀ ਉਵੇਂ ਦੇਣ ਦੀ ਕੋਸ਼ਿਸ਼ ਕਰੋ। ਜੀ। ਵੀ ਜਦੋਂ ਕੋਈ ਚੀਜ਼ ਲੈਣੀ ਹੈਗੀ ਆ ਤਾਂ ਜਿੱਥੇ ਉਹ ਬੱਚੇ ਲਈ ਲੈਂਦੇ ਹੋ ਤਾਂ ਨਾਲ ਇਹਨੂੰ ਨਾਲ ਲੈ ਆਇਆ ਕਰੋ ਤੇ ਇਹਨੂੰ ਮਤਲਬ ਕੋਸ਼ਿਸ਼ ਕਰੋ ਕਿ ਬਰਾਬਰ ਟੈਕਲ ਕੀਤਾ ਜਾਵੇ ਉਵੇਂ। ਜੀ। ਜੀ। ਹੁਣ ਮੇਰਾ ਕਹਿਣ ਦਾ ਮਤਲਬ ਇੱਥੇ ਹੈ ਵੀ ਮਤਲਬ ਇਹ ਜਿਹੀਆਂ ਪ੍ਰੋਬਲਮਾਂ ਬੱਚਿਆਂ 'ਚ ਕਈ ਵਾਰੀ ਮਾਂ ਪਿਓ ਦੇ ਬਿਹੇਵ 'ਚੋਂ ਨਿਕਲਦੀਆਂ ਨੇਗੀਆਂ। ਹਾਲਾਂਕਿ ਕੋਈ ਨੋਇੰਗਲੀ ਨਹੀਂ ਕਰ ਰਹੇ ਹੁੰਦੇ, ਕਈ ਵਾਰ ਸੁਭਾਵਿਕ ਹੁੰਦਾ ਹੈ ਕਿ ਜਿਹੜਾ ਮਤਲਬ ਡਿਪੈਂਡੈਂਟ ਆ ਉਹਦੇ ਵੱਲ ਧਿਆਨ ਜ਼ਿਆਦਾ ਜਾਊਗਾ ਤੇ ਜਿਉਂ-ਜਿਉਂ ਬੱਚਾ ਵੱਡਾ ਹੋਈ ਜਾਂਦਾ ਉਹਦੇ ਲਈ ਉਮਾ ਨਹੀਂ ਜਿੰਨਾ ਛੋਟੇ ਵੱਲ ਨੂੰ ਅਸੀਂ ਉਹਦੇ ਨਾਲ ਜ਼ਿਆਦਾ ਖੇਡਣਾ ਪਸੰਦ ਕਰਾਂਗੇ ਵੱਡੇ ਨਾਲੋਂ। ਤੇ ਉਹ ਕਰਕੇ ਇਹ ਡਿਫਰੈਂਸਿਸ ਬੱਚਿਆਂ ਦੀ ਪਰਸਨੈਲਿਟੀ 'ਚ ਉਦੋਂ ਜਦੋਂ ਇਸ ਤਰ੍ਹਾਂ ਦੇ ਡਿਵੈਲਪ ਹੁੰਦੇ ਆ ਤਾਂ ਮਾਪਿਆਂ ਨੂੰ ਉਦੋਂ ਬਹੁਤ ਅਲਰਟ ਹੋ ਕੇ ਬੱਚਿਆਂ ਨੂੰ ਡੀਲ ਕਰਨਾ ਪੈਂਦਾ ਹੈਗਾ। ਸੋ ਆਪਾਂ ਕਹਿ ਸਕਦੇ ਕਿ ਉਹ ਅਟੈਂਸ਼ਨ ਸੀਕਰ ਪਰਸਨੈਲਿਟੀ ਬਣ ਜਾਂਦੀ ਹੈ, ਕਿਉਂਕਿ ਉਹ ਜਿਹੜੀਆਂ ਉਹ ਗਤੀਵਿਧੀਆਂ ਬੱਚਾ ਉਹ ਕਰਦਾ ਜਦੋਂ ਚਾਈਲਡਹੁੱਡ ਦੀ ਆਪਾਂ ਗੱਲ ਕਰਦੇ, ਜਿਸ ਤਰ੍ਹਾਂ ਤੁਸੀਂ ਹੁਣੇ ਐਗਜ਼ਾਮਪਲ ਦਿੱਤੀ ਹੈ। ਸੋ ਉਹ ਅਟੈਂਸ਼ਨ ਪਾਉਣ ਦੇ ਲਈ ਉਹ ਜਿਹੜੀਆਂ ਚੀਜ਼ਾਂ ਕਰਦੇ ਬਿਲਕੁਲ, ਉਹ ਅਟੈਂਸ਼ਨ ਮਤਲਬ ਪਾਉਣ ਦੇ ਲਈ ਭਾਵ ਦੂਜਿਆਂ ਨੂੰ ਆਪਣੇ ਵੱਲ ਅਟਰੈਕਟ ਕਰਨ ਦੇ ਲਈ ਉਹ ਐਕਟੀਵਿਟੀ ਕਰਦਾ ਹੈਗਾ।
ਫਿਰ ਉਹਨਾਂ ਨੂੰ ਚੰਗਾ ਲੱਗਦਾ ਕਿ ਹੁਣ ਸਾਡੀ ਵੀ ਸੁਣੀ ਜਾ ਰਹੀ ਹੈ, ਸਾਡੀ ਗੱਲ ਹੋ ਰਹੀ ਹੈ। ਨਲਿਪ ਜੀ ਇੱਕ ਸਿੱਧੀ ਜੀ ਗੱਲ ਹੈ ਵੀ ਜਦੋਂ ਬੱਚਾ ਰੋਂਦਾ ਹੈਗਾ ਜੀ ਤਾਂ ਬੱਚਾ ਰੋਂਦਾ ਕਿਉਂ ਹੈਗਾ? ਆਪਾਂ ਕਹਿੰਦੇ ਵੀ ਉਹਦੀ ਕੋਈ ਡਿਮਾਂਡ ਹੈਗੀ ਜੀ, ਬਿਲਕੁਲ। ਦੋ ਚਾਰ ਜਾਂ ਤਾਂ ਕਾਰਨ ਉਹਨੂੰ ਭੁੱਖ ਹੁੰਦੇ ਆ, ਲੱਗੀ ਹੈ, ਭੁੱਖ ਲੱਗੀ ਹੈ ਜਾਂ ਉਹਨੂੰ ਕੋਈ ਚੀਜ਼ ਚਾਹੀਦੀ ਹੈ ਜਾਂ ਕੋਈ ਚੀਜ਼ ਚਾਹੀਦੀ ਹੈ। ਤੇ ਜੇ ਤੁਸੀਂ ਉਸ ਬੱਚੇ ਨੂੰ ਕੋਈ ਚੀਜ਼ ਜਿਹੜੀ ਹੈਗੀ ਹਰ ਵਾਰੀ ਰਵਾ ਕੇ ਦੇਈ ਜਾਓਗੇ ਵੀ ਉਹ ਰੋਣ ਲੱਗ ਗਿਆ ਤੇ ਤੁਸੀਂ ਚੀਜ਼ ਦੇਤੀ ਹੈ, ਤੇ ਦੂਜੇ ਨੇ ਦੇਖਿਆ ਅੱਜ ਦੇਣੀ ਨਹੀਂ, ਇਹ ਰੋਜ਼ ਹੀ ਰੋਂਦਾ ਹੈ, ਤੁਸੀਂ 2-3 ਘੰਟੇ ਰੋਈ ਗਿਆ, ਫਿਰ ਤਰਸ ਆ ਗਿਆ, ਫਿਰ ਚੀਜ਼ ਦੇਤੀ, ਮੁੜ ਕੇ ਜਾ ਕੇ ਨੂੰ ਦੇਤੀ ਫਿਰ ਜੀ, ਤੇ ਤੁਸੀਂ ਉਹਦੇ ਪੀੜ ਨੂੰ ਲੰਬਾ ਕਰੋਗੇ ਰੋਣ ਦੇ ਵਿੱਚ। ਤੇ ਤੁਸੀਂ ਮਤਲਬ ਇਸ ਤਰੀਕੇ ਨਾਲ ਉਹਨੂੰ ਟੈਕਲ ਨਹੀਂ ਕਰ ਸਕਦੇ ਕਿ ਉਹਨੂੰ ਮਤਲਬ ਤੁਸੀਂ ਲੰਬਾ ਸਮਾਂ ਰੋਣ ਲਾ ਕੇ ਫਿਰ ਤੁਹਾਨੂੰ ਇਹ ਲੱਗ ਜੂਗਾ ਵੀ ਮਤਲਬ ਰੋਣ ਤੋਂ ਬਾਅਦ ਚੀਜ਼ ਪੂਰੀ ਹੋ ਜਾਣੀ ਹੈ ਮੇਰੀ, ਇਸ ਕਰਕੇ ਉਹ ਰੋਂਦਾ ਹੀ ਰਹੂਗਾ। ਤੇ ਇਹ ਪਰਸਨੈਲਿਟੀ ਦੀ ਗਰੋਥ ਦੇ ਵਿੱਚ ਇੱਕ ਪਾਰਟ ਹੈ ਕਿ ਜੇ ਇਸ ਤਰ੍ਹਾਂ ਦੀ ਆਦਤ ਬਚਪਨ 'ਚ ਪੈ ਗਈ ਤਾਂ ਨੈਚੁਰਲੀ ਉਹ ਵੱਡੇ ਹੁੰਦਿਆਂ ਤੱਕ ਵੀ ਜਾ ਸਕਦੀ ਹੈ। ਜੀ, ਜੋ ਕਈ ਵਾਰੀ ਉਹ ਜਿਹਾ ਆਪਾਂ ਕਹਿ ਦਿੰਦੇ ਕਿ ਆਦਤਾਂ ਜਿਹੜੀਆਂ ਹੈਬਿਟਸ ਆ ਉਹ ਪੱਕ ਜਾਂਦੀਆਂ, ਮੁੜ ਕੇ ਪਰਸਨੈਲਿਟੀ ਇਹ ਅੱਗੇ ਜਾ ਕੇ ਗੱਲ ਕਰਾਂਗੇ ਕਿ ਕਿਸ ਤਰ੍ਹਾਂ ਆਪਾਂ ਚੇਂਜ ਕਰ ਸਕਦੇ ਹਾਂ। ਸੋ ਜਦੋਂ ਤੁਸੀਂ ਇੱਕ ਹੁਣੀ ਜਿਹੜਾ ਇਹਦੇ 'ਚ ਬੜਾ ਵਧੀਆ ਇੱਕ ਸਵਾਲ ਨਿਕਲਿਆ ਕਿ ਜਦੋਂ ਮੁੰਡੇ ਕੁੜੀ ਦੀ ਪਰਵਰਿਸ਼ ਦੀ ਗੱਲ ਕਰਦੇ ਹਾਂ, ਆਪਾਂ ਹਰ ਇੱਕ ਪੇਰੈਂਟ ਨੂੰ, ਚਾਹੇ ਉਹ ਕੈਨੇਡਾ ਦੇ ਵਿੱਚ ਆ ਚਾਹੇ ਉਹ ਇੰਡੀਆ ਦੇ ਵਿੱਚ ਆ, ਪੁੱਛਦੇ ਹਾਂ ਕਿ ਤੁਸੀਂ ਫਰਕ ਤਾਂ ਨਹੀਂ ਸਮਝਦੇ ਕਿਤੇ ਬੱਚਿਆਂ ਦੇ ਵਿੱਚ? ਸੋ ਆਪਣੇ ਪੇਰੈਂਟਸ ਦਾ 100% ਜਵਾਬ ਹੁੰਦਾ ਕਿ ਬਿਲਕੁਲ ਨਹੀਂ, ਅਸੀਂ ਮੁੰਡੇ ਤੇ ਕੁੜੀ ਨੂੰ ਬਰਾਬਰ ਜਿਹੜੇ ਅਹਿਮੀਅਤ ਦਿੰਦੇ ਆ। ਪਰ ਜਦੋਂ ਯੂਨੀਵਰਸਿਟੀ ਲੈਵਲ ਤੇ ਜਾ ਕੇ ਕੁੜੀਆਂ ਨਾਲ ਗੱਲਬਾਤ ਕਰਦੇ ਆ, ਸੋ ਉਹਨਾਂ ਇੱਕ ਵਖਰੇਵਾਂ ਹੁੰਦਾ ਕਿ ਨਹੀਂ, ਜਿਹੜੇ ਸਾਡੇ ਬ੍ਰਦਰਸ ਆ ਉਹਨਾਂ ਨੂੰ ਵੱਖਰੇ ਤਰੀਕੇ ਨਾਲ ਟਰੀਟ ਕੀਤਾ ਜਾਂਦਾ, ਜੋ ਆਜ਼ਾਦੀਆਂ ਸਾਡੇ ਬ੍ਰਦਰਸ ਨੂੰ ਆ ਉਹ ਸਾਨੂੰ ਨਹੀਂ ਹੈਗੀਆਂ। ਸੋ ਇਹ ਵੀ ਜਦੋਂ ਆਪਾਂ ਬਚਪਨ ਦੀ, ਆਪਾਂ ਕਿਉਂਕਿ ਚਾਈਲਡਹੁੱਡ ਦੀ ਗੱਲ ਕਰਦੇ ਆ, ਸੋ ਬਚਪਨ ਦੇ ਵਿੱਚ ਕਈ ਵਾਰੀ ਇਹ ਮੈਸੇਜਸ ਸਾਡੀ ਪਰਵਰਿਸ਼ ਦੇ ਵਿੱਚ ਬੱਚਿਆਂ ਨੂੰ ਮਿਲ ਜਾਂਦਾ ਕਿ ਕੌਣ ਸੁਪੀਰੀਅਰ ਆ, ਕਿਹਦੀ ਅਹਿਮੀਅਤ ਵੱਧ ਆ, ਤੇ ਉਹ ਪਰਸਨੈਲਿਟੀ ਦੇ ਉੱਤੇ ਵੀ ਉਹ ਬੱਚੇ ਦੇ ਤੇ ਪ੍ਰਭਾਵ ਪਾਉਂਦਾ ਕਿ ਨਹੀਂ। ਦੇਖੋ ਮਤਲਬ ਮੈਂ ਇਹਨੂੰ ਬੜੇ ਸਪਸ਼ਟ ਰੂਪ 'ਚ ਗੱਲ ਕਰ ਸਕਦਾ ਵੀ ਚਾਹੇ ਕਿੰਨਾ ਮਰਜ਼ੀ ਮੇਰੀ ਏਜ ਦਾ ਕਿਉਂ ਨਾ ਹੋ ਜੇ, ਤੇ ਹਰ ਟਾਈਮ ਇੱਕ ਮਨੁੱਖ ਦੇ ਅੰਦਰ 3 ਪਰਸਨੈਲਿਟੀਜ਼ ਆਪਰੇਟ ਕਰ ਰਹੀਆਂ ਹੁੰਦੀਆਂ ਨੇਗੀਆਂ। ਜੀ ਜੀ, ਇੱਕ ਚਾਈਲਡਹੁੱਡ ਪਰਸਨੈਲਿਟੀ ਹੈ, ਇੱਕ ਉਹਦੀ ਜਿਹੜੀ ਅਡਲਟ ਪਰਸਨੈਲਿਟੀ ਹੈ ਵੀ ਉਹ ਬਾਲਗ ਹੈਗਾ ਜੀ, ਤੇ ਤੀਸਰੀ ਪੇਰੈਂਟਸ ਪਰਸਨੈਲਿਟੀ। ਪੇਰੈਂਟ ਤੋਂ ਮਤਲਬ ਇੱਥੇ ਮਾਪਿਆਂ ਤੋਂ ਨਹੀਂ ਹੈਗਾ ਜੀ। ਇੱਥੇ ਹੈ ਵੀ ਜਦੋਂ ਅਸੀਂ ਮਤਲਬ ਇੰਨਾ ਗਿਆਨ ਸਾਡੇ ਕੋਲ ਹੁੰਦਾ ਹੈ ਵੀ ਚਾਹੇ ਮੈਂ ਕਹਿੰਦਾ ਵੀ ਇੱਕ 12 ਸਾਲ ਦਾ ਬੱਚਾ ਜਦੋਂ ਉਹ ਮਤਲਬ ਆਪਣੇ 7 ਸਾਲ ਦੀ ਭੈਣ ਭਰਾ ਨੂੰ ਕੋਈ ਨਸੀਹਤ ਦੇ ਰਿਹਾ ਹੁੰਦਾ ਹੈ ਤਾਂ ਉੱਥੇ ਉਹ ਪੇਰੈਂਟ ਦੇ ਰੂਪ 'ਚ ਆਪਰੇਟ ਕਰ ਰਿਹਾ ਹੁੰਦਾ ਹੈ। ਉਹਨੂੰ ਅਸੀਂ ਪੇਰੈਂਟ ਪਰਸਨੈਲਿਟੀ ਕਹਿੰਦੇ ਹੈਗੇ ਆ ਵੀ ਜਦੋਂ ਨਸੀਹਤ ਦੇਣ ਲੱਗ ਜੇ। ਚਾਈਲਡ ਪਰਸਨੈਲਿਟੀ ਜਦੋਂ ਚਾਈਲਡ ਵਰਗੀਆਂ ਜਿਹੜੀਆਂ ਜਿਵੇਂ ਬਚਪਨ 'ਚ ਬੱਚਾ ਚਾਈਲਡ ਜੋ ਜਿਸ ਤਰ੍ਹਾਂ ਕਰਦਾ ਰੋਂਦਾ ਹੈ ਉਹ, ਜਾਂ ਲੋੜ ਤੋਂ ਜ਼ਿਆਦਾ ਹੱਸ ਰਿਹਾ ਹੈਗਾ, ਮਤਲਬ ਜਾਂ ਲੋੜ ਤੋਂ ਜ਼ਿਆਦਾ ਟੱਪ ਰਿਹਾ ਹੈਗਾ। ਤੇ ਜੇ ਹੁਣ ਅਸੀਂ ਬੱਚੇ ਵਾਲੀਆਂ ਹਰਕਤਾਂ ਸਾਡੀਆਂ ਵੱਡਿਆਂ 'ਚ ਆਉਣਗੀਆਂ, ਵੱਡਿਆਂ 'ਚ ਉਵੇਂ ਹੋਣਗੀਆਂ, ਤੁਸੀਂ ਕਿਵੇਂ ਮਹਿਸੂਸ ਕਰਦੇ ਹੋ? ਤੇ ਕਈ ਵਾਰ ਮੈਂ ਦੇਖਦਾ ਵੀ ਚਲੋ ਮੈਂ ਕਹਿੰਦਾ ਭੰਗੜਾ ਪਾਉਣਾ ਕੋਈ ਮਾੜੀ ਗੱਲ ਨਹੀਂ, ਕਿਸੇ ਏਜ 'ਚ ਵੀ ਪਾਇਆ ਜਾ ਸਕਦਾ ਹੈ। ਪਰ ਜਦੋਂ ਜਾ ਕੇ ਇੱਕ ਸਟੇਜ ਜਦੋਂ ਵੱਡੀ ਹੋ ਜਾਂਦੀ ਹੈ ਉੱਥੇ ਤੁਸੀਂ ਬਿਲਕੁਲ ਜਿਹੜੇ ਜ਼ਿਆਦਾ ਯੰਗਰ ਹੁੰਦੇ ਆ ਉਹਨਾਂ ਵਰਗਾ ਭੰਗੜਾ ਪਾਉਣ ਦੀ ਕੋਸ਼ਿਸ਼ ਕਰਦੇ ਹੈਗੇ ਹੋ ਤਾਂ ਦੂਜਿਆਂ ਦੇ ਕਮੈਂਟ ਵੀ ਸੁਣ ਕੇ ਦੇਖੋ ਕਿ ਤੁਹਾਡੇ ਤੇ ਕਿਹੋ ਜਿਹੇ ਆ ਰਹੇ ਹੁੰਦੇ ਆ। ਜੀ ਬਿਲਕੁਲ ਬਿਲਕੁਲ। ਸੋ ਜਦੋਂ ਆਪਾਂ ਜਿਹੜੀ ਗੱਲਬਾਤ ਕਰ ਰਹੇ ਹਾਂ, ਜਿਵੇਂ ਬਚਪਨ ਦੇ ਵਿੱਚ ਜਿਹੜੀਆਂ ਪਰਸਨੈਲਿਟੀਜ਼ ਡਿਵੈਲਪ ਹੁੰਦੀਆਂ ਉਹਨਾਂ ਬਾਰੇ ਗੱਲਬਾਤ ਕਰ ਰਹੇ ਹਾਂ, ਜਦੋਂ ਆਪਾਂ ਹੁਣੇ ਗੱਲ ਕੀਤੀ ਸੀ ਕਿ ਜਦੋਂ ਡੋਮੈਸਟਿਕ ਵਾਇਲੈਂਸ ਘਰ ਦੇ ਵਿੱਚ ਜਾਂ ਕੁਛ ਇਸ ਤਰ੍ਹਾਂ ਦਾ ਮਾਂ-ਬਾਪ ਦਾ ਵਖਰੇਵਾਂ ਜਾਂ ਤੁਸੀਂ ਕਹਿ ਲਓ ਵਿਚਾਰਾਂ ਦੀ ਸਾਂਝ ਨਹੀਂ ਹੈਗੀ ਉੱਥੇ, ਤੇ ਅਸੀਂ ਲੜਾਈ ਝਗੜਾ ਕਰਦੇ ਹਾਂ, ਉਹਦੇ ਵਿੱਚ ਕੀ ਜਿਹੜਾ ਬੱਚਾ ਹੈਗਾ ਉਹਦੀ ਜਿਹੜੀ ਪਰਸਨੈਲਿਟੀ ਹੈ ਜਿਸ ਤਰ੍ਹਾਂ ਨਿਖਰਨੀ ਚਾਹੀਦੀ ਹੈ, ਜਿਸ ਤਰ੍ਹਾਂ ਬਣਨੀ ਚਾਹੀਦੀ ਹੈ, ਉਹ ਬਣਦੀ ਨਹੀਂ। ਉਹਦੇ ਵਿੱਚ ਕਈ ਵਾਰੀ ਆਪਾਂ ਦੇਖਦੇ ਹਾਂ ਕਿ ਜਿਹੜੀ ਉਹਦੀ ਬੱਚੇ ਦੀ ਆਪਦੀ ਪੇਨ ਹੁੰਦੀ ਆ ਉਸ ਲੜਾਈ ਨੂੰ ਲੈ ਕੇ, ਕਿ ਕਈ ਵਾਰੀ ਬੱਚਾ ਇਹ ਵੀ ਸੋਚਦਾ ਕਿ ਸ਼ਾਇਦ ਇਹ ਮੇਰੇ ਕਰਕੇ ਸਾਰਾ ਕੁਝ ਹੋ ਰਿਹਾ, ਇਹ ਵੀ ਉਹਦੇ ਦਿਮਾਗ ਦੇ ਵਿੱਚ ਜਾ ਰਿਹਾ, ਫਿਰ ਉਹਦੀ ਪਰਸਨੈਲਿਟੀ ਡਿਫਰੈਂਟ ਡਿਵੈਲਪ ਹੋਊਗੀ। ਕਈ ਬੱਚੇ ਉਸ ਪੇਨ ਨੂੰ ਡੀਲ ਕਰਨ ਵਾਸਤੇ ਜੋਕਰ ਬਣ ਜਾਂਦੇ ਆ। ਆਪਾਂ ਜਿੰਨੇ ਵੀ ਕਮੇਡੀਅਨ ਦੇਖਿਆ ਉਹਨਾਂ ਦੇ ਪਿੱਛੇ ਕੋਈ ਨਾ ਕੋਈ ਇਸ ਤਰ੍ਹਾਂ ਦੀ ਦਰਦ ਜ਼ਰੂਰ ਹੁੰਦਾ ਜਿਹੜਾ ਕਿ ਆਪਦੀ ਉਹ ਕਮੇਡੀ ਦੇ ਰਾਹੀਂ ਬਾਹਰ ਕੱਢਦੇ। ਔਰ ਬਹੁਤ ਸਾਰੇ ਕਮੇਡੀਅਨਸ ਨੇ ਸੁਸਾਈਡ ਤੱਕ ਵੀ ਕੀਤਾ ਹੈਗਾ, ਐਡਿਕਟਡ ਹੋ ਜਾਂਦੇ ਆ ਕਿਉਂਕਿ ਉਹਨਾਂ ਦੀਆਂ ਆਪਦੀਆਂ ਜਿਹੜੀਆਂ ਉਹ ਦੁੱਖ ਆ ਉਹਦੇ ਨਾਲ ਉਹਨਾਂ ਨੂੰ ਕਈ ਵਾਰੀ ਵਿਚਰਨਾ ਜਾਂ ਡੀਲ ਕਰਨਾ ਨਹੀਂ ਆਉਂਦਾ। ਸੋ ਇਹਦੇ ਵਿੱਚ ਜਿਵੇਂ ਆਪਾਂ ਕਹਿ ਦਈਏ ਕਿ ਬੀਬਾ ਬੱਚਾ, ਲਾਈ ਲੱਗ ਬੱਚਾ, ਸ਼ਾਈ ਪਰਸਨੈਲਿਟੀ, ਜਿੱਦੀ ਪਰਸਨੈਲਿਟੀ ਬੱਚੇ ਦੀ ਜਿਹੜੀ ਖਾਸ ਕਰਕੇ ਆਪਾਂ ਗੱਲ ਕਰਦੇ ਹਾਂ, ਸੋ ਇਹਦਾ ਘਰ ਦੇ ਵਿੱਚੋਂ ਕਿੰਨਾ ਕੁ ਨਿਕਲਦਾ, ਜਿਹੜੀ ਆਪਾਂ ਵਾਇਲੈਂਸ ਦੀ ਗੱਲ ਕਰਦੇ ਹਾਂ ਜਾਂ ਮਾਂ ਪਿਓ ਦੀ ਵਖਰੇਵੇਂ ਦੀ ਗੱਲ ਕਰਦੇ ਹਾਂ? ਮੈਂ ਤੁਹਾਡੇ ਨਾਲ ਖੁੱਲ੍ਹ ਕੇ ਗੱਲ ਕਰਦਾ ਇੱਥੇ ਥੋੜ੍ਹੀ ਜੀ। ਇਹਦੇ 'ਚ ਜਿਹੜਾ ਲਰਨਿੰਗ ਪ੍ਰੋਸੈਸ ਹੈਗਾ ਐਜੂਕੇਸ਼ਨ ਦੇ ਵਿੱਚ, ਜਿਹਨੂੰ ਅਸੀਂ ਸਿੱਖਿਆ ਦਾ ਵਰਤਾਰਾ ਜਿਹੜਾ ਹੈਗਾ,
ਉਹ ਤੁਸੀਂ ਬਗੈਰ ਮਤਲਬ ਕਿਸੇ ਜੇ ਤੁਹਾਡੇ ਕੋਲ ਕਨੈਕਸ਼ਨ ਹੀ ਨਹੀਂ ਹੈਗਾ, ਲਿੰਕ ਹੀ ਨਹੀਂ ਹੈਗਾ, ਤੇ ਤੁਸੀਂ ਉਹਨੂੰ ਅੱਗੇ ਕਿਵੇਂ ਚਲਾ ਸਕਦੇ ਹੋ? ਜੀ। ਹੁਣ ਪੇਰੈਂਟ ਜਿਹੜਾ ਬੱਚਾ ਹੈਗਾ, ਤੇ ਬੱਚਾ ਲਰਨ ਕਰ ਰਿਹਾ ਆਪਣੇ ਮਾਪਿਆਂ ਤੋਂ, ਲਰਨ ਕਰਨਾ ਚਾਹੁੰਦਾ ਹੈਗਾ, ਪਰ ਪੇਰੈਂਟਸ ਉੱਥੇ ਆ ਕੇ ਜੇ ਹੁਣ ਫਾਦਰ ਗੁੱਸੇਖੋਰ ਹੈ, ਉਹ ਸੁਣਨ ਨੂੰ ਤਿਆਰ ਨਹੀਂ ਹੈਗਾ, ਤੇ ਬੱਚੇ ਅੰਦਰ ਡਰ ਪੈਦਾ ਹੋ ਗਿਆ ਵੀ ਮੈਨੂੰ ਇਹ ਮਤਲਬ ਮਾਰ ਸਕਦਾ ਹੈ, ਜਾਂ ਮੈਨੂੰ ਕੋਈ ਰੁੱਖੀ ਭਾਸ਼ਾ 'ਚ ਕੋਈ ਸ਼ਬਦ ਬੋਲ ਸਕਦਾ ਹੈ, ਚਾਹੇ ਉਹ ਮਾਂ ਦਾ ਬਿਹੇਵ ਵੀ ਹੋ ਸਕਦਾ ਹੈਗਾ, ਤਾਂ ਉੱਥੇ ਆ ਕੇ ਬੱਚਾ ਡਰ ਦੇ ਕਾਰਨ ਉਹ ਲਰਨਿੰਗ ਪ੍ਰੋਸੈਸ ਜਿਹੜਾ ਹੈਗਾ ਉਹਦਾ ਬਲੌਕ ਹੋ ਜਾਂਦਾ ਹੈ, ਭਾਵ ਉਹਦੇ 'ਚ ਕਨੈਕਸ਼ਨ ਨਹੀਂ ਬਣਦਾ ਪ੍ਰੋਪਰ ਢੰਗ ਨਾਲ। ਤੇ ਫਿਰ ਉਹ ਜਦੋਂ ਕਨੈਕਸ਼ਨ ਨਹੀਂ ਬਣਦਾ, ਉਹਦਾ ਪ੍ਰਭਾਵ ਨਹੀਂ ਲੈ ਰਿਹਾ, ਤਾਂ ਫਿਰ ਉਹ ਆਪਣੇ ਆਪ ਗਰੋ ਕਰ ਰਿਹਾ ਹੁੰਦਾ, ਉਹ ਕਾਫੀ ਹੱਦ ਤੱਕ ਉਹ ਆਪਣੀ ਪਰਸਨੈਲਿਟੀ ਨੂੰ ਆਪਣੇ ਢੰਗ ਨਾਲ ਗਰੋ ਕਰਦਾ। ਜਿਵੇਂ ਹੁਣ ਤੁਸੀਂ ਗੱਲਾਂ ਕੁਝ ਕੀਤੀਆਂ ਹੈਗੀਆਂ ਵੀ ਕਈ ਬੰਦੇ ਫਿਰ ਕਥਾਰਸਿਸ ਕਰਦੇ ਆਪਦਾ ਆ ਕੇ, ਇਹ ਸਾਡੀ ਭਾਸ਼ਾ 'ਚ ਇਹਨੂੰ ਕਥਾਰਸਿਸ ਹੀ ਕਹਿ ਦਿੰਦੇ ਆ, ਨਿਕਾਸ ਕਰਨਾ ਆਪਣੇ ਵਿਚਾਰਾਂ ਦਾ, ਵੀ ਜਿਹੜਾ ਮਤਲਬ ਦਬਿਆ ਹੋਇਆ ਰਿਹਾ, ਤਾਂ ਉਹਨੂੰ ਜਿਹੜੀਆਂ ਤਕਲੀਫਾਂ ਪਹਿਲਾਂ ਝੱਲੀਆਂ, ਤੇ ਕਈ ਵਾਰ ਹੁਣ ਜਿੰਨੇ ਵੀ ਕਿਤਾਬਾਂ ਲਿਖੀਆਂ ਜਾਂਦੀਆਂ ਨੇ, ਰਾਈਟਰ ਕਿਤਾਬਾਂ ਲਿਖਦੇ ਹੈਗੇ, ਖਾਸ ਤੌਰ ਤੇ ਫਿਕਸ਼ਨ ਜਿਹਨੂੰ ਕਹਿੰਦੇ ਆ ਅਸੀਂ, ਜਿਹੜੀ ਕਲਪਨਾ ਦੇ ਆਧਾਰ ਤੇ ਬਹੁਤ ਕੁਝ ਰਿਐਲਿਟੀ ਨਾਲ ਜੋੜ ਕੇ ਲਿਖਿਆ ਜਾਂਦਾ ਹੈਗਾ। ਹੁਣ ਉਹ ਕੀ ਹੈ, ਉਹ ਰਾਈਟਰ ਦੇ ਆਪਣੇ ਐਕਸਪੀਰੀਅੰਸ ਨੇਗੇ ਜੀ, ਉਹ ਆਪਣੇ ਐਕਸਪੀਰੀਅੰਸ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਆਪਣੀ ਬੁੱਕ ਦੇ ਵਿੱਚ। ਉਹ ਐਕਸਪੀਰੀਅੰਸ ਕਿਹੜੇ ਨੇ ਉਹਦੇ, ਜਿਹੜੇ ਉਹਦੇ ਬਚਪਨ ਤੋਂ ਲੈ ਕੇ ਹੁਣ ਤੱਕ ਉਹਦੇ ਵੱਖ-ਵੱਖ ਰੂਪਾਂ ਦੇ ਨਾਲ ਵਾਪਰੇ ਹੁੰਦੇ ਹੈਗੇ, ਤੇ ਉਹਨਾਂ 'ਚ ਉਹਨੇ ਉਹਦੇ ਰਿਜ਼ਲਟ ਕੀ ਕੱਢੇ ਹੈਗੇ ਆ, ਉਹ ਰਿਜ਼ਲਟ ਕਿੰਨੇ ਕੁ ਰਿਐਲਿਟੀ ਦੇ ਨੇੜੇ ਆ, ਕਿੰਨੇ ਕੁ ਰਿਐਲਿਟੀ ਤੋਂ ਮਤਲਬ ਦੂਰ ਹੈਗੇ ਆ, ਉਹ ਤਾਂ ਕਿਤਾਬ ਨੂੰ ਪੜ੍ਹਨ ਤੋਂ ਬਾਅਦ ਪਤਾ ਲੱਗਦਾ ਹੈਗਾ, ਪਰ ਉਹਦੇ 'ਚ ਆਪਣੇ ਐਕਸਪ੍ਰੈਸ ਕਰ ਰਿਹਾ ਹੁੰਦਾ ਸਾਰੇ ਜਿੰਨੇ ਵੀ ਐਕਸਪੀਰੀਅੰਸ ਹੈਗੇ ਆ। ਸੋ ਬੱਚੇ ਦੇ ਅੰਦਰ ਜਿਹੜੀ ਉਹ ਪਰਸਨੈਲਿਟੀ ਦੀ ਗਰੋਥ ਹੋ ਰਹੀ ਹੈ, ਚਾਹੇ ਉਹ ਪੋਜ਼ਿਟਿਵ ਹੈ ਚਾਹੇ ਨੈਗੇਟਿਵ ਹੈਗੀ, ਉਹਦਾ ਪ੍ਰਭਾਵ ਕਈ ਵਾਰ ਉਹ 'ਤੇ ਪ੍ਰੈਸ਼ਰ ਬਣਾਈ ਰੱਖਦਾ ਹੈਗਾ। ਮੈਂ ਹੁਣ ਥੋੜ੍ਹਾ ਜਿਹਾ ਅੱਗੇ ਹੋਰ ਚੱਲ ਜਾਣਾ ਜਾ ਕੇ, ਵੀ ਜਿਵੇਂ ਮੈਂ ਚਾਈਲਡ ਪਰਸਨੈਲਿਟੀ ਦੀ ਗੱਲ ਕੀਤੀ ਹੈ, ਚਾਈਲਡ ਪਰਸਨੈਲਿਟੀ ਤੋਂ ਮਤਲਬ ਕੀ ਹੈ ਵੀ ਇਮੋਸ਼ਨਲ, ਬੱਚਾ ਹਮੇਸ਼ਾ ਇਮੋਸ਼ਨਲ ਹੁੰਦਾ ਹੈਗਾ, ਜਜ਼ਬਾਤੀ ਹੁੰਦਾ ਹੈਗਾ, ਵੀ ਸ਼ੁਰੂ ਦੇ ਵਿੱਚ ਉਹ ਜੇ ਉਹਦੀ ਡਿਮਾਂਡ ਪੂਰੀ ਉਹਦੀ ਰੋਣ ਲੱਗ ਜਾਂਦਾ ਹੈ, ਤੇ ਉਹ ਨਿੱਕੀ ਗੱਲ 'ਤੇ ਗੁੱਸਾ ਵੀ ਕਰਦਾ ਹੈਗਾ, ਰੁੱਖਾ ਵੀ ਬੋਲਦਾ ਹੈਗਾ, ਤੇ ਬਹੁਤ ਛੇਤੀ ਡਰ ਵੀ ਜਾਂਦਾ ਹੈਗਾ, ਤੇ ਨਿਰਾਸ਼ ਵੀ ਬੜੀ ਛੇਤੀ ਹੋ ਜਾਂਦਾ ਹੈਗਾ, ਕਿਉਂਕਿ ਅਜੇ ਤੱਕ ਉਹਦੇ ਇਮੋਸ਼ਨਸ ਦਾ ਵਿਕਾਸ ਨਹੀਂ ਹੋਇਆ ਹੈਗਾ। ਜਿਹਨੇ ਅੱਗੇ ਜਾ ਕੇ ਜੇ ਗਰੋ ਕਰਨਾ ਹੁੰਦਾ, ਉਹਨੂੰ ਮਤਲਬ ਇੱਕ ਬੈਲੈਂਸ 'ਚ ਜਾਣਾ ਸਿੱਖਣਾ ਹੁੰਦਾ ਹੈ। ਹੁਣ ਜਿਸ ਬੱਚੇ ਦਾ ਇਮੋਸ਼ਨਲ ਜਿਹੜੀ ਮਤਲਬ ਸੈੱਟ ਹੈ, ਜਿਹੜੀ ਇਮੋਸ਼ਨਲ ਇੰਟੈਲੀਜੈਂਸ ਹੈਗੀ ਜਿਹੜੀ ਉਹਦੇ ਅੰਦਰ, ਜੇ ਉਹ ਪ੍ਰੋਪਰ ਉਦੋਂ ਗਰੋ ਨਹੀਂ ਕੀਤੀ ਹੁੰਦੀ, ਤਾਂ ਉਹਦੇ ਅਸਰ ਉਹਦੀ ਸਾਰੀ ਉਮਰ 'ਤੇ ਪੈ ਸਕਦੇ ਹੈਗੇ ਆ। ਹੁਣ ਜਿਵੇਂ ਆਮ ਦੇਖਦੇ ਹਾਂ ਜਾ ਕੇ ਵੀ ਕਈ ਵਾਰ ਤੁਸੀਂ ਦੇਖਦੇ ਹੋ, ਹੁਣ ਇਹ ਇੱਕ ਪਰਸਨੈਲਿਟੀ ਦਾ ਪਾਰਟ ਹੀ ਹੈ ਕਿ ਜਦੋਂ ਕਿਸੇ ਮਨੁੱਖ ਦੀ ਮੌਤ ਹੋ ਜਾਂਦੀ ਹੈ, ਤੇ ਉੱਥੇ ਹੁਣ ਸਾਡੇ ਕਲਚਰ ਦੇ ਵਿੱਚ ਜਿਹੜੀਆਂ ਇਸਤਰੀਆਂ ਨੇਗੀਆਂ, ਉਹ ਤਾਂ ਪੂਰਾ ਰੋਣਾ ਧੋਣਾ ਕਰਦੀਆਂ ਨੇਗੀਆਂ, ਤੇ ਇੱਥੋਂ ਤੱਕ ਕਿ ਹੰਝੂ ਵੀ ਪੂਰੇ ਆਉਂਦੇ ਆ ਉਹਨਾਂ ਦੇ, ਤੇ ਜਿਹੜੇ ਮਨੁੱਖ ਨੇਗੇ ਉਹ ਰੋਂਦੇ ਤੁਹਾਨੂੰ ਬਹੁਤ ਘੱਟ ਦਿਖਾਈ ਦੇਣਗੇ, ਕਿਉਂਕਿ ਉਹਨਾਂ ਦੀ ਗਰੋਥ ਦੇ ਵਿੱਚ ਉਹ ਪਾਇਆ ਹੌਲੀ ਹੌਲੀ ਘਰ ਗਿਆ ਵੀ ਬੰਦੇ ਨਹੀਂ ਰੋਂਦੇ ਹੁੰਦੇ, ਤੇ ਉਹ ਪਰਸਨੈਲਿਟੀ ਦਾ ਪਾਰਟ ਆ ਇਹਦਾ। ਉਵੇਂ ਜਦੋਂ ਬਚਪਨ ਚੋਂ ਲੈ ਕੇ ਕੁਝ ਗੱਲਾਂ ਅਸੀਂ ਜੇ ਉਹਨਾਂ ਨੂੰ ਮਤਲਬ ਭਾਵ ਬੈਲੈਂਸ ਕਰਕੇ ਅੱਗੇ ਨਹੀਂ ਆਈਆਂ, ਅਜੇ ਉਹ ਇੰਬੈਲੈਂਸ ਹੀ ਹੈ, ਉਹ ਇਮੋਸ਼ਨ ਸੈਟਅਪ ਉਹਦੀ ਜੇ ਉਵੇਂ ਹੀ ਚੱਲੀ ਜਾ ਰਹੀ ਹੈਗੀ, ਉਹ ਤੁਹਾਡੀ ਪਰਸਨੈਲਿਟੀ ਜਦੋਂ ਹਾਇਰ ਲੈਵਲ 'ਤੇ ਜਾਓਗੇ, ਮਤਲਬ ਭਾਵ ਉਮਰ ਵੱਡੀ ਹੋ ਜਾਣੀ ਹੈ, ਉਹ ਤੁਹਾਡੇ 'ਚ ਆ ਸਕਦੇ ਕਿ ਤੁਹਾਡਾ ਜਜ਼ਬਾਤੀ ਬਿਹੇਵ ਹੋ ਸਕਦਾ ਹੈ। ਜੀ, ਸੋ ਇੱਕ ਤੁਸੀਂ ਹੁਣੇ ਜ਼ਿਕਰ ਕੀਤਾ ਕਿ ਜਿਹੜਾ ਚਾਈਲਡਹੁੱਡ ਟਰਾਮਾ, ਜਦੋਂ ਬਚਪਨ ਦੇ ਵਿੱਚ ਕੋਈ ਨਾ ਕੋਈ ਇਹੋ ਜਿਹੀ ਘਟਨਾ ਵਾਪਰ ਜਾਂਦੀ ਹੈ, ਜਿਸ ਤਰ੍ਹਾਂ ਕੋਈ ਡੈਥ ਕਹਿ ਲਈਏ, ਜਾਂ ਪੇਰੈਂਟਸ ਦੀ ਸੈਪਰੇਸ਼ਨ ਕਹਿ ਲਈਏ, ਜਾਂ ਕੋਈ ਇਸ ਤਰ੍ਹਾਂ ਦਾ, ਕਿਉਂਕਿ ਬੱਚਾ ਉਹਦੀ ਜਿਹੜੀ ਆਪਾਂ ਕਹਿ ਸਕਦੇ ਹਾਂ ਕਿ ਛੋਟੀਆਂ ਉਹਦੀਆਂ ਗੱਲਾਂ ਹੁੰਦੀਆਂ, ਪਰ ਜਦੋਂ ਵੱਡਾ ਹਾਦਸਾ ਇਸ ਤਰ੍ਹਾਂ ਵਾਪਰਦਾ, ਕੀ ਉਹ ਲਾਈਫ ਲੌਂਗ ਬੰਦੇ ਦੀ ਪਰਸਨੈਲਿਟੀ 'ਤੇ ਉਹਦਾ ਪ੍ਰਭਾਵ ਰਹਿੰਦਾ? ਬਿਲਕੁਲ ਰਹਿੰਦਾ ਹੈਗਾ, ਇਹਦੇ ਬਾਰੇ ਕੋਈ ਦੋ ਰਾਇ ਨਹੀਂ ਹੈਗੀਆਂ, ਕਿਉਂਕਿ ਟਰਾਮਾ ਦਾ ਮਤਲਬ ਕੀ ਹੈ, ਉਹਦੇ 'ਤੇ ਝਟਕਾ ਪੈਣਾ, ਉਹਦੇ ਬ੍ਰੇਨ ਨੂੰ ਸ਼ੌਕ ਪੈ ਜਾਣਾ, ਕਿਸੇ ਪੇਰੈਂਟਸ ਦਾ ਵਿਛੜ ਜਾਣਾ, ਚਾਹੇ ਉਹ ਕਿਸੇ ਰੂਪ 'ਚ ਵਿਛੜਦਾ ਹੈਗਾ, ਤੇ ਉਹਦੇ 'ਚ ਇਨਸਿਕਿਉਰਿਟੀ ਦੀ ਬੱਚੇ 'ਚ ਭਾਵਨਾ ਪੈਦਾ ਕਰਦਾ ਹੈ। ਜਿਉਂ-ਜਿਉਂ ਬੱਚੇ 'ਚ ਇਨਸਿਕਿਉਰਿਟੀ ਦੀ ਭਾਵਨਾ ਵਧਣੀ ਹੈਗੀ ਹੈ, ਤਿਉਂ ਉਹਦੇ ਵਿੱਚ ਬਹੁਤ ਸਾਰੀਆਂ ਮਤਲਬ ਆਪਾਂ ਕਹਾਂਗੇ ਜਿਹੜੀਆਂ ਨੈਗੇਟਿਵ ਜਿਹੜਾ ਮਤਲਬ ਪਰਸਨੈਲਿਟੀ ਦੀ ਗਰੋਥ ਵੱਲ ਨੂੰ ਜਾ ਸਕਦਾ ਉਹ ਜ਼ਿਆਦਾ। ਤੇ ਇਸੇ ਕਰਕੇ ਅਸੀਂ ਜਦੋਂ ਟਰਾਮੇ 'ਚੋਂ ਕੋਈ ਨਿਕਲਦਾ ਹੈਗਾ, ਤਾਂ ਸਾਈਕੋਥੈਰੇਪਿਸਟ ਜਿਹੜਾ ਹੈਗਾ ਉਹ ਟਰਾਮੇ 'ਚੋਂ ਕੱਢਣ ਲਈ ਉਹਨੂੰ ਦਿਸ਼ਾ ਦੇਣ ਦੀ ਕੋਸ਼ਿਸ਼ ਕਰਦਾ ਹੈ, ਤੇ ਇਸ ਤਰ੍ਹਾਂ ਬੱਚਿਆਂ ਨੂੰ ਉਸੇ ਹਿਸਾਬ ਨਾਲ ਟੈਕਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਫਿਰ। ਜੀ, ਸੋ ਇੱਥੇ ਆਪਾਂ ਇਹ ਵੀ ਇੱਕ ਜ਼ਰੂਰ ਸਾਡੇ ਦਰਸ਼ਕਾਂ ਨੂੰ ਸਮਝ ਪਾਉਣੀ ਚਾਹੁੰਦੇ ਕਿ ਜੇ ਇਸ ਤਰ੍ਹਾਂ ਦੀ, ਜਦੋਂ ਕਈ ਵਾਰੀ ਜਿਸ ਤਰ੍ਹਾਂ ਅਸੀਂ ਜ਼ਿਕਰ ਕੀਤਾ ਕਿ ਚਾਈਲਡਹੁੱਡ ਟਰਾਮਾ, ਬੱਚਾ ਬਿਲਕੁਲ ਪਹਿਲਾਂ ਨੋਰਮਲ ਸੀ, ਘਰ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਹਾਦਸਾ ਵਾਪਰਿਆ ਕਿ ਉਹਦੇ ਸੁਭਾਅ ਦੇ ਵਿੱਚ ਇੱਕਦਮ ਚੇਂਜ ਆ ਗਈ, ਬੱਚਾ ਚੁੱਪ ਰਹਿਣਾ ਸ਼ੁਰੂ ਕਰ ਗਿਆ, ਬੱਚਾ ਜ਼ਿੱਦੀ ਹੋ ਗਿਆ, ਜਾਂ ਬੱਚਾ ਹਰ ਇੱਕ ਗੱਲ 'ਤੇ ਲੜਨ ਝਗੜਨ ਲੱਗ ਗਿਆ। ਸੋ ਇਹ ਜਿਹੜੀਆਂ ਉਹਦੇ
ਆਪਾਂ ਕਹਿ ਸਕਦੇ ਹਾਂ ਕਿ ਬਿਹੇਵੀਅਰ ਚੇਂਜਸ ਜਦੋਂ ਹੁੰਦੇ ਆ, ਸੋ ਪੇਰੈਂਟਸ ਨੂੰ ਨੋਟਿਸ ਕਰਨਾ ਚਾਹੀਦਾ। ਔਰ ਇਹਦੀ ਜਿਹੜੀ ਜਿਸ ਤਰ੍ਹਾਂ ਬਲਵਿੰਦਰ ਜੀ ਨੇ ਕਿਹਾ ਕਿ ਸਾਈਕੋਥੈਰੇਪਿਸਟ ਕੋਲੇ ਜਾ ਕੇ ਜਾਂ ਟਰਾਮਾ ਕਾਉਂਸਲਰ ਹੈਗੇ ਆ, ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾ ਸਕਦੀ ਆ। ਤੁਸੀਂ ਆਪਦੇ ਫੈਮਿਲੀ ਡਾਕਟਰ ਦੇ ਰਾਹੀਂ ਜਿਹੜੀ ਅਪਾਇੰਟਮੈਂਟ ਬਣਾ ਕੇ ਅਤੇ ਉਹਦੀ ਜਿਹੜੀ ਕਾਉਂਸਲਿੰਗ ਜ਼ਰੂਰ ਹੈਗੀ ਆ ਉਹ, ਕਿਉਂਕਿ ਉਸ ਸਮੇਂ ਮੈਡੀਸਨ ਦੀ ਜ਼ਰੂਰਤ ਨਹੀਂ ਹੁੰਦੀ। ਔਰ ਚਾਈਲਡ ਥੈਰੇਪੀ ਜਿਹੜੀ ਹੈਗੀ ਆ ਉਹ ਬਹੁਤ ਵਧੀਆ ਤਰੀਕੇ ਨਾਲ ਕੰਮ ਕਰਦੀ ਆ। ਜਿਹੜੇ ਚਾਈਲਡ ਥੈਰੇਪਿਸਟ ਹੈਗੇ ਆ ਉਹ ਡਿਫਰੈਂਟ ਤਰੀਕਿਆਂ ਦੇ ਨਾਲ ਜਿਹੜੇ ਹੈਗੇ ਆ ਉਹ ਟਰੋਮੇ ਦੇ ਵਿੱਚੋਂ ਬੱਚੇ ਨੂੰ ਕੱਢਣ ਦੀ ਕੋਸ਼ਿਸ਼ ਕਰਦੇ ਆ, ਤਾਂ ਕਿ ਜਿਹੜੀ ਉਹਦਾ ਆਪਾਂ ਕਹਿ ਸਕਦੇ ਹਾਂ ਕਿ ਆਉਣ ਵਾਲੀ ਜ਼ਿੰਦਗੀ ਦੇ ਵਿੱਚ ਉਸ ਚੀਜ਼ ਦਾ ਪ੍ਰਭਾਵ ਨਾ ਰਹੇ, ਜੇ ਹੋਵੇ ਵੀ ਤਾਂ ਬਹੁਤ ਘੱਟ ਹੋਵੇ। ਸੋ ਇਹਦੇ ਵਿੱਚ ਤੁਸੀਂ ਕੋਈ ਹੋਰ ਐਡ ਕਰਨਾ ਚਾਹੁੰਦੇ ਹੋ? ਮਤਲਬ ਇਹਦੇ 'ਚ ਇਹੀ ਹੈਗਾ ਵੀ ਮਤਲਬ ਜਿਹੜੀ ਪਰਸਨੈਲਿਟੀ ਹੈ, ਜਦੋਂ ਚਾਈਲਡਹੁੱਡ 'ਚ ਅਸੀਂ ਵਿਚਰਦੇ ਆਂਗੇ ਤਾਂ ਉਸ ਸਮੇਂ ਜਿਹੜੀ ਉਹਦੀ ਗਰੋਥ 'ਤੇ ਜਿਹੜਾ ਅਸਰ ਪੈ ਰਿਹਾ ਹੈਗਾ। ਮੈਂ ਪਹਿਲਾਂ ਕਿਹਾ ਵੀ ਤਾਂ ਪੇਰੈਂਟਸ 'ਤੇ ਆਪਾਂ ਗੱਲ ਕੀਤੀ ਹੈਗੀ ਜੀ। ਹੁਣ ਦੂਸਰਾ ਪਾਸਾ ਜਦੋਂ ਸਕੂਲ ਚਲਾ ਜਾਂਦਾ, ਆਮ ਤੌਰ 'ਤੇ 3 ਸਾਲ ਦੇ ਬੱਚੇ ਸਕੂਲ ਭੇਜ ਦਿੱਤੇ ਜਾਂਦੇ ਹੈਗੇ। ਜੀ ਜੀ ਬਿਲਕੁਲ। ਤੇ 3 ਸਾਲ ਦੇ ਬੱਚਿਆਂ ਦੇ ਅੰਦਰ ਨੈਚੁਰਲੀ ਕੁਝ ਗੱਲਾਂ ਜਿਹੜੀਆਂ ਟੀਚਰ ਨੂੰ ਉਸ ਸਮੇਂ 3 ਸਾਲ ਦੇ ਬੱਚੇ ਨਾਲ ਟੈਕਲ ਕਰਨ ਵੇਲੇ ਦੇਖਣੀਆਂ ਪੈਣਗੀਆਂ ਕਿ ਉਹ ਜਿਹੜਾ 3 ਸਾਲ ਦਾ ਬੱਚਾ ਜੇ ਸਕੂਲ ਗਿਆ ਹੈਗਾ, ਅਜੇ ਤੱਕ ਉਹ ਆਪਾਂ ਉਹਨੂੰ ਕਹਾਂਗੇ ਜੇ ਉਹਦਾ ਕੋਈ ਵੀ ਇਸ ਦਾ ਮਤਲਬ ਉਹਦੇ 'ਚ ਨਹੀਂ ਵੱਡੀ ਗਰੋਥ ਆਈ ਹੈਗੀ ਜਿਹਦੇ ਨਾਲ ਬਹੁਤ ਵੱਡੀਆਂ ਤਬਦੀਲੀਆਂ ਦੀ ਅਸੀਂ ਆਸ ਰੱਖ ਲਈਏ। ਹੁਣ ਸਿੰਪਲ ਲਾਈਏ ਵੀ ਮਤਲਬ ਕਰਸਿਵ ਰਾਈਟਿੰਗ ਹੈਗੀ ਆ ਜੀ। ਕਰਸਿਵ ਰਾਈਟਿੰਗ ਦਾ ਮਤਲਬ ਔਖੀ ਰਾਈਟਿੰਗ ਹੈ ਜੇ ਉਹਨੂੰ ਸਹੀ ਮਾਅਨੇ 'ਚ ਲਿਖਿਆ ਜਾਵੇ ਤਾਂ। ਹੁਣ ਬੱਚੇ ਨੂੰ ਕਰਸਿਵ ਰਾਈਟਿੰਗ ਸਿਖਾਉਣ ਲਈ ਜੇ ਉਹਨੂੰ ਸਖਤੀ ਕਰਦਾ ਹੈਗਾ, ਉਹਦਾ ਮਾਈਂਡ ਅਜੇ ਕਰਸਿਵ ਰਾਈਟਿੰਗ ਵਾਲਾ ਨਹੀਂ ਹੈਗਾ ਜੀ। ਅਜੇ ਤਾਂ ਉਹ ਸਿੰਪਲ ਰਾਈਟਿੰਗ ਕਰ ਸਕਦਾ ਹੈ। ਕਰਸਿਵ ਦਾ ਮਤਲਬ ਉਹਨੂੰ ਆਪਣੇ ਢੰਗ ਨਾਲ ਕੋਈ ਚੀਜ਼ ਬਣਾਉਣ ਦੀ ਆਦਤ ਪਾਉਣੀ ਕਿ ਤਾਂ ਕਿ ਉਹਦੀ ਜਿਹੜੀ ਸਕਿੱਲ ਹੈਗੀ ਆ, ਉਹਦੇ ਗੂਠੇ ਤੇ ਉਹਦੀ ਇਸ ਦੋਨਾਂ ਉਂਗਲਾਂ ਦੀ ਸਕਿੱਲ ਜਿਹੜੀ ਹੈਗੀ ਆ ਉਹ 'ਚ ਐਕਸਪਰਟ ਹੋਵੇ ਉਹ। ਅਸਲ ਤਾਂ ਉਹ ਪ੍ਰੈਕਟਿਸ ਵਾਸਤੇ ਹੁੰਦਾ ਹੈ। ਪਰ ਜੇ ਟੀਚਰ ਨੂੰ ਇਸ ਇਹੀ ਗੱਲ ਹੀ ਕਲੀਅਰ ਨਹੀਂ ਵੀ ਕਰਸਿਵ ਰਾਈਟਿੰਗ ਅਸਲ ਵਿੱਚ ਬੱਚੇ ਨੂੰ ਰਾਈਟਿੰਗ ਸਿਖਾਉਣਾ ਨਹੀਂ ਹੈਗਾ ਸਾਰਾ ਕੁਝ, ਮੈਨੂੰ ਉਹਦੀ ਪ੍ਰੈਕਟਿਸ ਕਰਾਉਣੀ ਹੈ ਲਿਖਣ ਦੀ। ਜੀ। ਉਹ ਉਸ ਤਰ੍ਹਾਂ ਟੈਕਲ ਕਰਦਾ ਤਾਂ ਉਹਦੇ ਨਾਲ ਬੜਾ ਫਰਕ ਪੈਣਾ ਹੈਗਾ। ਜਾਂ ਹੁਣ ਕਈ ਵਾਰੀ ਬੱਚਿਆਂ ਦੇ ਵਿੱਚ ਡਿਸਪੈਰਿਟੀ ਆ ਜਾਂਦੀ ਹੈ ਵੀ ਟੀਚਰ ਹੀ ਕਈ ਵਾਰੀ ਬੱਚਿਆਂ 'ਚ ਡਿਸਪੈਰਿਟੀ ਕਰ ਰਿਹਾ ਹੁੰਦਾ ਹੈ। ਕੋਈ ਬੱਚਾ ਨੂੰ ਜ਼ਿਆਦਾ ਚੰਗਾ ਲੱਗ ਰਿਹਾ ਹੁੰਦਾ ਹੈਗਾ, ਕੋਈ ਬੱਚਾ ਘੱਟ ਚੰਗਾ ਲੱਗ ਰਿਹਾ ਹੁੰਦਾ ਹੈ। ਜੀ। ਹੁਣ ਜੇ ਤਾਂ ਸਿਆਣਾ ਟੀਚਰ ਹੈ ਤਾਂ ਉਹ ਬੱਚਿਆਂ ਦੀ ਬੈਕਗਰਾਊਂਡ ਜਾਣ ਦੀ ਕੋਸ਼ਿਸ਼ ਕਰੂਗਾ। ਮੈਨੂੰ ਇੱਕ ਕਾਫੀ ਮਸ਼ਹੂਰ ਸਕੂਲ ਜਾਣ ਦੀ ਇੰਡੀਆ 'ਚ ਮੈਨੂੰ ਜਾਣਾ ਪੈ ਗਿਆ, ਪੰਜਾਬ ਦੇ ਵਿੱਚ ਰੌਂਤੇ ਦਾ ਸਕੂਲ ਹੈਗਾ ਉਹ ਜੀ। ਤੇ ਮੈਨੂੰ ਉੱਥੇ ਕਲਾਸ ਦੇ ਵਿੱਚ 7ਵੀਂ ਕਲਾਸ 'ਚ ਲੈ ਗਏ, ਲਿਜਾ ਕੇ ਵੀ ਬੱਚਿਆਂ ਨਾਲ ਤੁਸੀਂ ਸੰਬੋਧਨ ਹੋ ਇਹਨਾਂ ਨਾਲ 7ਵੀਂ ਕਲਾਸ ਦੇ ਬੱਚਿਆਂ ਨਾਲ, ਤੇ ਇਹਨਾਂ ਬਾਰੇ ਫੇਸ ਰੀਡਿੰਗ ਲੈ ਕੇ ਸਾਨੂੰ ਦੱਸੋ ਵੀ ਕਿਹਦੀ ਪ੍ਰੋਬਲਮ ਕੀ ਹੋ ਸਕਦੀ ਹੈ। ਸੁਭਾਵਕ ਮੇਰੇ ਲਈ ਤਾਂ ਇੱਕ ਵਧੀਆ ਐਕਸਪੀਰੀਅੰਸ ਰਿਹਾ ਉਹ। ਤੇ ਮੈਂ ਬੱਚੇ ਜਿਹੜੇ 35 ਬੱਚਿਆਂ ਦੇ ਚਿਹਰੇ ਦੇਖ ਰਿਹਾ, ਤੇ ਸਾਰੇ ਬੱਚੇ ਤਕਰੀਬਨ ਜਿਹੜੇ 7ਵੀਂ ਕਲਾਸ ਦੇ ਬੱਚੇ 12ਵੀਂ ਗ੍ਰੇਡ 'ਚ ਹੁੰਦੇ ਆ, ਸਾਰੇ 12 ਦੇ 13 ਸਾਲ ਦੇ ਹੁੰਦੇ ਆ ਉਹ। ਤੇ ਮੇਰਾ ਇੱਕ ਬੱਚੇ ਤੇ ਧਿਆਨ ਗਿਆ ਜਾ ਕੇ, ਤੇ ਉਹ ਉਦਾਸ ਬੈਠਾ ਹੈਗਾ। ਤੇ ਮੈਂ ਉਸ ਬੱਚੇ ਨੂੰ ਖੜਾ ਕਰਕੇ ਪੁੱਛਿਆ ਵੀ ਤੈਨੂੰ ਕੀ ਪ੍ਰੋਬਲਮ ਹੈਗੀ? ਤਾਂ ਉਹ ਕੀ ਕਹਿ ਰਿਹਾ ਹੈਗਾ, ਮੈਨੂੰ ਤਾਂ ਕੋਈ ਪ੍ਰੋਬਲਮ ਹੈ ਨਹੀਂ ਗੀ। ਹੁਣ ਮੈਂ ਇੱਕ ਸਾਈਕੋਥੈਰੇਪਿਸਟ ਹਾਂ, ਮੈਨੂੰ ਪਤਾ ਹੈ ਵੀ ਉਹਦੇ ਬੈਕਗਰਾਊਂਡ ਤੇ ਕੁਝ ਪਲੇ ਹੋ ਰਿਹਾ ਹੈਗਾ ਜੀ। ਵੀ ਉਹ ਉਦਾਸ ਇਸੇ ਕਰਕੇ ਬੈਠਾ ਹੈ ਵੀ ਬੈਕਗਰਾਊਂਡ 'ਚ ਕੁਝ ਹੋਰ ਹੋਇਆ ਪਿਆ ਹੈਗਾ। ਤੇ ਮੈਂ ਵੀ ਤੂੰ ਸੰਗ ਨਾ, ਮੈਂ ਤੈਨੂੰ ਦੱਸਣਾ ਚਾਹੀਦਾ, ਆਪਾਂ ਹੱਲ ਕਰ ਲਾਂਗੇ। ਤੇ ਉਹ ਬੱਚਾ ਜਦੋਂ ਇੰਨੇ ਕੁ ਹੌਸਲੇ 'ਚ ਆ ਗਿਆ, ਉਹ ਕਹਿੰਦਾ ਜੀ ਅੱਜ ਮੇਰੇ ਮੰਮੀ ਤੇ ਪਾਪਾ ਘਰ ਵਿੱਚ ਬਹੁਤ ਲੜਾਈ ਕੀਤੀ ਉਹਨਾਂ ਨੇ, ਪਾਪਾ ਨੇ ਮੰਮੀ ਦੇ ਥੱਪੜ ਮਾਰੇ ਮੇਰੀ ਦੇ। ਤੇ ਨੈਚੁਰਲੀ ਇਹਦਾ ਨੋਟਿਸ ਲੈਣਾ ਬਣਦਾ, ਟੀਚਰ ਨੂੰ ਮਾਪਿਆਂ ਨੂੰ ਸੰਪਰਕ ਕਰਨਾ ਬਣਦਾ ਵੀ ਉਹਦੇ ਅਸਰ ਕੀ ਆ ਰਹੇ ਨੇਗੇ, ਜਿਹੜਾ ਤੁਹਾਡੀ ਲੜਾਈ ਦਾ ਬੱਚੇ ਦੇ ਸਕੂਲ ਤੱਕ ਵੀ ਅਸਰ ਗਿਆ ਹੈਗਾ। ਚਲੋ ਦੂਸਰੇ ਪਾਸੇ ਇੱਕ ਪਾਸੇ ਕੁੜੀਆਂ ਬੈਠੀਆਂ ਸੀ, ਉਹ ਮੈਂ ਉਹਨਾਂ 'ਚ ਇੱਕ ਕੁੜੀ ਠਾ ਲਈ ਵੀ ਤੂੰ ਵੀ ਠੀਕ ਨਹੀਂ ਹੈਗੀ ਅੱਜ। ਮੈਂ ਸੁਭਾਵਕ ਹੀ ਕਹਿੰਦਾ ਵੀ ਪੁੱਤ ਤੂੰ ਵੀ ਠੀਕ ਨਹੀਂ ਲੱਗਦੀ ਮੈਨੂੰ ਅੱਜ। ਤੇ ਉਹਦਾ ਜਵਾਬ ਕੀ ਹੈ, ਜਿਵੇਂ ਮੇਰਾ ਭਰਾ ਹੀ ਹੈ, ਦੋਨੇ ਭੈਣ ਭਰਾ ਹੋ। ਤੇ ਹੁਣ ਇੱਕ ਕਿਵੇਂ ਇਫੈਕਟ ਜਾ ਰਿਹਾ ਵੀ ਤੁਹਾਡੀ ਜਿਹੜੀ ਘਰ ਦੇ ਵਿੱਚ ਮਾਪਿਓ ਨੇ ਜਿਹੜੀ ਲੜਾਈ ਲੜੀ ਹੈ, ਉਹ ਜਿਹੜੀ ਲੜਾਈ ਹੈਗੀ ਆ, ਉਹ ਲੜਾਈ ਦਾ ਬੱਚੇ ਦੇ ਬ੍ਰੇਨ ਤੇ ਕਿਵੇਂ ਅਸਰ ਜਾ ਰਿਹਾ, ਤੇ ਉਹ ਕਿਵੇਂ ਆਪਣੀ ਕਲਾਸ ਦੇ ਵਿੱਚ ਵੀ ਉਦਾਸ ਬੈਠਾ ਤੇ ਉਹਦੇ ਦਿਮਾਗ 'ਚ ਕਿੰਨਾ ਕੁਛ ਰਿਪੀਟ ਹੋ ਰਿਹਾ ਜਿਹੜਾ ਪਿੱਛੇ ਵਾਪਰਿਆ ਹੈਗਾ, ਤੇ ਕਿੰਨੀ ਇਨਸਿਕਿਉਰਿਟੀ ਫੀਲ ਹੋ ਰਹੀ ਹੈਗੀ ਹੈ। ਸੋ ਨੈਚੁਰਲੀ ਜਿੰਨਾ ਘਰਾਂ ਦੇ ਵਿੱਚ ਮਾਪਿਓ ਦਾ ਝਗੜਾ ਜ਼ਿਆਦਾ ਰਹਿੰਦਾ ਹੈਗਾ, ਤੇ ਉੱਥੇ ਬੱਚੇ ਬੈਲੈਂਸ ਪਰਸਨੈਲਿਟੀ ਵਾਲੇ ਗਰੋ ਨਹੀਂ ਕਰਦੇ ਹੈਗੇ। ਜਿੱਥੇ ਮਾਪਿਓ ਜਿਹੜੇ ਆ ਬਹੁਤ ਇੱਕ ਦੂਜੇ ਨਾਲ ਸਹਿਯੋਗੀ ਹੈਗੇ ਆ ਤੇ ਇੱਕ ਫੈਮਿਲੀ ਦੇ ਰੂਪ 'ਚ ਕੰਮ ਕਰਦੇ ਹੈਗੇ, ਉਹਨਾਂ ਦੇ ਬੱਚਿਆਂ ਦੀ ਲੰਬੇ ਭਵਿੱਖ ਜਾ ਕੇ ਜ਼ਿਆਦਾ ਪ੍ਰਾਪਤੀ ਦੇ ਸਾਧਨ ਬਣ ਜਾਂਦੇ ਹੈਗੇ ਜੀ। ਸੋ ਜਦੋਂ ਆਪਾਂ ਤੁਸੀਂ ਗੱਲ ਕੀਤੀ ਹੈ ਟੀਚਰ ਦੀ, ਐਜ਼ ਏ ਟੀਚਰ ਆਪਾਂ ਕਹਿ ਸਕਦੇ ਹਾਂ ਕਿ ਜੇ ਖਾਸ ਕਰਕੇ ਜੇ ਆਪਾਂ ਹਿੰਦੁਸਤਾਨ ਪੰਜਾਬ ਦੀ ਗੱਲ ਕਰੀਏ ਤਾਂ ਉੱਥੇ ਸਕੂਲ ਵੱਡੇ ਆ, ਪਰ ਆਪਾਂ ਕਹਿ ਲਈਏ ਟੀਚਰ ਵੈਲ ਐਜੂਕੇਟਡ ਨਹੀਂ, ਉਹਨਾਂ ਨੂੰ ਚਾਈਲਡ ਸਾਈਕੋਲੋਜੀ ਬਾਰੇ ਇੰਨਾ ਨਹੀਂ ਪਤਾ ਜਿੰਨਾ ਹੋਣਾ ਚਾਹੀਦਾ, ਕਿਉਂਕਿ ਉਹਨਾਂ ਨੇ ਇੱਕ ਬੱਚੇ ਦੀ ਸ਼ਖਸੀਅਤ ਬਣਾਉਣ ਦੇ ਵਿੱਚ ਇੱਕ ਬਹੁਤ ਵੱਡਾ ਰੋਲ ਪਲੇ ਕਰਨਾ ਹੁੰਦਾ।
ਸੋ ਕਈ ਵਾਰੀ ਆਪਾਂ ਵੱਡੇ ਸਕੂਲ ਦੇਖ ਲੈਂਦੇ ਆ, ਪਰ ਉੱਥੇ ਦੇ ਟੀਚਰ ਕੁਆਲਿਟੀ ਜਿਹੜੀ ਹੈਗੀ ਆ ਉਹ ਕਈ ਵਾਰੀ ਪੂਅਰ ਹੁੰਦੀ ਹੈਗੀ ਆ, ਜਾਂ ਕਹਿ ਦਈਏ ਕਿ ਅਨਟ੍ਰੇਨਡ ਜਾਂ ਉਸ ਲੈਵਲ ਤੱਕ ਦੇ ਟੀਚਰ ਨਹੀਂ ਹੁੰਦੇ, ਜੋ ਕਿ ਕਿਉਂਕਿ ਜਿਹੜੀ ਆਪਾਂ ਹੁਣ ਬੈਚਲਰ ਆਫ ਐਜੂਕੇਸ਼ਨ ਦੀ ਉਹ ਗੱਲ ਕਰ ਲਈਏ, ਜਦੋਂ ਬੀਐਡ ਕਰਦੇ ਹੋ ਤਾਂ ਚਾਈਲਡ ਸਾਈਕੋਲੋਜੀ ਕਾਫੀ ਸਾਰੀ ਪੜ੍ਹਾਈ ਜਾਂਦੀ ਹੈ। ਹਾਂਜੀ ਹਾਂਜੀ। ਤਾਂ ਕਿ ਇੱਕ ਅਧਿਆਪਕ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ, ਉਹ ਬੱਚਿਆਂ ਦੀ ਉਹਦੀ ਤੇ ਕੀ ਪ੍ਰਭਾਵ ਪੈਂਦਾ, ਬੱਚੇ ਦੀ ਪਰਸਨੈਲਿਟੀ 'ਤੇ ਕੀ ਪ੍ਰਭਾਵ ਪੈਂਦਾ। ਔਰ ਬਲਵਿੰਦਰ ਜੀ, ਅਸੀਂ ਇੰਡੀਆ ਦੇ ਵਿੱਚ ਇੱਕ ਸੈਮੀਨਾਰ ਕੀਤਾ ਸੀਗਾ, ਔਰ ਅਸੀਂ ਕੋਸ਼ਿਸ਼ ਜਾਣਨ ਦੀ ਕੀਤੀ ਕਿ ਜਿਹੜੇ ਸਾਡੇ ਕੋਲੇ, ਕਿਉਂਕਿ ਗ੍ਰੈਜੂਏਸ਼ਨ ਵਾਲੇ ਬੱਚੇ ਬੈਠੇ ਸੀਗੇ, ਹਾਂਜੀ, ਬਈ ਤੁਹਾਡਾ ਰੋਲ ਮਾਡਲ ਜਿਹੜਾ ਹੈਗਾ ਉਹ ਕੀ ਆ। ਸੋ ਜੋ ਰੋਲ ਮਾਡਲ ਤਾਂ ਸਾਨੂੰ ਜਾਣੀ ਅਸੀਂ ਤਕਰੀਬਨ ਕੋਈ 100 ਸਟੂਡੈਂਟ ਸੀਗਾ, ਉਹਨਾਂ ਕੋਲੋਂ ਜਦੋਂ ਅਸੀਂ ਉਹ ਸਰਵੇ ਲਿਆ ਸਾਰਿਆਂ ਕੋਲੋਂ, ਦੇ ਰੋਲ ਮਾਡਲ ਤੁਸੀਂ ਲਿਖ ਕੇ ਦਿਓ ਉਹਦੀ ਪਰਚੀ ਦੇ ਵਿੱਚ। ਔਰ ਸਾਨੂੰ ਇਹ ਜਾਣ ਕੇ ਬੜੀ ਜਾਣੀ ਹੈਰਾਨੀ ਹੋਈ ਕਿ ਉਹਦੇ ਵਿੱਚ ਪੇਰੈਂਟਸ ਅਤੇ ਟੀਚਰ ਦਾ ਨਾਂ ਗਾਇਬ ਸੀਗਾ। ਸੋ ਉਹਨਾਂ ਦੇ ਰੋਲ ਮਾਡਲ ਕੁਛ ਹੋਰ ਹੀ ਸੀਗੇ। ਮੈਂ ਤੁਹਾਡੀ ਗੱਲ ਨੂੰ ਸਮਝ ਗਿਆ ਜੀ, ਜਿਹੜੀ ਗੱਲ ਤੁਸੀਂ ਕਹਿਣਾ ਚਾਹੁੰਦੇ ਹੋ ਜੀ। ਹੁਣ ਕਈ ਵਾਰ ਜਿਹੜੀ ਹੈ ਮਿਸਕਨਸੈਪਸ਼ਨਸ ਹੁੰਦੀਆਂ ਨੇਗੀਆਂ, ਜਿਵੇਂ ਤੁਸੀਂ ਰੋਲ ਮਾਡਲ ਦੀ ਗੱਲ ਕੀਤੀ, ਉਹਦੇ ਵਿੱਚ ਟੀਚਰ ਵੀ ਨਹੀਂ ਹੈਗਾ, ਉਹਦੇ ਵਿੱਚ ਪੇਰੈਂਟਸ ਵੀ ਨਹੀਂ ਹੈਗਾ ਜੀ। ਤੇ ਜਿਹੜਾ ਜਿਹਨੇ ਨੂੰ ਟੀਚ ਕੀਤਾ ਜਾਂ ਜਿਹਦੇ ਕੋਲੋਂ ਉਹਨੇ ਗਰੋਥ ਲਈ ਹੈਗੀ ਹੈ, ਜੇ ਉਹਦੇ ਰੋਲ ਮਾਡਲ 'ਚ ਨਹੀਂ ਹੈਗੇ ਤਾਂ ਤੁਸੀਂ ਕਿਸੇ ਜਿਹੜਾ ਫਿਲਮੀ ਹੀਰੋ ਨੂੰ ਰੋਲ ਮਾਡਲ ਨਹੀਂ, ਜੇ ਤੁਸੀਂ ਮੰਨ ਲਿਆ ਤਾਂ ਤੁਸੀਂ ਗਲਤੀ ਤੇ ਹੈਗੇ ਹੋ। ਜੀ। ਕਿਉਂਕਿ ਉਹ ਜਿਹੜਾ ਉਸ ਨੂੰ ਰੋਲ ਮਾਡਲ ਬਣਾ ਕੇ ਦੇਖ ਰਿਹਾ ਹੈਗਾ, ਜੇ ਉਹਨੇ ਮਤਲਬ ਵੱਡੀ ਉਮਰ 'ਚ ਵੀ ਤੁਹਾਨੂੰ ਇਹੀ ਕਿਹਾ ਮੇਰਾ ਰੋਲ ਮਾਡਲ ਤਾਂ ਫਲਾਨਾ ਹੈਗਾ, ਉਹਦੀ ਪਰਸਨਲ ਲਾਈਫ ਬਾਰੇ ਉਹ ਕੁਝ ਨਹੀਂ ਜਾਣਦਾ। ਇੱਕ 3 ਘੰਟੇ ਜਾਂ 2.5 ਘੰਟੇ ਦੀ ਪਿਕਚਰ ਦੇ ਵਿੱਚ ਉਹਦੇ ਇੱਕ ਰੋਲ ਨੂੰ ਦੇਖ ਰਿਹਾ ਉਹ। ਜੀ ਜੀ। ਇਹ ਠੀਕ ਹੈ, ਉਹਦੇ 'ਚ ਰੋਲ ਨੂੰ ਦੇਖ ਕੇ ਲੱਗਦਾ ਵੀ ਰੋਲ ਕਾਫੀ ਉਹਦਾ ਚੰਗਾ ਲੱਗ ਰਿਹਾ ਉਹਨੂੰ, ਉਹਦੇ ਵਿੱਚ ਕੁਝ ਗੁਣ ਦਿਖਾਏ ਹੋਏ ਆ ਜਿਹੜੇ ਆਪਣੇ 'ਚੋਂ ਲਿਜਾਣਾ ਚਾਹੁੰਦਾ ਹੈਗਾ। ਜੀ। ਪਰ ਨਾਲ ਮੈਂ ਇੱਕ ਸਿੰਪਲ ਜੀ ਇੱਕ ਟੀਚਰ ਦਾ ਅਸਰ ਜਿਹੜਾ ਹੁੰਦਾ ਤੁਹਾਡੇ ਤੇ ਕਿਸ ਤਰ੍ਹਾਂ ਦਾ ਜਾਂਦਾ ਹੈਗਾ। ਜੀ। ਤੁਸੀਂ ਕਿਸੇ ਉਮਰ ਚਲੇ ਜਾਓ, ਮੈਂ ਹੁਣ ਇਸ ਟਾਈਮ ਤੇ ਨੀਅਰ ਅਬਾਊਟ ਮਤਲਬ 60 ਤੋਂ ਬਾਭਾਂਗਾ ਜੀ। ਤੇ ਟੀਚਰਾਂ ਦੇ ਪ੍ਰਭਾਵ ਤਾਂ ਮੇਰੇ ਤੇ ਹੁਣ ਵੀ ਹੈਗੇ ਆ। ਮੈਂ ਮੈਂਗਲੋਰ ਯੂਨੀਵਰਸਿਟੀ 'ਚ ਪੜ੍ਹਦਾ, ਅਚਾਨਕ ਹੀ ਮੇਰੇ ਮਤਲਬ ਸਾਡੇ ਮਿਸਟਰ ਰੰਗਨ ਸਾਡੇ ਪ੍ਰੋਫੈਸਰ ਹੁੰਦੇ ਸੀਗੇ ਜੀ, ਜਿਹੜੇ ਸਾਨੂੰ ਮਤਲਬ ਫਿਜ਼ਿਕਸ ਪੜ੍ਹਾਉਂਦੇ ਸੀ। ਉਹਦੇ ਵਿੱਚ ਐਮਪੀਆਰ ਦੇ ਵਿੱਚ ਸਬਜੈਕਟ ਸੀਗਾ, ਮਤਲਬ ਮਕੈਨਿਜ਼ਮ ਤੇ ਸੀਗਾ ਉਹ, ਵੀ ਕਿਵੇਂ ਮਤਲਬ ਇੱਕ ਫੋਰਸ ਨੂੰ ਅਸੀਂ ਜਿਹੜੀ ਹੈ ਹਾਈਟ 'ਚ ਬਦਲਣਾ ਹੈ ਜਾਂ ਕਿਵੇਂ ਸਪੀਡ 'ਚ ਬਦਲਣਾ ਹੈ, ਇਸ ਤਰ੍ਹਾਂ ਦਾ ਉਹ ਸਾਰਾ ਮਕੈਨਿਜ਼ਮ ਸੀ ਜਿਹੜਾ ਫਿਜ਼ਿਕਸ ਨਾਲ ਜੁੜਿਆ ਸੀਗਾ। ਤਾਂ ਉਹ ਟੀਚਰ ਜਿਹੜਾ ਸੀਗਾ, ਜਦੋਂ ਉਹ ਕਲਾਸ 'ਚ ਆਉਂਦਾ ਸੀਗਾ, ਇੱਕ ਤਾਂ ਉਹਦੀ ਮਤਲਬ ਜਿਹੜੀ ਗੱਲਬਾਤ ਟੂ ਦੀ ਪੁਆਇੰਟ ਤੇ ਰਿਐਲਿਟੀ ਦੇ ਨੇੜੇ ਹੋਣੀ, ਗੱਲਬਾਤ ਦਾ ਲਹਿਜ਼ਾ, ਜੇ ਕੋਈ ਕੁਐਸਚਨ ਆਉਂਦਾ ਤਾਂ ਉਹਨੇ ਕੁਐਸਚਨ ਨੂੰ ਨੀਂਹ ਨਾਲ ਸੁਣ ਕੇ ਉਹਨੂੰ ਫਿਰ ਪ੍ਰੋਪਰ ਢੰਗ ਨਾਲ ਮਤਲਬ ਜਵਾਬ ਦੇਣਾ, ਤੇ ਬੰਦੇ ਦੇ ਅੰਦਰ ਐ ਮਹਿਸੂਸ ਕਰਨ ਲਾ ਦੇਣਾ ਵੀ ਜਵਾਬ ਇਸ ਤਰ੍ਹਾਂ ਹੀ ਚਾਹੀਦਾ ਸੀ ਦੇਣਾ। ਹੁਣ ਉਹ ਮਿਸਟਰ ਰੰਗਨ ਕੋਲੇ ਮੈਂ ਚਲਿਆ ਗਿਆ, ਕਿਉਂਕਿ ਮੈਂ ਉਹਨੂੰ ਕਿਹਾ ਵੀ ਮੈਂ ਤਾਂ ਆਰਟਸ ਦਾ ਸਟੂਡੈਂਟ ਰਿਹਾਗਾ ਤੇ ਮੈਂ ਪਰ ਇਹ ਮਕੈਨਿਜ਼ਮ ਦਾ ਸਬਜੈਕਟ ਲੈਣਾ ਚਾਹੁੰਦਾ, ਮੈਂ ਰੀਕ੍ਰੀਏਸ਼ਨ ਵਾਲਾ ਸਬਜੈਕਟ ਨਹੀਂ ਲੈਣਾ ਚਾਹੁੰਦਾ। ਉਹਨੇ ਮੈਨੂੰ ਸਵਾਲ ਕੀਤਾ, ਤੂੰ ਸਾਇੰਸ ਨਹੀਂ ਪੜ੍ਹੀ, ਤੈਨੂੰ ਪ੍ਰੋਬਲਮ ਆ ਸਕਦੀ ਹੈ ਪੜ੍ਹਨ ਦੇ ਵਿੱਚ। ਮੈਂ ਕਿਹਾ ਮੈਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ, ਮੈਨੂੰ ਪੜ੍ਹਨ ਦੀ ਕੋਈ ਸਮੱਸਿਆ ਨਹੀਂ ਹੈਗੀ, ਕੀ ਤੁਸੀਂ ਮੈਨੂੰ ਸਹਿਯੋਗ ਦੇ ਸਕਦੇ ਹੋ? ਤੇ ਟੀਚਰ ਦਾ ਕੀ ਜਵਾਬ ਸੀਗਾ, ਰਾਤ ਨੂੰ 12 ਵਜੇ ਵੀ ਮੇਰਾ ਗੇਟ ਤੇਰੇ ਲਈ ਖੁੱਲ੍ਹਾ ਹੈ, ਤੁਸੀਂ ਆਪਣੀ ਸਮੱਸਿਆ ਵਾਸਤੇ ਜਦੋਂ ਮਰਜ਼ੀ ਮੇਰਾ, ਜੇ ਤੁਸੀਂ ਤੁਹਾਡੇ 'ਚ ਇੰਨੀ ਜ਼ਰੂਰਤ ਹੈ ਕੁਛ ਕਰਨ ਦੀ ਤਾਂ ਮੈਂ ਕੁੰਡਾ ਖੜਕਾਓ, ਮੈਂ ਤੁਹਾਡੇ ਲਈ ਰਾਤ ਨੂੰ ਹੀ ਪੜ੍ਹਾਊਂਗਾ ਤੁਹਾਨੂੰ। ਹੁਣ ਜਿਹੜਾ ਟੀਚਰ ਦਾ ਇਹ ਜਵਾਬ ਹੈ, ਚਾਹੇ ਉਸ ਤੋਂ ਬਾਅਦ ਉਹਨੇ ਪੜ੍ਹਿਆ ਸੀ, ਮੈਂ ਉਹਦੇ 'ਚੋਂ ਸਾਰਾ ਚੰਗੇ ਨੰਬਰ ਲੈ ਕੇ ਫਸਟ ਕਲਾਸ ਤੋਂ ਉੱਪਰ ਨੰਬਰ ਲੈ ਕੇ ਸਾਰਾ ਕੁਝ ਕਰ ਲਿਆ, ਪਰ ਉਹ ਟੀਚਰ ਅੱਜ ਵੀ ਮੈਂ 70 ਸਾਲ ਦੇ ਨੇੜੇ ਪਹੁੰਚਣ ਵਾਲਾ ਹੋ ਗਿਆ, ਉਹ ਟੀਚਰ ਮੇਰੇ ਦਿਮਾਗ 'ਚੋਂ ਨਹੀਂ ਨਿਕਲਿਆ, ਮੇਰਾ ਮਾਡਲ ਬਣ ਗਿਆ ਉਸ ਕਿਸਮ ਦਾ ਇੱਕ। ਤੇ ਐਵੇਂ ਸਕੂਲ ਦੇ ਵਿੱਚ ਵੀ ਟੀਚਰ ਤੁਹਾਡੇ ਮਾਡਲ ਬਣਦੇ ਆ। ਜਿਵੇਂ ਆਪਾਂ ਪਰਸਨੈਲਿਟੀ ਦੀ ਗੱਲ ਹੀ ਚੱਲ ਰਹੀ ਹੈ, ਜ਼ਿਆਦਾ ਆਪਣੀ ਸ਼ਖਸੀਅਤ ਦੀ ਗੱਲ ਕਰ ਰਹੀ ਹੈਗੀ ਹੈ, ਹੁਣ ਦਿੱਖ ਦੀ ਗੱਲ ਹੈਗੀ ਹੈ। ਹੁਣ ਇੱਕ ਟੀਚਰ ਜਦੋਂ ਸਕੂਲ ਦੇ ਵਿੱਚ ਆਉਂਦਾ ਹੈਗਾ ਤੇ ਉਹਦੇ ਟੀਚਰ ਸਦਾ ਟੀਚਰ ਹੁੰਦਾ ਹੈ, ਰਿਟਾਇਰਮੈਂਟ ਤੋਂ ਬਾਅਦ ਵੀ ਟੀਚਰ ਆ ਉਹ, ਬਿਲਕੁਲ, ਕਿਉਂਕਿ ਉਹਨੇ ਸਟੂਡੈਂਟ ਆਪਣੇ ਪੈਦਾ ਕੀਤੇ ਹੋਇਆ, ਉਹ ਖਬਰ ਹੈ ਕਿਹੜੇ ਕੋਨੇ 'ਚ ਬੈਠੇ ਹੈਗੇ ਆ, ਉਹਦਾ ਪ੍ਰਭਾਵ ਕਿਤੇ ਵੀ ਲੈ ਸਕਦੇ ਆ। ਮੈਂ ਟੀਚਰ 'ਚ ਰਿਹਾ, ਮੇਰਾ ਜੇ ਮੇਰੇ ਸਟੂਡੈਂਟ ਜੇ ਕਿਤੇ ਸੁਣਦੇ ਹੋਣਗੇ, ਨੈਚੁਰਲੀ ਉਹਨੂੰ ਪ੍ਰਭਾਵ ਜਦ ਲੈਣਾ ਹੀ ਲੈਣਾ ਉਹਨੇ ਇਸ ਗੱਲ ਦਾ ਜਾ ਕੇ, ਤੇ ਉਹਨੂੰ ਸਦਾ ਟੀਚਰ ਵਾਂਗੂ ਹੀ ਬਿਹੇਵ ਕਰਨਾ ਚਾਹੀਦਾ ਹੈਗਾ। ਹੁਣ ਕਈ ਵਾਰ ਵਾਪਰਦਾ, ਜਿਵੇਂ ਆਪਾਂ ਜਾਂਦੇ ਆਂਗੇ ਤੇ ਟੀਚਰ ਜਾਂਦਾ ਹੈ ਕਲਾਸ ਦੇ ਵਿੱਚ, ਚਾਹੇ ਉਹਨੇ ਰਾਤ ਨੂੰ ਡਰਿੰਕ ਕੀਤੀ ਹੈ, ਹਾਲਾਂਕਿ ਉਹਦਾ ਸਕੂਲ ਦੀ ਐਜੂਕੇਸ਼ਨ ਨਾਲ ਉਵੇਂ ਕੋਈ ਸੰਬੰਧ ਨਹੀਂ, ਉਹਦੇ ਘਰ ਨਾਲ ਸੰਬੰਧ ਹੈਗਾ, ਪਰ ਜੇ ਟੀਚਰ ਦੇ ਉੱਤੇ ਮਤਲਬ ਉਸ ਸਮੇਂ ਮਤਲਬ ਉਹਦੇ ਮੂੰਹ 'ਚੋਂ ਸਮੈਲ ਆ ਰਹੀ ਹੈਗੀ ਹੈ, ਉਹਦੀ ਦਾੜੀ ਪ੍ਰੋਪਰ ਜੇ ਉਹਨੇ ਰੱਖੀ ਹੋਈ ਹੈ ਨਹੀਂ, ਉਹਦੀ ਮਤਲਬ ਸੈੱਟ ਕੀਤੀ ਹੋਈ, ਪੱਗ ਦੇ ਵਿੱਚ ਪ੍ਰੋਪਰ ਢੰਗ ਨਾਲ ਪੱਗ ਨਹੀਂ ਰੱਖੀ ਹੋਈ ਹੈਗੀ, ਉਹਦਾ ਬੱਚਿਆਂ 'ਤੇ ਕੀ ਪ੍ਰਭਾਵ ਜਾਣਾ ਹੈ? ਪਹਿਲਾ ਪ੍ਰਭਾਵ ਇਹੀ ਜਾਣਾ ਵੀ ਉਹ ਬੱਚੇ ਜੋ ਚੰਗਾ ਵੀ ਪੜ੍ਹਾਊਗਾ ਤਾਂ ਵੀ ਉਹਨੂੰ ਐਕਸੈਪਟ ਕਰਨ ਦੀ ਕੋਸ਼ਿਸ਼ ਨਹੀਂ ਕਰਨਗੇ। ਤੇ ਇੱਕ ਟੀਚਰ ਤੁਹਾਡੇ ਕੋਲੇ ਐ ਬਣ ਤਣ ਕੇ ਆਉਂਦਾ ਤੇ ਬੜਾ ਪੋਲਾਈਟ ਵੇ ਨਾਲ ਬਿਹੇਵ ਕਰਦਾ, ਤੁਹਾਡੀਆਂ ਸਮੱਸਿਆਵਾਂ ਸੁਣਦਾ ਤੇ ਉਹਦੇ ਹੱਲ ਕੱਢਣ ਦੀ ਕੋਸ਼ਿਸ਼ ਕਰਦਾ, ਨੈਚੁਰਲੀ ਉਹਦਾ ਪ੍ਰਭਾਵ ਜਿਹੜਾ ਹੈਗਾ
ਐਵਰ ਜਦੋਂ ਤੱਕ ਜ਼ਿੰਦਗੀ ਹੈਗੀ ਆ ਬਣਿਆ ਰਹਿਣਾ ਹੈਗਾ ਜੀ। ਤੇ ਇਹ ਪ੍ਰਭਾਵ ਜਿਹੜੇ ਆ ਨਾ, ਜਿਹਨੂੰ ਰੋਲ ਮਾਡਲ ਟੀਚਰ ਹੀ ਹੋਣੇ ਚਾਹੀਦੇ ਹੈਗੇ, ਤੇ ਟੀਚਰਾਂ ਨੂੰ ਵੀ ਰੋਲ ਮਾਡਲ ਬਣਨਾ ਚਾਹੀਦਾ ਜੀ। ਉਮੀਦ ਹੈ ਜੀ ਤੁਹਾਨੂੰ ਅੱਜ ਦੀ ਸਾਡੀ ਜਿਹੜੀ ਗੱਲਬਾਤ ਆ ਉਹ ਪਸੰਦ ਆ ਰਹੀ ਹੋਵੇਗੀ, ਔਰ ਅਸੀਂ ਗੱਲਬਾਤ ਕਰ ਰਹੇ ਹਾਂ ਪਰਸਨੈਲਿਟੀ ਡਿਵੈਲਪਮੈਂਟ ਉੱਤੇ, ਔਰ ਅਸੀਂ ਜਿਹੜੇ ਫਸਟ ਫੇਜ਼ ਹੈਗਾ ਚਾਈਲਡ ਪਰਸਨੈਲਿਟੀ ਉਹਦੇ ਉੱਪਰ ਥੋੜ੍ਹੀ ਜਿਹੀ ਗੱਲਬਾਤ ਕੀਤੀ ਆ, ਔਰ ਸਮਾਂ ਬ੍ਰੇਕ ਦਾ ਹੋਇਆ ਜੀ। ਬ੍ਰੇਕ ਤੋਂ ਬਾਅਦ ਤੁਹਾਡੇ ਨਾਲ ਇਸੇ ਵਿਸ਼ੇ ਦੇ ਉੱਤੇ ਗੱਲਬਾਤ ਜਾਰੀ ਰਹੇਗੀ। ਪਲੀਜ਼ ਡੋਂਟ ਚੇਂਜ ਦਾ ਚੈਨਲ। ਅਸੀਂ ਹੁਣੇ ਗਏ ਤੇ ਹੁਣੇ ਆਏ। ਕੀ ਤੁਸੀਂ ਕਿਸੇ ਮਾਨਸਿਕ ਪਰੇਸ਼ਾਨੀ ਦਾ ਸ਼ਿਕਾਰ ਹੋ ਜਾਂ ਨਿਊ ਕਮਰ ਹੋਣ ਕਰਕੇ ਕੈਨੇਡਾ ਵਿੱਚ ਸੈਟਲ ਹੋਣ 'ਚ ਦਿੱਕਤ ਆ ਰਹੀ ਹੈ? ਜ਼ਿੰਦਗੀ ਦੀ ਇਸ ਕਠਿਨਾਈ ਭਰੇ ਦੌਰ 'ਚੋਂ ਲੰਘਣਾ ਸੱਚਮੁੱਚ ਬੜਾ ਮੁਸ਼ਕਿਲ ਹੈ। ਪੰਜਾਬੀ ਕਮਿਊਨਿਟੀ ਹੈਲਥ ਸਰਵਿਸਿਜ਼ ਇੱਕ ਐਸੀ ਸਮਾਜ ਸੇਵੀ ਸੰਸਥਾ ਹੈ ਜੋ ਗ੍ਰੇਟਰ ਟੋਰਾਂਟੋ ਏਰੀਆ ਵਿੱਚ ਸਿਹਤ ਸਮੱਸਿਆ, ਸੈਟਲਮੈਂਟ ਭਾਸ਼ਾ ਸਿੱਖਣੀ ਹੋਵੇ ਜਾਂ ਨਸ਼ਾ ਛੁਡਾਉਣਾ ਹੋਵੇ, ਹਰ ਤਰ੍ਹਾਂ ਦੀਆਂ ਸੇਵਾਵਾਂ ਮੁਹੱਈਆ ਕਰਦੀ ਹੈ। ਜੇਕਰ ਤੁਸੀਂ ਵੀ ਇਹਨਾਂ ਸੇਵਾਵਾਂ ਦਾ ਲਾਭ ਲੈਣਾ ਚਾਹੁੰਦੇ ਹੋ ਤਾਂ ਸਾਡੇ ਫੋਨ ਨੰਬਰ 9056770889 ਤੇ ਕਾਲ ਕਰੋ। ਜੀ ਹਾਂ, 9056770889 ਤੇ ਕਾਲ ਕਰੋ। ਵਧੇਰੇ ਜਾਣਕਾਰੀ ਲਈ www.pchs4u.com ਤੇ ਜਾਓ। ਈਮੇਲ ਵੀ ਕਰ ਸਕਦੇ ਹੋ info@pchs4u.com। Punjabi Community Health Services, serving diverse communities. ਕਮਿਊਨਿਟੀ ਕਨੈਕਸ਼ਨ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਇੱਕ ਵਾਰੀ ਫੇਰ ਜੀ ਆਇਆਂ ਤੇ ਪ੍ਰੋਗਰਾਮ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ। ਗੱਲਬਾਤ ਚੱਲ ਰਹੀ ਹੈ ਪਰਸਨੈਲਿਟੀ ਡਿਵੈਲਪਮੈਂਟ ਉੱਤੇ, ਔਰ ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਮੂਲੀਅਤ ਕਰ ਰਹੇ ਨੇ ਬਲਵਿੰਦਰ ਬਰਨਾਲਾ ਜੀ। ਆਪਾਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਇੱਕ ਵਾਰੀ ਫੇਰ, ਤੇ ਫੇਰ ਪ੍ਰੋਗਰਾਮ ਦੇ ਦੂਸਰੇ ਹਿੱਸੇ ਵੱਲ ਜਾਂਦੇ ਹਾਂ। ਬਲਵਿੰਦਰ ਜੀ, ਪ੍ਰੋਗਰਾਮ ਦੇ ਦੂਸਰੇ ਹਿੱਸੇ ਵਿੱਚ ਬਹੁਤ-ਬਹੁਤ ਸਵਾਗਤ ਹੈ ਜੀ। ਤੁਹਾਡਾ ਵੀ ਧੰਨਵਾਦ। ਸੋ ਜਿਹੜੇ ਦਰਸ਼ਕ ਸਾਡੇ ਨਾਲ ਹੁਣੇ ਜੁੜੇ ਆ, ਅਸੀਂ ਪਰਸਨੈਲਿਟੀ ਡਿਵੈਲਪਮੈਂਟ ਉੱਪਰ ਗੱਲਬਾਤ ਕਰ ਰਹੇ ਹਾਂ, ਔਰ ਉਹਦੇ ਵਿੱਚ ਚਾਈਲਡ ਪਰਸਨੈਲਿਟੀ, ਬੱਚੇ ਦੀ ਜਿਹੜੀ ਸ਼ਖਸੀਅਤ ਆ ਉਹ ਕਿਸ ਤਰ੍ਹਾਂ ਵਿਕਸਿਤ ਕਰਦੀ ਆ, ਔਰ ਕਿਹੜੇ ਫੈਕਟਰ ਆ ਉਹਦੇ ਜਿਹੜੇ, ਜਾਂ ਕਿਹੜੇ ਆਪਾਂ ਕਹਿ ਸਕਦੇ ਹਾਂ ਕਿ ਗੱਲਾਂ ਬਾਤਾਂ ਉਹਨੂੰ ਪ੍ਰਭਾਵਿਤ ਕਰਦੀਆਂ ਉਹਦੀ ਪਰਸਨੈਲਿਟੀ ਨੂੰ। ਉਹਦੇ ਬਾਰੇ ਆਪਾਂ ਨੇ ਗੱਲਬਾਤ ਕੀਤੀ ਹੈ, ਜਿਹਦੇ 'ਚ ਮਾਪਿਆਂ ਦਾ ਅਤੇ ਟੀਚਰਸ ਦਾ ਬਹੁਤ ਵੱਡਾ ਹੱਥ ਹੁੰਦਾ। ਸੋ ਬਲਵਿੰਦਰ ਜੀ, ਜੇ ਆਪਾਂ ਦੂਸਰੇ ਪੜਾਅ ਵੱਲ ਚੱਲੀਏ, ਜਦੋਂ ਆਪਾਂ ਅਡਲਟ ਪਰਸਨੈਲਿਟੀ ਦੀ ਗੱਲ ਕਰਦੇ ਹਾਂ, ਤੋ ਕੁਛ ਤਾਂ ਜਿਹੜੀ ਸਾਡੀ ਚਾਈਲਡਹੁੱਡ ਤੋਂ, ਬਚਪਨ ਤੋਂ ਸਾਡੀ ਪਰਸਨੈਲਿਟੀ ਜਿਹੜੀ ਹੈਗੀ ਆ ਉਹ ਬਣ ਜਾਂਦੀ ਹੈ, ਡਿਵੈਲਪ ਹੋ ਜਾਂਦੀ ਹੈ। ਕੁਛ ਸਾਡੀਆਂ ਜਿਹੜੀਆਂ ਵੈਲਿਊਜ਼ ਬਣ ਜਾਂਦੀਆਂ ਪੇਰੈਂਟਸ ਕੋਲੋਂ, ਟੀਚਰ ਕੋਲੋਂ। ਜਦੋਂ ਇੱਕ ਅਡਲਟ, ਕਿਉਂਕਿ ਅਡਲਟ ਨੇ ਸਮਾਜ 'ਚ ਵਿਚਰਨਾ, ਉਹਨੇ ਬਾਹਰ ਦੁਨੀਆਦਾਰੀ ਕਰਨੀ ਆ, ਦੇਖਣਾ, ਯਾਰ ਦੋਸਤ ਬਣਾਉਣੇ ਆ। ਸੋ ਆਪਦੀ ਕਈ ਜਦੋਂ ਆਪਾਂ ਵੇਖਦੇ ਕਿ ਅਡਲਟ ਦੇ ਵਿੱਚ ਉਹਨਾਂ ਨੇ ਆਪਦੇ ਕੈਰੀਅਰ ਦੀ ਚੋਣ ਵੀ ਕਰਨੀ ਆ। ਸੋ ਇਹ ਸਾਰੀਆਂ ਜਿਹੜੀਆਂ ਗੱਲਾਂ ਬਾਤਾਂ ਹੈਗੀਆਂ ਬੱਚੇ ਦੀ ਪਰਸਨੈਲਿਟੀ ਤੋਂ ਲੈ ਕੇ ਜਦੋਂ ਅਡਲਟ ਪਰਸਨੈਲਿਟੀ ਦੇ ਵਿੱਚ ਚੇਂਜ ਹੁੰਦਾ, ਕਿਹੜੀਆਂ ਚੇਂਜਸ ਆਉਂਦੀਆਂ ਬੰਦੇ ਦੇ ਵਿੱਚ ਜਾਂ ਇੱਕ ਇਨਸਾਨ ਦੇ ਵਿੱਚ? ਦੇਖੋ, ਜਿਹੜੀ ਆਪਾਂ ਜਿਵੇਂ ਆਮ ਤੌਰ ਤੇ ਪੋਲੀਟੀਕਲ ਤੌਰ ਤੇ ਦੇਖਦੇ ਹਾਂ ਆਪਾਂ ਵੀ 18 ਸਾਲ ਤੋਂ ਬਾਅਦ ਹੀ ਵੋਟ ਪਾ ਸਕਦਾ, ਹੁਣ ਉਹ ਬਾਲਗ ਹੋ ਗਿਆ। ਹਾਂਜੀ। ਮਤਲਬ ਇੱਥੇ ਸਾਈਕੋਲੋਜੀ 'ਚ ਉਸ ਤਰ੍ਹਾਂ ਦਾ ਟ੍ਰੈਂਡ ਨਹੀਂ ਹੈਗਾ ਵੀ ਅਸੀਂ ਜਿਹੜਾ 18 ਸਾਲ ਦਾ ਹੋ ਗਿਆ ਉਹਨੂੰ ਬਾਲਗ ਮੰਨਾਂਗੇ ਜਾਂ 25 ਸਾਲ ਦੇ ਨੂੰ ਬਾਲਗ ਮੰਨਾਂਗੇ ਜੀ। ਅਸਲ ਵਿੱਚ ਜਿਉਂ-ਜਿਉਂ ਕੋਈ ਬੱਚਾ, ਚਾਹੇ ਉਹ ਟੀਨੇਜ ਚਲਾ ਜਾਂਦਾ ਹੈ, ਚਾਹੇ ਉਹ ਅਡਲਟ ਚਲਾ ਜਾਂਦਾ ਹੈਗਾ, ਜਦੋਂ ਉਹਦੇ 'ਚ ਰੀਅਲਟੀ ਨੂੰ ਜਾਣਨ ਦੀ ਕਰਿਓਸਿਟੀ ਆਉਣ ਲੱਗ ਜਾਂਦੀ ਹੈ ਜੀ। ਮਤਲਬ ਚੀਜ਼ਾਂ ਨੂੰ ਉਹ ਹੂ ਨਹੀਂ ਲੈਂਦਾ ਹੈਗਾ, ਉਹ ਚੀਜ਼ਾਂ ਨੂੰ ਮਤਲਬ ਐਨਾਲਾਈਜ਼ ਕਰਕੇ ਉਹਦੀ ਟਰੁੱਥ ਲੱਭ ਕੇ ਆਪਣੇ ਅੰਦਰ ਐਡ ਕਰਨ ਦੀ ਕੋਸ਼ਿਸ਼ ਕਰਦਾ ਹੈ, ਤਾਂ ਉਹ ਸਮਝੋ ਦੀ ਉਹ ਅਡਲਟ ਪਰਸਨੈਲਿਟੀ ਦੀ ਗਰੋਥ ਦਾ ਪਾਰਟ ਹੈ ਜੀ, ਕਿ ਉਹ ਅਡਲਟ ਹੋਣਾ ਸ਼ੁਰੂ ਹੋ ਗਿਆ ਉਸ ਪਾਸੇ ਨੂੰ। ਹੁਣ ਟੀਨੇਜਰ ਇਮੋਸ਼ਨਲ ਲਾਈਫ ਹੈ ਕਿਸਮ ਦੀ, ਪਰ ਇਹ ਨਹੀਂ ਕਹਿ ਸਕਦੇ ਵੀ ਉਹ ਟੋਟਲੀ ਰਿਐਲਿਟੀ ਤੋਂ ਕੱਟੇ ਹੁੰਦੇ ਆ। ਪਰ ਉਹਨਾਂ ਨੂੰ ਕਈ ਵਾਰ ਕੀ ਹੈ, ਇਮੋਸ਼ਨ ਦੇ ਦਬਾਅ ਥੱਲੇ ਆ ਕੇ ਬਹੁਤ ਸਾਰੀਆਂ ਰਿਐਲਿਟੀ ਤੋਂ ਪਰੇ ਹਟ ਜਾਂਦੇ ਆ, ਜਾਂ ਉਹਨੂੰ ਪਤਾ ਨਹੀਂ ਲੱਗਦਾ ਹੈਗਾ। ਅਸੀਂ ਆਮ ਤੌਰ ਤੇ ਕਹਿੰਦੇ ਹਾਂ ਵੀ ਚੱਲ 20 ਸਾਲ ਤੋਂ ਬਾਅਦ ਜੀ, ਵੀ ਉਸ ਤੋਂ ਬਾਅਦ ਜਾ ਕੇ ਕਾਫੀ ਹੱਦ ਤੱਕ ਉਹਦੇ ਅੰਦਰ ਜਿਹੜਾ ਉਹਦੇ ਬ੍ਰੇਨ ਦੀ ਗਰੋਥ ਹੋਣ ਕਰਕੇ ਉਹਦੇ ਬ੍ਰੇਨ ਦੇ ਨਰਵ ਸੈੱਲ ਜਿਹੜੇ ਹੈ ਮਤਲਬ ਜ਼ਿਆਦਾ ਫੰਕਸ਼ਨ 'ਚ ਆ ਜਾਂਦੇ ਹੈਗੇ, ਜਿਹਦੇ ਕਰਕੇ ਉਹ ਰਿਐਲਿਟੀ ਨੂੰ ਜ਼ਿਆਦਾ ਪਛਾਣਨ ਲੱਗ ਜਾਂਦਾ ਹੈਗਾ ਵੀ ਉਹ ਰਿਐਲਿਟੀ ਦੇਖਦਾ। ਹੁਣ ਜੇ ਕੋਈ ਆਪਾਂ ਬੰਦਾ ਗੱਲਬਾਤ ਵੀ ਕਰ ਰਿਹਾ ਹੈਗਾ, ਤੇ ਜਿਹੜਾ ਅਡਲਟ ਪਰਸਨੈਲਿਟੀ ਹੈ ਉਹਦੀ ਗੱਲਬਾਤ ਨੂੰ ਸੁਣਦਾ ਹੈ, ਸੁਣ ਕੇ ਫਿਰ ਆਪਣੇ ਅੰਦਰ ਐਨਾਲਾਈਜ਼ ਕਰਦਾ ਹੈ ਵੀ ਉਹਦੀ ਗੱਲਬਾਤ ਕਿੰਨੀ ਪ੍ਰਭਾਵਸ਼ਾਲੀ ਸੀ ਜਾਂ ਕਿੰਨੀ ਨਹੀਂ ਸੀ, ਕਿ ਉਹਦੇ 'ਚ ਰਿਐਲਿਟੀ ਕਿੰਨੀ ਕੁ ਸੀ, ਕਿ ਜਾਂ ਉਹ ਹਾਈਪੋਥੀਸਿਸ ਉਹੀ ਬਣਾਈ ਗੱਲ ਕਹੀ ਜਾਂਦਾ ਹੈ, ਜਾਂ ਅਚਾਨਕ ਹੀ ਕੋਈ ਗੱਲਾਂ ਫਾਲਤੂ ਜੋੜ ਕੇ ਵਿੱਚ ਕਹੀ ਜਾ ਰਿਹਾ ਹੈਗਾ, ਵੀ ਉਹਦੇ 'ਚ ਟਰੁੱਥ ਕਿੰਨੀ ਕੁ ਹੈ, ਸੱਚਾਈ ਕਿੰਨੀ ਕੁ ਹੈ। ਜਦੋਂ ਅਸੀਂ ਇਹ ਮਤਲਬ ਆਪਣੇ ਅੰਦਰ ਲੈ ਕੇ ਆਉਣਾ ਸ਼ੁਰੂ ਕਰ ਲਿਆ ਵੀ ਚਾਹੇ ਕੋਈ ਲੈਕਚਰ ਦੇ ਰਿਹਾ, ਚਾਹੇ ਕੋਈ ਕਿਤਾਬ ਪੜ੍ਹ ਰਹੇ ਹੋ ਤੁਸੀਂ, ਉਹਦੇ ਵਿੱਚੋਂ ਤੁਸੀਂ ਕਿਤਾਬ ਨੂੰ ਹੂ ਆਪਣੇ ਅੰਦਰ ਫਿਕਸ ਨਹੀਂ ਕਰਨਾ ਹੁੰਦਾ, ਉਹਨੂੰ ਐਨਾਲਾਈਜ਼ ਕਰਨਾ ਹੁੰਦਾ ਹੈ ਜੀ। ਉਹ ਤਾਂ ਇੱਕ ਰਾਈਟਰ ਦੇ ਐਕਸਪੀਰੀਅੰਸ ਨੇਗੇ, ਤੇ ਐਕਸਪੀਰੀਅੰਸ ਤੇ ਐਕਸਪੈਰੀਮੈਂਟ 'ਚ ਬਹੁਤ ਵੱਡਾ ਅੰਤਰ ਹੁੰਦਾ ਹੈਗਾ ਜੀ। ਐਕਸਪੀਰੀਅੰਸ ਤਾਂ ਤੁਹਾਡਾ ਜਿਹੜਾ ਹੈਗਾ ਅਜੇ ਉਹ ਐਕਸਪੈਰੀਮੈਂਟ ਨਹੀਂ ਹੋਇਆ ਉਹਦੇ ਤੇ,
ਮਤਲਬ ਕਿਸੇ ਕੋਈ ਘਟਨਾ ਦੇ ਵਾਪਰ ਗਈ ਹੈ ਤਾਂ ਮੰਨ ਲਓ ਤੁਸੀਂ ਡੈੱਡ ਬੋਡੀ ਜਿਹੜੀ ਹੈ ਉਹ ਲੈ ਕੇ ਜਾ ਰਹੇ ਨੇ ਤੇ ਉੱਥੇ ਜਾ ਕੇ ਉਹਦਾ ਇੱਕ ਇਫੈਕਟ ਲੈ ਲਿਆ ਤੁਸੀਂ ਆਪਣੇ ਤੇ, ਦੈਟ ਇਜ਼ ਯੋਰ ਐਕਸਪੀਰੀਅੰਸ। ਪਰ ਇਫੈਕਟ ਕਿਹੋ ਜਿਹਾ ਲਿਆਏਗਾ ਅਜੇ ਉਹ ਤਾਂ ਐਨਾਲਾਈਜ਼ ਕਰਨਾ ਹੈਗਾ ਜੀ, ਵੀ ਉਹਦਾ ਇਫੈਕਟ ਬੈਠ ਗਿਆ ਜਾਂ ਤੁਸੀਂ ਲਾਈਫ ਨੂੰ ਸਮਝਣ ਵਾਲੇ ਪਾਸੇ ਨੂੰ ਮੋੜ ਲਿਆ, ਇਹ ਅਲੱਗ ਗੱਲਾਂ ਨੇ ਗੀਆਂ। ਹੁਣ ਜਦੋਂ ਤੱਕ ਸਾਡੀ ਰਿਐਲਿਟੀ ਨੂੰ ਸਮਝਣ ਦੀ ਮਤਲਬ ਸਾਡੇ ਅੰਦਰੋਂ ਕਰਿਓਸਿਟੀ ਨਹੀਂ ਪੈਦਾ ਹੁੰਦੀ, ਅਸੀਂ ਐਨਾਲਾਈਜ਼ ਕਰਨ ਦੀ ਕਿ ਆਪਣੇ ਅੰਦਰ ਉਹ ਸ਼ਕਤੀ ਨੂੰ ਗਰੋ ਨਹੀਂ ਕਰਦੇ ਹੈਗੇ, ਤਦ ਤੱਕ ਅਸੀਂ ਉਸ ਨੂੰ ਮਤਲਬ ਕਿਸੇ ਹਾਲ 'ਚ ਵੀ ਡਾਇਰੈਕਟ ਪਰਸਨੈਲਿਟੀ ਨਹੀਂ ਕਹਿ ਸਕਦੇ ਜੀ। ਸੋ ਜਦੋਂ ਆਪਾਂ ਤੁਸੀਂ ਹੁਣੇ ਜ਼ਿਕਰ ਕੀਤਾ ਕਿ ਜਿਹੜਾ ਆਪਾਂ ਕਿਸੇ ਹੋਰ ਦਾ ਐਕਸਪੀਰੀਅੰਸ ਆ, ਜਿੰਨਾ ਚਿਰ ਆਪਾਂ ਉਹਨੂੰ ਪ੍ਰੈਕਟਿਸ ਨਹੀਂ ਕਰਦੇ ਆਪਾਂ ਉਹਨੂੰ ਯਾਨੀ ਰੀਅਲ 'ਚ ਨਹੀਂ ਮੰਨ ਸਕਦੇ, ਤੁਹਾਡੇ ਕਹਿਣ ਤੋਂ ਇਹੀ ਭਾਵ ਸੀ? ਇਹੀ ਬਿਲਕੁਲ। ਔਰ ਜੇ ਆਪਾਂ ਇੱਕ ਜਦੋਂ ਐਕਸਪੀਰੀਅੰਸ ਜਦੋਂ ਆਪਾਂ ਕਰਦੇ ਹੈਗੇ ਆ ਕਿਸੇ ਦੇ ਦੂਜੇ ਬੰਦੇ ਦੇ ਐਕਸਪੀਰੀਅੰਸ ਨੂੰ ਪ੍ਰੈਕਟਿਸ ਕਰਨ ਦੀ ਕੋਸ਼ਿਸ਼ ਕਰਦੇ ਆ, ਕਿ ਹਰ ਟਾਈਮ ਆਪਾਂ ਨੂੰ ਉਹ ਜ਼ਰੂਰੀ ਆ ਕਿ ਆਪਾਂ ਨੂੰ ਐਕਸਪੀਰੀਅੰਸ ਤੋਂ ਸਿੱਖ ਲੈਣਾ ਚਾਹੀਦਾ? ਨਹੀਂ, ਦੇਖੋ ਪਹਿਲੀ ਗੱਲ ਤਾਂ ਐਕਸਪੀਰੀਅੰਸ ਨੂੰ ਹੋਰ ਐਕਸਪਲੇਨ ਕਰਨ ਦੀ ਜ਼ਰੂਰਤ ਹੈਗੀ ਜੀ। ਐਕਸਪੀਰੀਅੰਸ ਤਾਂ ਤੁਹਾਡਾ ਇਮੋਸ਼ਨਲ ਮਤਲਬ ਕਿਸਮ ਦਾ ਹੋਏਗਾ, ਜਿਵੇਂ ਆਪਾਂ ਅੱਖਾਂ ਨਾਲ ਕੋਈ ਚੀਜ਼ ਦੇਖ ਰਹੇ ਹਾਂ, ਤੁਹਾਨੂੰ ਸਾਹਮਣੇ ਦਿਸ ਰਹੀ ਹੈ ਤੇ ਤੁਸੀਂ ਉਹ ਦੇਖਣ ਤੋਂ ਬਾਅਦ ਦੱਸ ਰਹੇ ਹੋ ਵੀ ਉਹ ਫਲਾਨੀ ਚੀਜ਼ ਹੈਗੀ, ਦੈਟ ਇਜ਼ ਐਕਸਪੀਰੀਅੰਸ। ਕੰਨਾਂ ਨਾਲ ਆਵਾਜ਼ਾਂ ਸੁਣ ਰਹੇ ਹੋਗੇ, ਦੈਟ ਇਜ਼ ਆਲਸੋ ਐਕਸਪੀਰੀਅੰਸ। ਇੱਕ ਸਕਿਜ਼ੋਫਰੇਨ ਜਾਂ ਦੂਸਰੇ ਜਿਹੜੇ ਮੈਂਟਲ ਹੈਲਥ ਦੀਆਂ ਪ੍ਰੋਬਲਮਾਂ ਨਾਲ ਜੁੜੇ ਹੁੰਦੇ ਆ, ਕਈ ਵਾਰ ਉਹਨੂੰ ਆਵਾਜ਼ਾਂ ਸੁਣਦੀਆਂ ਨੇਗੇ, ਉਹ ਦੇ ਹੈਵ ਦੀ ਐਕਸਪੀਰੀਅੰਸ। ਪਰ ਉਹ ਐਕਸਪੀਰੀਅੰਸ ਜਦੋਂ ਤੁਸੀਂ ਦੇਖੋਗੇ ਜਾ ਕੇ, ਇੱਕ ਤਾਂ ਮਤਲਬ ਨਾਰਮਲ ਬੰਦੇ ਨੇ ਕੋਈ ਗੱਲਬਾਤ ਸੁਣੀ ਹੈ, ਇੱਕ ਐਬਨੋਰਮਲ ਬੰਦੇ ਨੇ ਗੱਲਬਾਤ ਸੁਣੀ ਹੈ, ਤੇ ਦੋਨੇ ਐਕਸਪੀਰੀਅੰਸ ਨੇਗੇ, ਤੇ ਦੋਨੇ ਹੀ ਮਤਲਬ ਇਹ ਕਹਿਣਗੇ ਮੈਨੂੰ ਸੁਣਿਆ ਹੈਗਾ, ਤੇ ਤੁਸੀਂ ਕਿਹੜੇ ਨੂੰ ਰਾਈਟ ਮੰਨੋਗੇ? ਬਿਲਕੁਲ ਨੈਚੁਰਲੀ ਜਿਹੜਾ ਸਹੀ ਉਹ ਜਿਹੜੀ ਇਹਦਾ ਮਤਲਬ ਤੁਸੀਂ ਐਨਾਲਾਈਜ਼ ਕਰੋਗੇ ਵੀ ਇਹਦੇ ਚ ਰਿਐਲਿਟੀ ਹੈਗੀ ਤੇ ਰਿਐਲਿਟੀ ਨਹੀਂ ਹੈਗੀ। ਸੋ ਐਕਸਪੀਰੀਅੰਸ ਐਕਸਪੈਰੀਮੈਂਟ ਚ ਬਦਲਣਾ ਚਾਹੀਦਾ ਹੈਗਾ, ਫਿਰ ਹੀ ਉਹਨੂੰ ਮਤਲਬ ਅਸੀਂ ਉਹ ਕਰ ਸਕਦੇ ਹਾਂ। ਐਕਸਪੀਰੀਅੰਸ ਤਾਂ ਸਾਡੀਆਂ 5 ਸੈਂਸਰੀ ਆਰਗਨਸ, 5 ਭਾਵ ਤੁਹਾਡੀਆਂ ਅੱਖਾਂ, ਕੰਨ, ਨੱਕ, ਜੀਭ ਤੇ ਚਮੜੀ, ਜਿਹੜਾ ਤੁਸੀਂ ਬਾਹਰ ਨਾਲ ਜਿਹਦੇ ਨਾਲ ਜੁੜੇ ਹੋਏ ਹੋਗੇ, ਤੇ ਉਹਦੇ ਜਿਹੜੇ ਤੁਸੀਂ ਆਲੇ ਦੁਆਲੇ ਉਹ ਫੀਲਿੰਗ ਲੈ ਰਹੀਆਂ, ਜੋ ਚੀਜ਼ ਦੇਖ ਰਹੇ ਹੋਗੇ, ਦੈਟ ਇਜ਼ ਐਕਸਪੀਰੀਅੰਸ। ਪਰ ਜ਼ਰੂਰੀ ਨਹੀਂ, ਹੁਣ ਜਿਵੇਂ ਆਪਾਂ ਕਹਿੰਦੇ ਆ ਵੀ ਮੈਨੂੰ ਤਾਂ ਗਰਮੀ ਲੱਗ ਰਹੀ ਹੈ, ਦੂਜਾ ਕਹੇ ਮੈਨੂੰ ਤਾਂ ਲੱਗ ਨਹੀਂ ਰਹੀ ਹੈਗੀ, ਉਹਦੀ ਚਮੜੀ ਤਾਂ ਉਹਨੂੰ ਗਰਮੀ ਦਾ ਐਕਸਪੀਰੀਅੰਸ ਦੇ ਰਹੀ ਹੈ, ਤੇ ਤੁਹਾਡੀ ਚਮੜੀ ਉਹ ਐਕਸਪੀਰੀਅੰਸ ਉਵੇਂ ਨਹੀਂ ਦੇ ਰਹੀ, ਤੇ ਅਸੀਂ ਮਤਲਬ ਜਿਹੜਾ ਸਾਹਮਣੇ ਬੈਠਾ ਉਹ ਕੀ ਕਹੂਗਾ? ਜੀ ਬਿਲਕੁਲ, ਇਟ ਇਜ਼ ਯੋਰ ਐਕਸਪੀਰੀਅੰਸ। ਬਿਲਕੁਲ ਵੀ ਤੁਹਾਡੇ ਐਕਸਪੀਰੀਅੰਸ ਚੋਂ ਆ ਨਹੀਂ ਰਿਹਾ, ਉਹਦੇ 'ਚ ਆ ਰਿਹਾ ਹੈਗਾ। ਭਾਵ ਜੋ ਤੁਹਾਡੀਆਂ ਗਿਆਨ ਇੰਦਰੀਆਂ ਬਾਹਰੋਂ ਗੇਨ ਕਰਦੀਆਂ ਨੇਗੀਆਂ, ਜ਼ਰੂਰੀ ਨਹੀਂ ਉਹ ਟਰੁੱਥ ਹੋਵੇ ਜੀ। ਸੋ ਜਦੋਂ ਆਪਾਂ ਅਡਲਟ ਪਰਸਨੈਲਿਟੀਜ਼ ਦੀ ਗੱਲ ਕਰਦੇ ਹਾਂ, ਕਿੰਨੀਆਂ ਕਿਸਮਾਂ ਪਾਈਆਂ ਜਾਂਦੀਆਂ ਇਹਦੇ ਵਿੱਚ, ਜੇ ਆਪਾਂ ਲਾਈਕ ਮੋਟੀਆਂ ਸਾਈਕੋਲੋਜੀ ਦੇ ਤੌਰ ਤੇ? ਦੇਖੋ, ਅਡਲਟ ਪਰਸਨੈਲਿਟੀ ਦੇ ਵਿੱਚ ਅਸੀਂ ਆਮ ਤੌਰ ਤੇ ਜਿਹੜੀਆਂ ਦੇਖਦੇ ਆਂਗੇ, ਜਿਵੇਂ ਇੱਕ ਤਾਂ ਇੰਟਰੋਵਰਟ ਆ ਗਈ ਹੈ ਜਾਂ ਐਕਸਟਰੋਵਰਟ ਆ ਗਈ, ਤੇ ਤੀਸਰੀ ਅਸੀਂ ਐਕਸਟਰੋਵਰਟ ਇੰਟਰੋਵਰਟ ਦੀ ਗੱਲ ਕਰਦੇ ਹਾਂ। 3 ਪਰਸਨੈਲਿਟੀਆਂ ਦੇ ਵਿੱਚ ਅਸੀਂ ਕਾਊਂਟ ਕਰਦੇ ਹੈਗੇ ਜਿਹੜੀਆਂ ਆਉਂਦੀਆਂ ਨੇ ਜੀ। ਸੋ ਇਹਦੇ 'ਚ ਜਦੋਂ ਜੇ ਆਪਾਂ ਵਿਸਥਾਰ 'ਚ ਜਾਣਾ ਹੋਵੇ, ਜੇ ਆਪਾਂ ਅੰਤਰਮੁਖੀ ਜਿਹਨੂੰ ਆਪਾਂ ਕਹਿੰਦੇ ਇੰਟਰੋਵਰਟ, ਉਹ ਕਿਸ ਤਰ੍ਹਾਂ ਦੀ ਪਰਸਨੈਲਿਟੀ ਹੁੰਦੀ ਆ? ਦੇਖੋ, ਹਾਂਜੀ ਬਿਲਕੁਲ, ਕਰੋ ਗੱਲ ਤੁਸੀਂ। ਮੈਂ ਵੀ ਕਹਿੰਦਾ ਕਿਵੇਂ ਆਪਾਂ ਦੇਖ ਸਕਦੇ ਹਾਂ ਕਿ ਫਲਾਂ ਬੰਦਾ ਇੰਟਰੋਵਰਟ ਆ, ਉਹ ਲਾਈਕ ਕਿਸ ਤਰ੍ਹਾਂ ਪਤਾ ਲੱਗਦਾ ਆਪਾਂ ਨੂੰ? ਦੇਖੋ, ਇੰਟਰੋਵਰਟ ਦੇ ਵਿੱਚ ਇੱਕ ਫੀਅਰ ਹੁੰਦਾ ਹੈ, ਜਦੋਂ ਉਹ ਮਤਲਬ ਇੰਟਰੈਕਸ਼ਨ 'ਚ ਆਉਂਦਾ, ਸੋਸ਼ਲ ਇੰਟਰੈਕਸ਼ਨ 'ਚ ਆਉਂਦਾ, ਇੱਕ ਗਰੁੱਪ 'ਚ ਬੈਠਾ ਹੈਗਾ, ਉਹ ਸਭ ਤੋਂ ਘੱਟ ਬੋਲਦਾ ਹੈ ਜੀ। ਆਪਣੇ ਘਰਾਂ 'ਚ ਮਤਲਬ ਆਮ ਤੌਰ ਤੇ ਇਹ ਜਿਹੜੇ ਪਰਸਨੈਲਿਟੀ ਵਾਲੇ ਬੱਚੇ ਆ, ਉਹਨਾਂ ਨੂੰ ਸਾਊ ਕਹਿ ਦਿੰਦੇ ਨੇਗੇ ਜੀ। ਹੁਣ ਜੇ ਤੁਸੀਂ ਉਹ ਸਾਊ ਕਹੀ ਜਾਓਗੇ, ਉਹਦੇ ਤੇ ਅਸਰ ਜਾਣ ਲੱਗ ਜੂ ਵੀ ਸਾਊ ਕੋਈ ਵੈਲਿਊ ਹੁੰਦੀ ਹੈ, ਤੇ ਉਸ ਤਰ੍ਹਾਂ ਦਾ ਬਿਹੇਵੀਅਰ ਅਡਾਪਟ ਕਰ ਜਾਂਦਾ ਹੈ ਜੀ, ਤੇ ਉਹ ਫਿਰ ਚੁੱਪ ਰਹਿਣ ਦੀ ਆਦਤ ਪੈਂਦਾ ਹੈਗਾ। ਉਹਦੇ ਅੰਦਰ ਪਿਆ ਬਲਬਲੇ ਪਏ ਨੇ, ਉਹਦੇ ਅੰਦਰ ਗਿਆਨ ਪਿਆ ਹੈਗਾ, ਪਰ ਉਹਨੂੰ ਐਕਸਪ੍ਰੈਸ ਨਹੀਂ ਕਰ ਸਕਦਾ, ਉਹ ਉੱਥੇ ਪ੍ਰੋਬਲਮ ਆ ਰਹੀ ਹੈ ਐਕਸਪ੍ਰੈਸ ਕਰਨ ਦੇ ਵਿੱਚ। ਪਰ ਦੂਸਰੇ ਪਾਸੇ ਜਿਹੜੀ ਐਕਸਟਰੋਵਰਟ ਹੈਗਾ, ਉਹ ਮਤਲਬ ਆਪਣਾ ਖਿਆਲ ਜੋ ਵੀ ਆ ਗਿਆ ਉਹਨੂੰ ਐਕਸਪ੍ਰੈਸ ਕੀਤੇ ਬਿਨਾਂ ਰਹਿ ਨਹੀਂ ਸਕਦਾ, ਤੇ ਕਈ ਵਾਰ ਅਸੀਂ ਉਹਨਾਂ ਲਈ ਬੜਬੋਲੇ ਸ਼ਬਦ ਵੀ ਯੂਜ਼ ਕਰ ਲੈਂਦੇ ਹਾਂ ਵੀ ਇਹ ਤਾਂ ਬੜਬੋਲਾ ਹੈਗਾ। ਮਤਲਬ ਇੱਕ ਬੜਬੋਲਾ ਹੈ, ਇੱਕ ਚੁੱਪ ਕੀਤਾ ਹੈਗਾ, ਦੋਨਾਂ 'ਚ ਫਰਕ ਹੈਗਾ ਵੀ ਇੱਕ ਬੋਲਦਾ ਨਹੀਂ, ਦੱਸ ਨਹੀਂ ਰਿਹਾ, ਕੋਈ ਇੱਕ ਲੋੜ ਤੋਂ ਵੱਧ ਕਹਿ ਰਿਹਾ ਹੈਗਾ। ਤੇ ਜੇ ਆਪਾਂ ਸਿੰਪਲ ਰੂਪ 'ਚ ਵੀ ਸਮਝਣ ਦੀ ਕੋਸ਼ਿਸ਼ ਕਰੀਏ ਵੀ ਤੁਹਾਨੂੰ ਕਿਹੜਾ ਬੰਦਾ ਚੰਗਾ ਲੱਗਦਾ ਹੈ ਨਰਲੇਪ ਜੀ, ਦੋਨਾਂ 'ਚੋਂ ਆਪਾਂ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਮਨੁੱਖ? ਜ਼ਿਆਦਾਤਰ ਆਪਾਂ ਨੂੰ ਜਿਹੜੇ ਚੰਗੇ ਲੱਗਦੇ, ਜੇ ਆਪਾਂ ਦੇਖਿਆ ਜਾਵੇ ਤਾਂ ਉਹ ਆਪਾਂ ਨੂੰ ਇੰਟਰੋਵਰਟ ਜਿਹੜੇ ਆ ਉਹ ਚੰਗੇ ਲੱਗਦੇ ਆ, ਜਿਹੜੇ ਚੁੱਪ ਰਹਿੰਦੇ ਆ। ਨਹੀਂ, ਤੁਹਾਨੂੰ ਚੰਗੇ ਲੱਗਦੇ ਆ, ਪਰ ਉਹਦੇ ਅੱਗੇ ਡੂ ਐਂਡ ਡੋਂਟਸ ਵੀ ਹੈਗੇ ਆ। ਉਸੇ ਮੇਰਾ ਕੁਐਸਚਨ ਵੀ ਉਹੀ ਆ ਰਿਹਾ ਸੀ, ਜਦੋਂ ਇੰਟਰੋਵਰਟ ਦੀ ਆਪਾਂ ਗੱਲ ਕਰਦੇ ਆ, ਜਿਹੜੇ ਆਪਦੇ ਅੰਦਰ ਬਹੁਤ ਕੁਛ ਸਮਾਈ ਬੈਠੇ ਆ ਔਰ ਉਹ ਐਕਸਪ੍ਰੈਸ ਨਹੀਂ ਕਰ ਰਹੇ, ਕੀ ਇਹ ਪਰਸਨੈਲਿਟੀ ਜਿਹੜੀ ਉਹ ਮੈਂਟਲ ਹੈਲਥ ਜਾਂ ਮੈਂਟਲ ਇਲਨੈਸ ਵੱਲ ਨੂੰ ਲੀਡ ਨਹੀਂ ਕਰਦੀ? ਇਹੀ ਗੱਲਾਂ ਸਮਝਣ ਵਾਲੀਆਂ ਆਪਾਂ ਨੂੰ ਵੀ ਜਿਹੜਾ ਇੰਟਰੋਵਰਟ ਹੈਗਾ,
ਕਿਉਂਕਿ ਉਹ ਜ਼ਿਆਦਾ ਕੁਝ ਆਪਣੇ ਬ੍ਰੇਨ 'ਚ ਹੀ ਰੱਖਦਾ ਹੈ। ਜੇ ਕਿਸੇ ਨੂੰ ਬੋਲ ਵੀ ਦਿੱਤਾ, ਉਹ ਆਪਣਾ ਗੁੱਸਾ ਵੀ ਪ੍ਰੋਪਰ ਐਕਸਪ੍ਰੈਸ ਨਹੀਂ ਕਰਦਾ ਹੈਗਾ। ਜੀ। ਉਹਦੇ ਅੰਦਰ ਉਹ ਜਿਹੇ ਪ੍ਰੈਸ਼ਰ ਤਾਂ ਬਣੇ ਰਹਿੰਦੇ ਆ, ਤੇ ਉਹ ਕਿਤੇ ਨਾ ਕਿਤੇ ਜਾ ਕੇ ਫਿਰ ਫਿਰ ਉਹ ਬਲਾਸਟ ਹੁੰਦੇ ਹੈਗੇ। ਹੁਣ ਜਿਹੜੀਆਂ ਮਤਲਬ ਤੁਸੀਂ ਇਹ ਦੇਖੋ ਜਾ ਕੇ ਜ਼ਿਆਦਾਤਰ ਸੁਸਾਈਡ ਦੀਆਂ ਘਟਨਾਵਾਂ ਜਿਹੜੀਆਂ ਨੇ ਉਹ ਇੰਟਰੋਵਰਟ 'ਚ ਵਾਪਰ ਰਹੀਆਂ ਹੁੰਦੀਆਂ ਨੇ। ਜਿਹੜੇ ਅੰਤਰਮੁਖੀ ਹੈ ਉਹਨਾਂ ਜ਼ਿਆਦਾ ਚਾਂਸਸ ਹੁੰਦੇ ਆ। ਮੈਂ ਨਹੀਂ ਕਹਿੰਦਾ ਵੀ ਇਹ ਦੂਸਰੇ ਨਹੀਂ ਕਰ ਸਕਦੇ ਹੈਗੇ, ਪਰ ਉਹਦੇ 'ਚ ਜ਼ਿਆਦਾ, ਕਿਉਂਕਿ ਉਹ ਆਪਣਾ ਐਕਸਪ੍ਰੈਸ ਨਹੀਂ ਕਰ ਰਹੇ, ਆਪਣੀ ਪ੍ਰੋਬਲਮ ਕਿਸੇ ਨੂੰ ਦੱਸ ਨਹੀਂ ਰਹੇ ਹੈਗੇ, ਉਹਨਾਂ 'ਚ ਇਹ ਸੰਭਾਵਨਾਵਾਂ ਜ਼ਿਆਦਾ ਹੁੰਦੀਆਂ ਦੂਸਰਿਆਂ ਦੇ ਮੁਕਾਬਲੇ। ਤੇ ਐਕਚੁਅਲੀ ਮਤਲਬ ਜਿਹੜੀ ਪਰਸਨੈਲਿਟੀ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ, ਸਵਾਲ ਤਾਂ ਇੱਥੇ ਆ ਜਾਣਾ ਵੀ ਇੱਕ ਤਾਂ ਇੰਟਰੋਵਰਟ ਹੈ, ਇੱਕ ਐਕਸਟਰੋਵਰਟ ਹੈਗਾ। ਰੌਲਾ ਤਾਂ ਤੁਹਾਡੇ ਬ੍ਰੇਨ ਤੇ ਤੁਹਾਡੇ ਬਿਹੇਵ ਦਾ ਕੰਟਰੋਲ ਹੋਣਾ ਚਾਹੀਦਾ ਹੈ। ਬ੍ਰੇਨ ਤੁਹਾਡੇ ਬਿਹੇਵ ਤੇ ਕੰਟਰੋਲ ਕਰੇ ਵੀ ਜਦੋਂ ਮੈਂ ਕਿਸੇ ਮਤਲਬ ਸੋਸ਼ਲ ਇੰਟਰੈਕਸ਼ਨ ਕਰਨਾ, ਕਿਸੇ ਨਾਲ ਬੈਠਾ ਹੈਗਾ, ਤੇ ਮੈਨੂੰ ਕਿੰਨੀ ਕੁ ਗੱਲ ਕਹਿਣੀ ਚਾਹੀਦੀ ਹੈ, ਕਿਉਂਕਿ ਦੂਜਿਆਂ ਨੂੰ ਵੀ ਮੌਕਾ ਦੇਣਾ ਸੁਣਨ ਦਾ ਸੀ। ਦੂਜਿਆਂ ਨੂੰ ਵੀ ਸੁਣੀਏ, ਦੂਜੇ ਦੇ ਆਈਡੀਆ ਕਿਸ ਤਰ੍ਹਾਂ, ਉਹਨਾਂ ਦੇ ਆਈਡੀਆ ਵੀ ਸੁਣੀਏ, ਆਪਣਾ ਆਈਡੀਆ ਵੀ ਦਈਏ ਜਾ ਕੇ। ਜਦੋਂ ਅਸੀਂ ਇਸ ਤਰ੍ਹਾਂ ਇੱਕ ਦੂਜੇ ਨਾਲ ਸ਼ੇਅਰ ਕਰਕੇ ਆਈਡੀਏ ਫਿਰ ਕਿਸੇ ਐਨਾਲਿਸਿਸ ਪਹੁੰਚਦੇ ਹਾਂ, ਉੱਥੇ ਆ ਕੇ ਕਦੋਂ ਅਸੀਂ ਚੁੱਪ ਹੋਣਾ ਤੇ ਕਦੋਂ ਅਸੀਂ ਬੋਲਣਾ ਹੈਗਾ। ਜੇ ਕੰਟਰੋਲ ਹੋ ਜਾਂਦਾ, ਉਸ ਤਰ੍ਹਾਂ ਦੀ ਪਰਸਨੈਲਿਟੀ ਨੂੰ ਅਸੀਂ ਇੰਟਰੋਵਰਟ ਐਕਸਟਰੋਵਰਟ ਪਰਸਨੈਲਿਟੀ ਕਹਿੰਦੇ ਆ। ਉਹ ਬੈਸਟ ਪਰਸਨੈਲਿਟੀ ਗਿਣੀ ਜਾਂਦੀ ਹੈ ਕਿ ਉਹ ਸਮੇਂ ਦੇ ਮੁਤਾਬਕ ਹੀ ਆਪਣੀ ਟੋਨ ਸੈੱਟ ਕਰਦੀ ਹੈ। ਸੋ ਉਹ ਬੈਲੈਂਸ ਰੱਖਦੇ ਆਪ, ਬਿਲਕੁਲ ਬੈਲੈਂਸ ਰੱਖਦੇ ਆਪਦੀ। ਸੋ ਜਦੋਂ ਆਪਾਂ ਇੰਟਰੋਵਰਟ ਦੀ ਗੱਲ ਕਰਦੇ, ਜਦੋਂ ਹੁਣ ਜਦੋਂ ਆਪਾਂ ਪਹਿਲਾਂ ਚਾਈਲਡ ਸਾਈਕੋਲੋਜੀ ਦੀ ਗੱਲ ਕੀਤੀ ਹੈ, ਚਾਈਲਡ ਪਰਸਨੈਲਿਟੀ ਦੀ ਗੱਲ ਕੀਤੀ ਹੈ, ਉਹਦੇ 'ਚ ਤਾਂ ਫਿਰ ਜਿਹੜੇ ਪੇਰੈਂਟਸ ਨੂੰ ਤਾਂ ਬੀਬੇ ਬੱਚੇ ਬਹੁਤ ਚੰਗੇ ਲੱਗਦੇ ਆ ਔਰ ਚਾਹੁੰਦੇ ਵੀ ਆ ਕਿ ਬੱਚੇ ਸਾਡੇ ਬੀਬੇ ਹੋਣ, ਸਾਡੀ ਗੱਲ ਸੁਣਨ, ਸਾਡੇ ਅੱਗੇ ਨਾ ਬੋਲਣ। ਫਿਰ ਉੱਥੋਂ ਹੀ ਪਰਸਨੈਲਿਟੀ ਦੀ ਸ਼ੁਰੂਆਤ ਹੋ ਗਈ ਉਸ ਤਰ੍ਹਾਂ ਦੀ। ਉਹਨੂੰ ਸਭ ਤੋਂ ਵੱਡਾ ਘਾਟਾ ਤਾਂ ਇਹੀ ਪੈਣਾ ਨਾ, ਜੇ ਬੱਚਾ ਕੁਐਸਚਨ ਮਾਪਿਆਂ ਨੂੰ ਜਾਂ ਟੀਚਰ ਨੂੰ ਕਰਨ ਦੀ ਆਦਤ ਨਹੀਂ ਪਾਊਗਾ ਤੇ ਉਹਦੇ ਕੋਲ ਗਿਆਨ ਕਿੱਥੋਂ ਆਊਗਾ। ਨੈਚੁਰਲੀ ਜਿਹੜਾ ਇੰਟਰੋਵਰਟ ਹੈ ਉਹ ਉਸ ਨੂੰ ਇਹ ਘਾਟਾ ਪੈਂਦਾ ਹੈਗਾ। ਤੇ ਐਕਸਟਰੋਵਰਟ ਆਪਣੀ ਗੱਲ ਕਹਿ ਦਿੰਦਾ ਹੈ ਤੇ ਉਹਨੂੰ ਮੁੜ ਕੇ ਉਹਦਾ ਜਵਾਬ ਸੁਣਦਾ ਹੈਗਾ, ਤੇ ਉਹ ਬਹੁਤ ਕੁਝ ਗੇਨ ਕਰਨ ਦੀ ਉਹਦੇ 'ਚ ਸਮਰੱਥਾ ਹੈਗੀ ਹੈ। ਇਹ ਗੱਲ ਜ਼ਰੂਰੀ ਹੈ ਕਿ ਇੰਟਰੋਵਰਸੀ ਜਿਹੜੇ ਨੂੰ ਅਸੀਂ ਸਾਊ ਕਹੀ ਜਾਂਦੇ ਹਾਂ ਬੱਚਿਆਂ ਨੂੰ, ਮਤਲਬ ਜਾਂ ਉਹਦੇ ਮਤਲਬ ਇਸ ਤਰ੍ਹਾਂ ਦੇ ਬਿਹੇਵ ਨੂੰ ਬਾਰ-ਬਾਰ ਬੂਸਟ ਕਰੀ ਜਾ ਰਹੇ ਹਾਂ, ਉਹ ਅੱਗੇ ਜਾ ਕੇ ਉਹਦੇ ਲਈ ਮਤਲਬ ਸੰਕਟ ਪੈਦਾ ਕਰਦਾ ਹੈਗਾ। ਤੋ ਜੇ ਆਪਾਂ ਦੇਖੀਏ ਜਿਹੜੀ ਪਰਸਨੈਲਿਟੀ ਆ, ਜਿਹੜੀ ਆਪਾਂ ਜਿਵੇਂ ਚਾਹੇ ਇੰਟਰੋਵਰਟ ਆ ਚਾਹੇ ਆਊਟਰੋਵਰਟ ਆ, ਤਾਂ ਉਹ ਕੀ ਆਊਟਲੁੱਕ ਤੇ ਬੰਦੇ ਦੀ ਫਿਜ਼ੀਕਲ ਲੁੱਕ ਤੇ ਪ੍ਰਭਾਵ ਪਾਉਂਦੀ ਆ? ਨਹੀਂ ਦੇਖੋ, ਗੱਲ ਇਹਨੂੰ ਆਪਾਂ ਫਿਜ਼ੀਕਲ ਲੁੱਕ ਦਾ ਨਹੀਂ ਜੋੜਨਾ ਹੁੰਦਾ, ਉਹ ਵੱਖਰੀ ਚੀਜ਼ ਹੈਗੀ। ਕਿਉਂਕਿ ਜਿਹੜੀ ਤੁਹਾਡੇ ਖਿਆਲ ਪ੍ਰਗਟ ਕਰਨ ਦਾ ਤੁਸੀਂ ਕਿਹੜਾ ਬਿਹੇਵ ਅਪਣਾਇਆ, ਕਿਹੜਾ ਤਰੀਕਾ ਅਪਣਾਇਆ, ਇੱਕ ਤਾਂ ਤੁਸੀਂ ਪ੍ਰਗਟ ਹੀ ਨਹੀਂ ਕਰ ਰਹੇ, ਇੱਕ ਤੁਸੀਂ ਪ੍ਰਗਟ ਕਰ ਰਹੇ ਹੋਗੇ। ਉਹਦਾ ਤੁਹਾਡੇ ਕੱਪੜਿਆਂ ਨਾਲ ਸੰਬੰਧ ਨਹੀਂ ਹੈਗਾ, ਉਹ ਤੁਹਾਡੇ ਅੰਦਰਲੇ ਸਿਸਟਮ ਨਾਲ ਸੰਬੰਧ ਹੈ। ਤੁਹਾਡੇ ਆਈਡੀਆ ਪ੍ਰੋਡਿਊਸ ਕਿਵੇਂ ਹੁੰਦੇ ਆ, ਉਹਨਾਂ ਨੂੰ ਅੱਗੇ ਜਾ ਕੇ ਤੁਸੀਂ ਕਿਵੇਂ ਐਕਸਪ੍ਰੈਸ ਕਰਦੇ ਦੂਜਿਆਂ 'ਚ, ਆਪਣੇ ਆਈਡੀਆ ਦੱਸਦੇ ਕਿਵੇਂ ਹੋ, ਉਹਦੇ ਰਿਜ਼ਲਟ ਕਿਵੇਂ ਗੇਨ ਕਰਦੇ ਹੋ, ਉਹਦਾ ਫੈਕਟ ਕਿਵੇਂ ਗੇਨ ਕਰਦੇ ਹੈਗੇ ਹੋ, ਉਹ ਤੁਹਾਡੇ ਅੰਦਰਲੇ ਸਿਸਟਮ ਨਾਲ ਜੁੜਿਆ ਹੈਗਾ। ਹੁਣ ਜਿਵੇਂ ਆਪਾਂ ਕਈ ਵਾਰ ਕਹਿੰਦੇ ਆ ਵੀ ਫਸਟ ਇੰਪ੍ਰੈਸ਼ਨ ਇਜ਼ ਦੀ ਬੈਸਟ ਇੰਪ੍ਰੈਸ਼ਨ, ਉਹ ਦੇਖਾਂਗੀ ਵੀ ਜੇ ਉਹ ਟੀਚਰ ਹੈਗਾ, ਜੇ ਉਹ ਪ੍ਰੋਪਰ ਆਪਣੀ ਡਰੈਸ, ਇੱਕ ਜਿਹਨੂੰ ਅਸੀਂ ਫਾਰਮਲ ਡਰੈਸ ਕਹਿ ਦਿੰਦੇ ਆ, ਜਾਂ ਜਿਵੇਂ ਆਪਾਂ ਦੇਖਦੇ ਹਾਂ ਇੱਥੇ ਵੱਖ-ਵੱਖ ਮੌਲਾਂ ਜਾਂ ਆਫਿਸਾਂ ਜਾਂਦੇ ਆ ਲੋਕ, ਉੱਥੇ ਉਹਨਾਂ ਦੀਆਂ ਉਹਨਾਂ ਨੂੰ ਡਰੈਸਾਂ ਦਿੱਤੀਆਂ ਵੀ ਤੁਸੀਂ ਆਹ ਪਾ ਕੇ ਆਉਣੀ ਹੈ। ਉਹ ਮਤਲਬ ਇੱਕ ਲੁੱਕ ਹੈ ਕਿ ਟੀਚਰ ਦੀ ਜਿਹੜੀ ਡਰੈਸ ਜਦੋਂ ਸਕੂਲ ਜਾਂਦਾ ਹੈਗਾ ਉਹ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ। ਸਵਾਲ ਤਾਂ ਇੱਥੇ ਹੈਗਾ। ਜੇ ਤਾਂ ਉਹ ਮਤਲਬ ਹੁਣ ਸਿੰਪਲ ਜੀ ਆਪਾਂ ਕਹਿ ਦਈਏ ਵੀ ਤੁਸੀਂ ਇੱਕ ਵਿਆਹ ਵਾਲਾ ਸੂਟ ਜਾ ਕੇ, ਇੱਕ ਟੀਚਰ ਜਿਹੜਾ ਉਹਨੇ ਮਤਲਬ ਵਿਆਹ 'ਚ ਸੂਟ ਪਾਇਆ ਹੈਗਾ, ਉਹੀ ਉਹ ਸੂਟ ਪਾ ਕੇ ਕਲਾਸ 'ਚ ਪੜ੍ਹਾਉਣ ਲਈ ਜਾ ਰਹੀ ਹੈ, ਤੇ ਉਹਦਾ ਇਫੈਕਟ ਕੀ ਜਾਊਗਾ? ਤੁਸੀਂ ਆਪੇ ਹੀ ਸਮਝੋ ਵੀ ਉਹਦਾ ਇਫੈਕਟ ਕਿਸ ਤਰ੍ਹਾਂ ਦਾ ਜਾਣਾ ਹੈਗਾ। ਉਹਦੀ ਲੁੱਕ ਜਿਹੜੀ ਹੈ ਟੀਚਰ ਵਾਲੀ ਨਹੀਂ ਹੈਗੀ, ਤੇ ਜਿਹਦੇ ਕਰਕੇ ਬੱਚੇ ਉਸ ਨੂੰ ਇੱਕ ਇਹ ਹੋ ਸਕਦੇ ਆ ਵੀ ਮਤਲਬ ਵੀ ਜਿਵੇਂ ਉਹ ਗਿੱਧੇ 'ਚ ਨੱਚ ਕੇ ਆਇਆ ਹੁੰਦਾ, ਉਹੋ ਜਿਹਾ ਪ੍ਰਭਾਵ ਲੈਣ ਲੱਗ ਜਾਣ। ਪਰ ਇੱਕ ਟੀਚਰ ਜਿਹੜਾ ਹੈਗਾ, ਜਦੋਂ ਤੁਸੀਂ ਜਿਸ ਜੌਬ 'ਤੇ ਜਾਂਦੇ ਹੋ, ਤੁਹਾਨੂੰ ਉਸੇ ਮੁਤਾਬਕ ਆਪਣੇ ਦਿੱਖ ਨੂੰ ਸੈੱਟ ਕਰਨਾ ਪੈਣਾ ਵੀ ਉਹੋ ਜਿਹੇ ਕੱਪੜੇ ਹੋਣ। ਜੇ ਹੁਣ ਤੁਸੀਂ ਜਿਸ ਤਰ੍ਹਾਂ ਦੀਆਂ ਕਲਾਸਾਂ ਨੂੰ ਪੜ੍ਹਾ ਰਹੇ ਹੋਗੇ, ਤੇ ਜੇ ਤੁਹਾਡੇ ਪ੍ਰੋਪਰ ਢੰਗ ਨਾਲ ਕੱਪੜੇ ਪਾਏ ਆ, ਟਾਈ ਲੱਗੀ ਹੈ, ਪੱਗ ਤੁਹਾਡੀ ਪ੍ਰੋਪਰ ਬੰਨੀ ਹੈ, ਪੈਂਟ ਸੂਟ ਪਾਇਆ, ਜੇ ਸਰਦੀ ਹੈ ਤਾਂ ਤੁਹਾਡੇ ਕੋਟ ਪਾਇਆ ਹੈਗਾ, ਮਤਲਬ ਸਾਰਾ ਥੱਲੇ ਤੋਂ ਲੈ ਕੇ ਜਿਹੜਾ ਤੁਹਾਡੇ ਬੂਟ ਹੈਗੇ, ਹੁਣ ਉਹਨਾਂ ਦੀ ਦਿੱਖ ਵੀ ਹੈ। ਹੁਣ ਸਿੰਪਲ ਆਪਾਂ ਆਪ ਦੇਖਦੇ ਹਾਂ ਜਾ ਕੇ ਵੀ ਵਾਰਮ-ਅਪ ਸ਼ੂ ਦੇ ਨਾਲ ਕੋਈ ਟਾਈ ਲਾਉਂਦਾ ਤਾਂ ਉਹਦਾ ਮਜ਼ਾਕ ਉੱਡਦਾ ਵੀ ਇਹਨੂੰ ਪਤਾ ਨਹੀਂ ਜੀ ਵੀ ਮਤਲਬ ਵਾਰਮ-ਅਪ ਸ਼ੂਆਂ ਨਾਲ ਟਾਈ ਨਹੀਂ ਲਾਈ ਦੀ ਹੁੰਦੀ। ਤੇ ਮੈਂ ਇੱਕ ਸਿੰਪਲ ਜਿਹੀ ਉਦਾਹਰਨ ਦੇ ਸਕਦਾ। ਮੈਂ ਕੁਦਰਤੀ ਮਤਲਬ ਮੇਰੇ ਕੋਲ ਕੇਸ ਆਉਂਦਾ ਸੀਗਾ, ਉਹ ਪਰਿਵਾਰ ਆਪਦੇ ਕੇਸ ਨੂੰ ਲੈ ਕੇ ਆਇਆ ਕਰਨ, ਤੇ ਮੈਨੂੰ ਬਾਰ-ਬਾਰ ਇਹ ਮਤਲਬ ਉਹਦੀ ਘਰ ਵਾਲੀ ਉਹ ਡਾਕਟਰ ਕਹਿ ਰਹੇ ਸੀ ਇਹਨੂੰ, ਉਹ ਜਿਹੜੇ ਬੱਚੇ ਨੂੰ ਆਪਦੇ ਲੈ ਕੇ ਆਉਂਦੇ ਸੀ ਮੇਰੇ ਕੋਲ, ਡਾਕਟਰ ਸਾਹਿਬ ਤੁਹਾਨੂੰ ਮਿਲਣਾ ਚਾਹੁੰਦੇ ਹੈਗੇ, ਪਰ ਉਹਨਾਂ ਕੋਲ ਸਮਾਂ ਨਹੀਂ ਹੈਗਾ। ਤੇ ਮੈਂ ਕਹੂੰਗੀ ਐਤਵਾਰ ਨੂੰ, ਹਰ ਵਾਰੀ ਕਹਿੰਦੇ ਮਿਲਣਾ ਹੈ ਵੀ ਇੰਨਾ ਰਿਜ਼ਲਟ ਪ੍ਰੋਪਰ ਆ ਰਿਹਾ, ਮੈਂ ਮਿਲਣਾ ਚਾਹੁੰਦਾ ਉਹਨੂੰ। ਤੇ ਨੈਚੁਰਲੀ ਮਤਲਬ ਮੇਰੇ ਤੇ ਪ੍ਰਭਾਵ ਇਸ ਤਰ੍ਹਾਂ ਦਾ ਗਿਆ ਉਹਦੀ ਗੱਲਬਾਤ ਚੋਂ ਵੀ ਡਾਕਟਰ ਸਾਹਿਬ ਕੋਈ ਖਾਸ ਪਰਸਨੈਲਿਟੀ ਹੋਣੇ ਆ।
ਤੇ ਮੈਂ ਤਾਂ ਹੁਣ ਦੇਖੋ ਮੈਚਿਓਰ ਸੀਗਾ ਤੇ ਉਹ ਵੀ ਮੈਚਿਓਰ ਸੀਗੇ। ਤੇ ਜਦੋਂ ਮਤਲਬ ਡਾਕਟਰ ਸਾਹਿਬ ਮੈਨੂੰ ਮਿਲਣ ਆਉਂਦੇ ਹੈਗੇ ਆ ਤਾਂ ਮੈਂ ਜਦੋਂ ਦੇਖਿਆ ਜਾ ਕੇ ਵੀ ਉਹਦੇ ਵਾਰਮ ਅਪ ਸ਼ੂ ਪਾਏ ਹੋਏ ਆ ਤੇ ਟਾਈ ਲੱਗੀ ਵੀ ਆ ਤੇ ਮੈਂ ਇੱਕਦਮ ਹੀ ਅਸੈਸ ਕਰ ਲਿਆ ਵੀ ਇਹ ਡਾਕਟਰ ਨਹੀਂ ਹੈਗਾ ਜੀ। ਵੀ ਐਕਚੁਅਲੀ ਮਤਲਬ ਇਹ ਹੋ ਸਕਦਾ ਕੋਈ ਹਕੀਮ ਜਾਂ ਇਹੋ ਜਿਹੀ ਗੱਲ ਹੋਵੇ, ਉਹੀ ਗੱਲ ਨਿਕਲੇ ਅੱਗੇ ਜਾ ਕੇ ਵੀ ਉਹਦੇ ਕੋਲ ਕਿਸੇ ਕਿਸਮ ਦੀ ਕੋਈ ਡਿਗਰੀ ਨਹੀਂ ਸੀ ਹੈਗੀ, ਪਰ ਉਸਨੇ ਆਪਣਾ ਹਸਪੀਟਲ ਮੇਨਟੇਨ ਕੀਤਾ ਹੋਇਆ ਸੀਗਾ। ਸੋ ਇਹ ਬਲਵਿੰਦਰ ਜੀ, ਮੈਂ ਵੀ ਨੋਟਿਸ ਕੀਤਾ ਕਿ ਕਈ ਵਾਰੀ ਮੈਂ ਕਾਲਜ ਦੇ ਪ੍ਰਿੰਸੀਪਲ ਜਿਹੜੇ ਹੈਗੇ ਆ, ਉਹ ਵੀ ਤੁਸੀਂ ਜਿਸ ਤਰ੍ਹਾਂ ਦੀ ਪਰਸਨੈਲਿਟੀ ਡਿਸਕ੍ਰਾਈਬ ਕੀਤੀ ਆ ਉਸ ਤਰ੍ਹਾਂ ਦੀ ਉਹਨਾਂ ਕੋਲੇ ਡਾਕਟਰੀਏਟ ਲੱਗੀ ਵੀ ਆ, ਉਹਨਾਂ ਦੇ ਨਾਲ PhD ਕੀਤੀ ਵੀ ਆ, ਪਰ ਉਹ ਕੱਪੜੇ ਪਾਉਣ ਦੀ ਸੈਂਸ ਹੈ ਨਹੀਂ, ਜਿਵੇਂ ਤੁਸੀਂ ਕਿਹਾ ਵੀ ਟਾਈ ਨਾਲ ਜਿਹੜੇ ਦੂਸਰੇ ਸ਼ੂ ਪਾਏ ਹੋਏ ਆ। ਸੋ ਇਹ ਚੀਜ਼ਾਂ ਕਿਉਂ ਨਹੀਂ ਡਿਵੈਲਪ ਹੁੰਦੀਆਂ ਜਦੋਂ ਆਪਾਂ ਇੱਕ ਖਾਸ ਮੁਕਾਮ 'ਤੇ ਹੀ ਪਹੁੰਚ ਜਾਂਦੇ ਆ? ਇਹ ਕਿੱਥੇ ਘਾਟ ਰਹਿ ਜਾਂਦੀ ਹੈ? ਨਹੀਂ, ਘਾਟ ਦਾ ਦੇਖੋ ਗੱਲ ਤਾਂ ਇਹਦੇ 'ਚ ਇੰਨੀ ਕੁ ਹੈ ਵੀ ਕਈ ਵਾਰ ਜਿਵੇਂ ਨਾ ਆਪਣੇ ਆਮ ਹੀ ਕਹਿ ਦਿੰਦੇ ਆ, ਕਿਤਾਬੀ ਕੀੜਾ ਕਹਿ ਦਿੰਦੇ ਆਪਾਂ ਵੀ ਇਹ ਤਾਂ ਕਿਤਾਬੀ ਕੀੜਾ ਹੈਗਾ, ਵੀ ਇਹਨੂੰ ਪੜ੍ਹਾਈ ਜਾਓ ਪੜ੍ਹੀ ਜਾਓ, ਪਰ ਉਹਦਾ ਮਤਲਬ ਬਹੁਤਾ ਕੁਛ ਉਹਦੇ ਆਪਦੇ ਬਾਰੇ ਆਲੇ ਦੁਆਲੇ ਦੇ ਬਾਰੇ ਜੁੜਿਆ ਹੀ ਨਹੀਂ ਹੋਇਆ ਕਿਸੇ ਨਾਲ। ਸਾਨੂੰ ਮੇਰਾ ਇੱਕ ਕਹਿਣ ਦਾ ਵੀ ਜਿਹੇ ਜਿਹੇ ਪ੍ਰੋਫੈਸ਼ਨ 'ਚ ਤੁਸੀਂ ਹੈਗੇ ਹੋ, ਘੱਟੋ ਘੱਟ ਤੁਹਾਨੂੰ ਉਹੇ ਜੀ ਆਪਣੀ ਮੇਕਅਪ ਭਾਵ ਦਾ ਟੋਟਲੀ ਦਿੱਖ ਸੈੱਟ ਕਰਨੀ ਚਾਹੀਦੀ ਹੈਗੀ ਹੈ, ਉਹਦਾ ਪ੍ਰਭਾਵ ਜਾਣਾ। ਤੁਹਾਡੇ ਕੱਦ ਦਾ ਮਤਲਬ ਪ੍ਰੋਪਰ ਹੋਣਾ ਵੀ ਇੱਕ ਦਿੱਖ ਦਾ ਪਾਰਟ ਹੈ, ਪਰ ਇਹਦਾ ਮਤਲਬ ਇਹ ਨਹੀਂ ਜੇ ਕੱਦ ਮਧਰਾ ਵੀ ਉਹਦੀ ਪਰਸਨੈਲਿਟੀ ਨਹੀਂ ਹੁੰਦੀ ਹੈਗੀ। ਕਈ ਵਾਰ ਉਹ ਵੀ ਚੰਗਾ ਪ੍ਰਭਾਵ ਛੱਡ ਰਹੀ ਹੁੰਦੀ ਹੈ। ਬਿਲਕੁਲ। ਸਾਡੇ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਰਹੇ ਨੇਗੇ ਤੇ ਉਹਨਾਂ ਦੀ ਆਪਣੀ ਦੇਖੀ ਸੀ, ਨਾਲੇ ਕੱਦ ਦੇ ਛੋਟੇ ਸੀਗੇ ਉਹ, ਮੰਨ ਲਓ ਪ੍ਰਧਾਨ ਮੰਤਰੀ ਕਿਸੇ ਕਾਰਨ ਕਰਕੇ ਬਣੇ ਹੋਣੇ ਆ ਨਾ, ਜਿਵੇਂ ਉਹ ਥੱਲੇ ਤੋਂ ਉਹਦੇ ਗਰੋਥ ਹੋ ਕੇ ਆਈ ਹੈ। ਸੋ ਕਹਿਣ ਦਾ ਮਤਲਬ ਪਰਸਨੈਲਿਟੀ ਠੀਕ ਹੈ, ਦਿੱਖ ਦਾ ਆਪਣਾ ਇੱਕ ਰੋਲ ਹੈਗਾ ਉਹਦੇ 'ਚ, ਪਰ ਜੇ ਦਿੱਖ ਚੰਗੀ ਵੀ ਹੈਗੀ ਹੈ, ਜੇ ਤੁਹਾਡਾ ਬੋਲ ਬਾਣੀ ਚੰਗੀ ਨਹੀਂ ਹੈਗੀ, ਫਿਰ ਤੁਸੀਂ ਕੀ ਕਹੋਗੇ? ਬਿਲਕੁਲ ਜੀ, ਉਹ ਫਿਰ ਆਪਾਂ ਕਹਿ ਸਕਦੇ ਹਾਂ ਕਿ ਉਹ ਨਿਆਂ ਨਹੀਂ ਕਰ ਰਹੇ ਆਪਦੇ। ਉੱਥੇ ਆ ਕੇ ਤੁਹਾਨੂੰ ਬਹੁਤ ਕੁਝ ਸੋਚਣਾ ਪੈਂਦਾ ਵੀ ਤੁਸੀਂ ਜੇ ਕਿਸ ਕਲਾਸ ਨੂੰ ਅਟੈਂਡ ਕਰਨ ਜਾ ਰਹੇ ਹੋ। ਇੱਕ ਤਾਂ ਤੁਸੀਂ 8ਵੀਂ ਕਲਾਸ ਪੜ੍ਹਾਉਣ ਜਾ ਰਹੇ ਹੋ, ਇੱਕ ਤੁਸੀਂ ਮਤਲਬ 5ਵੀਂ ਕਲਾਸ ਦੇ ਬੱਚੇ ਪੜ੍ਹਾ ਰਹੇ ਹੋ, ਇੱਕ ਤੁਸੀਂ ਮਤਲਬ ਟੀਨੇਜਰਾਂ ਨੂੰ ਪੜ੍ਹਾ ਰਹੇ ਹੋ ਜਿਹੜੇ ਮਤਲਬ ਤਕਰੀਬਨ 18 ਸਾਲ ਅੰਡਰ 18 ਹੈਗੇ ਆ, ਇੱਕ ਤੁਸੀਂ ਕਾਲਜ 'ਚ ਪੜ੍ਹਾ ਰਹੇ ਹੋ, ਇੱਕ ਤੁਸੀਂ ਯੂਨੀਵਰਸਿਟੀ 'ਚ ਪੜ੍ਹਾ ਰਹੇ ਹੋ, ਤੇ ਹਰ ਥਾਂ ਤੇ ਤੁਹਾਨੂੰ ਇੱਕ ਖਾਸ ਮੇਨਟੇਨੈਂਸ ਬਣਾ ਕੇ ਰੱਖਣੀ ਪੈਣੀ ਹੈ। ਜੀ। ਤੁਹਾਡੇ ਵਿਚਾਰਾਂ ਦਾ ਲੈਵਲ ਉਸੇ ਹਿਸਾਬ ਨਾਲ ਉੱਚਾ ਹੋਣਾ ਚਾਹੀਦਾ ਹੈਗਾ। ਬਿਲਕੁਲ। ਤੁਸੀਂ ਯੂਨੀਵਰਸਿਟੀ ਦਾ ਲੈਕਚਰ 8ਵੀਂ ਕਲਾਸ ਦੇ ਬੱਚੇ ਨੂੰ ਦੇ ਸਕਦੇ ਨਹੀਂ ਦੇ ਸਕਦੇ, ਤੇ 8ਵੀਂ ਕਲਾਸ ਦੇ ਬੱਚੇ ਨੂੰ ਦੇਣਾ ਲੈਕਚਰ ਤੁਸੀਂ ਯੂਨੀਵਰਸਿਟੀ ਦੇ ਸਕਦੇ ਹੈਗੇ। ਇਸੇ ਕਰਕੇ ਉਸੇ ਲੈਵਲ ਦਾ ਤੁਹਾਡੇ ਕੋਲੇ ਸੈਟਅਪ ਕਰਨਾ ਪਊਗਾ। ਉੱਥੇ ਮੈਂ ਕਹਿੰਦਾ ਜਿਹੜੀ ਆਪਣੀ ਆਹ ਇੰਟਰੋ ਐਕਸਟਰੋ ਜਿਹੜੀ ਮਿਕਸ ਹੈਗੀ ਆ, ਉਹ ਕੰਮ ਕੰਟਰੋਲ ਕਰਨਾ ਸਮੇਂ ਅਨੁਸਾਰ ਤੁਸੀਂ ਦੇਖ ਕੇ ਗੱਲ ਕਰਨੀ, ਔਰ ਉਹ ਇੱਕ ਵਧੀਆ ਪਰਸਨੈਲਿਟੀ ਆਪਾਂ ਕਹਿ ਸਕਦੇ ਹਾਂ। ਤੁਸੀਂ ਪਹਿਲਾਂ ਜ਼ਿਕਰ ਕੀਤਾ ਸੀ ਕਿ ਇੱਕ ਗਰੋ ਹੋ ਰਹੇ ਵਿਅਕਤੀ ਦੇ ਵਿੱਚ 3 ਪਰਸਨੈਲਿਟੀਆਂ ਜਿਹੜੀਆਂ ਸਾਈਮਲਟੇਨੀਅਸਲੀ ਚੱਲਦੀਆਂ ਰਹੀਆਂ। ਹਾਂਜੀ ਹਾਂਜੀ। ਉਹਨਾਂ 3 ਪਰਸਨੈਲਿਟੀਜ਼ ਬਾਰੇ ਇੱਕ ਵਾਰੀ ਫੇਰ ਆਪਾਂ ਜ਼ਰੂਰ ਗੱਲਬਾਤ। ਮੈਂ ਉਹ ਸਾਰੇ ਨੂੰ ਮਤਲਬ ਇੱਕ ਸਮਅਪ ਦੇ ਸੈੱਟ 'ਚ ਲੈ ਕੇ ਜਾਣਾਗਾ ਜੀ। ਵੀ ਜਿਵੇਂ ਚਾਈਲਡ ਪਰਸਨੈਲਿਟੀ ਹੈ, ਚਾਈਲਡ ਦਾ ਮਤਲਬ ਹੁਣ ਤੁਸੀਂ ਚਾਈਲਡ ਨਾਲ ਜੋੜੋ, ਭਾਵ ਕਹਿਣ ਦਾ ਜੋ ਬ੍ਰੇਨ ਨੇ ਚਾਈਲਡ 'ਚ ਆਪਣੇ ਚਾਈਲਡਹੁੱਡ 'ਚ ਆਦਤਾਂ ਪਾਈਆਂ ਨੇਗੀਆਂ, ਕਈ ਵਾਰ ਉਹ ਤੁਹਾਡੇ ਅੰਦਰ ਵੱਡੀ ਉਮਰ ਜਾ ਕੇ ਵੀ ਰਿਪੀਟ ਹੁੰਦੀਆਂ ਰਹਿੰਦੀਆਂ ਨੇ। ਸੋ ਜਿਵੇਂ ਆਪਾਂ ਕਹਿ ਦਿੰਦੇ ਹਾਂ ਕਿ ਹਰ ਇਨਸਾਨ ਦੇ ਵਿੱਚ ਇੱਕ ਬੱਚਾ ਹੁੰਦਾ। ਬਿਲਕੁਲ ਬਿਲਕੁਲ ਉਹੀ ਚੀਜ਼। ਇਹ ਬੱਚਿਆਂ ਵਾਂਗੂ ਹਰਕਤ ਕਰਦਾ ਹੈ, ਕਈ ਨਹੀਂ ਵੀ ਇਹ ਤਾਂ ਬੱਚਿਆਂ ਵਾਂਗੂ ਹਰਕਤਾਂ ਕਰੀ ਜਾਂਦਾ ਹੈ। ਸਿਆਣਾ ਬੰਦਾ ਜਿਵੇਂ ਕਰਦਾ ਬੱਚਿਆਂ ਵਾਂਗੂ, ਉਹਦੀ ਜਿਹੜੀ ਚਾਈਲਡਹੁੱਡ ਪਰਸਨੈਲਿਟੀ ਹੈਗੀ ਹੈ, ਉਹਦਾ ਆਪਰੇਸ਼ਨ ਹੈ ਉਹ ਨਹੀਂ ਕਰ ਰਿਹਾ, ਉਹਦੇ ਚਾਈਲਡਹੁੱਡ 'ਚੋਂ ਆ ਰਿਹਾ ਸਾਰਾ ਕੁਛ। ਉਹ ਪਰਸਨੈਲਿਟੀ ਕਿਤੇ ਨਾ ਕਿਤੇ ਉਹਦੇ ਸਬਕੌਂਸ਼ੀਅਸ ਜਿਹੜੀਆਂ ਆਦਤਾਂ ਨੇ ਪਈਆਂ ਨੇਗੀਆਂ, ਤੇ ਕਈ ਵਾਰ ਉਹ ਰਿਪੀਟ ਹੋ ਜਾਂਦੀਆਂ ਨੇ ਜਾ ਕੇ। ਤੇ ਦੂਸਰੇ ਪਾਸੇ ਕਈ ਵਾਰ ਉਹ ਤੁਹਾਡੇ ਨਾਲ ਜਦੋਂ ਗੱਲਬਾਤ ਕਰ ਰਿਹਾ ਹੈਗਾ, ਬੜਾ ਵਧੀਆ ਗੱਲਬਾਤ ਹੋ ਰਹੀ ਹੈ, ਐਨਾਲਾਈਜ਼ ਹੋ ਰਿਹਾ, ਤੁਹਾਨੂੰ ਸੁਣ ਰਿਹਾ, ਆਪ ਸੁਣਾ ਰਿਹਾ ਹੈਗਾ, ਉਹ ਰਿਐਲਿਟੀ ਜਾਣਨ ਦੀ ਕੋਸ਼ਿਸ਼ ਕਰ ਰਿਹਾ। ਅਸੀਂ ਉਸ ਨੂੰ ਅਡਲਟ ਪਰਸਨੈਲਿਟੀ ਕਹਿੰਦੇ ਹਾਂ, ਫਿਰ ਜਿਹੜਾ ਰਿਐਲਿਟੀ ਜਾਣਨ ਦੀ ਕੋਸ਼ਿਸ਼ ਕਰਦਾ ਤੇ ਇੱਕ ਦੂਜੇ ਨੂੰ ਕੋਆਪਰੇਟ ਕਰਕੇ ਸਿੱਖਣ ਦੀ ਕੋਸ਼ਿਸ਼ ਕਰਦਾ। ਤੇ ਇੱਕ ਸਾਡੀ ਜਿਹੜੀ ਪੇਰੈਂਟਸ ਪਰਸਨੈਲਿਟੀ ਹੈ, ਜਦੋਂ ਤੁਹਾਡੇ ਕੋਲ ਗਿਆਨ ਆ ਜਾਂਦਾ ਤਾਂ ਨੈਚੁਰਲੀ ਅਸੀਂ ਰਹਿ ਨਹੀਂ ਸਕਦੇ ਵੰਡੇ ਬਿਨਾਂ, ਅਸੀਂ ਉਹ ਦੂਜਿਆਂ 'ਚ ਵੰਡਦੇ ਆਂਗੇ। ਤੇ ਜਿਵੇਂ ਆਪਾਂ ਕਹੀਏ ਵੀ ਜੇ ਇੱਕ 12 ਸਾਲ ਦਾ ਬੱਚਾ ਮਤਲਬ ਜਿਹੜਾ ਅਪਰ ਕਲਾਸ 'ਚ ਆਪਦੀ ਭੈਣ ਭਰਾ ਨਾਲੋਂ ਜਿਹੜਾ ਮਤਲਬ ਅਜੇ 5ਵੀਂ ਕਲਾਸ 'ਚ ਹੈਗਾ, ਤਾਂ 12 ਸਾਲ ਦਾ ਬੱਚਾ ਜਦੋਂ 5ਵੀਂ ਕਲਾਸ ਦੇ ਬੱਚੇ ਨੂੰ ਕੋਈ ਨਸੀਹਤ ਦੇ ਰਿਹਾ ਹੁੰਦਾ ਹੈ, ਅਸੀਂ ਉਸ ਨੂੰ ਪੇਰੈਂਟ ਪਰਸਨੈਲਿਟੀ ਕਹਿੰਦੇ ਹਾਂ। ਉੱਥੇ ਇਹ ਨਹੀਂ ਬੱਚੇ ਦੀ ਪਰਸਨੈਲਿਟੀ ਹੈ, ਭਾਵ ਜਦੋਂ ਚਾਹੇ ਕਿਸੇ ਉਮਰ ਜਾ ਕੇ ਕੋਈ ਜਿਹੜਾ ਦੂਜੇ ਨੂੰ ਨਸੀਹਤ ਦਿੰਦਾ ਹੈ, ਦੂਜੇ ਨੂੰ ਕੋਈ ਗਾਈਡ ਕਰਦਾ ਹੈਗਾ, ਆਪਣੇ ਐਕਸਪੀਰੀਅੰਸ ਐਕਸਪੈਰੀਮੈਂਟ 'ਚੋਂ ਦੱਸਣ ਦੀ ਕੋਸ਼ਿਸ਼ ਕਰਦਾ ਹੈ, ਦੈਟ ਇਜ਼ ਕਾਲਡ ਐਜ਼ ਪੇਰੈਂਟ ਪਰਸਨੈਲਿਟੀ। ਸੋ ਤਿੰਨੇ ਪਰਸਨੈਲਿਟੀ ਸਾਡੇ ਤੇ ਐਟ ਟਾਈਮ ਜਿਹੜੀਆਂ ਨੇ ਸਾਡੇ ਅੰਦਰ ਲਗਾਤਾਰ ਆਪਰੇਟ ਕਰਦੀਆਂ ਨੇ। ਇੱਕ ਮਨੁੱਖ ਦੇ ਵਿੱਚ ਮੇਰੇ 'ਚ 3 ਪਰਸਨੈਲਿਟੀਆਂ ਹੈਗੀਆਂ ਨੇਗੀਆਂ, ਤੁਹਾਡੇ 'ਚ ਵੀ 3 ਪਰਸਨੈਲਿਟੀਆਂ ਹੈਗੀਆਂ। ਹੁਣ ਇਹ ਤੋਂ ਆਪਾਂ ਦੇਖ ਸਕਦੇ ਹਾਂ ਵੀ ਕਈ ਬੰਦੇ ਕਹਿਣਗੇ ਵੀ ਇਹ ਬੜਾ ਕੋਮਲ ਹਾਰਟਡ ਹੈ, ਇਹ ਤਾਂ ਮਾੜਾ ਜਿਹਾ ਦੁੱਖ ਨਹੀਂ ਸਹਿਣ ਕਰਦਾ, ਉਹਦੀ ਰੋਣ ਲੱਗ ਜਾਂਦਾ ਹੈ।
ਹਾਲਾਂਕਿ ਮੈਚੁਰ ਹੈ, ਉਹ 60 ਸਾਲ ਦਾ ਹੋ ਚੁੱਕਿਆ ਹੈਗਾ, ਵੀ ਥੋੜਾ ਜਿਹਾ ਦੁੱਖ ਆਉਂਦਾ ਉੱਥੇ ਰੋਣ ਲੱਗ ਜਾਂਦਾ ਹੈਗਾ, ਤੇ ਦੂਜਿਆਂ ਦਾ ਧਿਆਨ ਵੀ ਸੀਕ ਕਰਨ ਦੀ ਕੋਸ਼ਿਸ਼ ਕਰਦਾ ਆਪਦੇ ਵੱਲ ਨੂੰ। ਉਹ ਕਿਹੜੀ ਪਰਸਨੈਲਿਟੀ ਹੈ? ਚਾਈਲਡ ਪਰਸਨੈਲਿਟੀ ਹੈ, ਕਿ ਉਹਦੇ ਚਾਈਲਡਹੁੱਡ ਦੇ ਵਿੱਚ ਉਹਨੇ ਰੋਣ ਦੀ ਆਦਤ ਪਕਾਈ ਸੀਗੀ, ਚੀਜ਼ਾਂ ਨੂੰ ਲੈਣ ਦੇ ਲਈ ਬਾਰ-ਬਾਰ ਰੋਣ ਦੀ ਆਦਤ ਪੈ ਗਈ ਉਹਨੂੰ। ਜੀ ਜੀ ਜੀ, ਚਾਹੇ ਉਹ ਪੇਰੈਂਟਸ ਨੇ ਡਿਵੈਲਪ ਕੀਤੀ, ਚਾਹੇ ਉਹ ਕਿਤੇ ਕਿਸੇ ਨਾਲ ਡਿਵੈਲਪ ਹੋ ਗਈ, ਉਹ ਵੱਡੇ ਹੁੰਦੇ ਤੱਕ ਉਹਦੇ ਤੇ ਪ੍ਰੈਸ਼ਰ ਦਾ ਆ ਸਕਦਾ ਹੈਗਾ। ਜੀ ਜੀ ਜੀ। ਸੋ ਬਲਵਿੰਦਰ ਜੀ, ਜਦੋਂ ਆਪਾਂ ਲੀਡਰ ਕੁਆਲਿਟੀਜ਼ ਦੀ ਗੱਲ ਕਰਦੇ ਹਾਂ, ਹਾਂਜੀ। ਤੇ ਲੀਡਰਸ਼ਿਪ ਕੁਆਲਿਟੀਜ਼ ਆ ਹਰ ਬੰਦੇ 'ਚ ਹੋਣੀਆਂ ਜ਼ਰੂਰੀ ਆ, ਤੇ ਉਹ ਕਿਸ ਤਰ੍ਹਾਂ ਆਪਾਂ ਉਹਨੂੰ ਗ੍ਰਹਿਣ ਕਰ ਸਕਦੇ ਹਾਂ? ਦੇਖੋ, ਹਰ ਬੰਦਾ ਹੀ ਲੀਡਰ ਹੈ, ਇਹ ਗੱਲ ਸਮਝ ਲੈਣੀ ਚਾਹੀਦੀ ਆਪਾਂ ਨੂੰ। ਬਿਲਕੁਲ, ਆਪਾਂ ਜੇ ਨਹੀਂ ਤਾਂ ਘਰ ਦੇ ਲੀਡਰ ਮੰਨ ਸਕਦੇ ਹਾਂ, ਆਪਾਂ ਆਪਦੇ ਲੀਡਰ ਆਪ ਹੈਗੇ ਆ। ਲੀਡਰਸ਼ਿਪ ਕੁਆਲਿਟੀਜ਼ ਤਾਂ ਹਰ ਇੱਕ ਬੰਦੇ 'ਚ ਹੋਣੀਆਂ ਚਾਹੀਦੀਆਂ, ਪਰ ਗੱਲ ਤਾਂ ਇਹਦੇ 'ਚ ਇਹ ਹੈ ਵੀ ਉਹ ਕਿੰਨੇ ਕੁ ਵੱਡੇ ਗਰੁੱਪਾਂ 'ਚ ਚਲਾ ਜਾਂਦਾ ਹੈਗਾ। ਜੀ ਇੱਕ ਛੋਟਾ ਜਿਵੇਂ ਘਰ ਦਾ ਗਰੁੱਪ ਹੈ, ਆਪਣਾ ਘਰ ਦੇ ਮੈਂਬਰ ਨੇਗੇ, ਉਹਨਾਂ ਦੇ ਵਿੱਚ ਵੀ ਇੱਕ ਲੀਡ ਕਰ ਰਿਹਾ ਹੁੰਦਾ, ਦੂਜਿਆਂ ਨੂੰ ਸਿਆਣਾ ਮੰਨਿਆ ਜਾਂਦਾ ਉਹਨੂੰ, ਤੇ ਉੱਥੇ ਉਹ ਲੀਡਰ ਆ ਘਰ ਦਾ, ਜੀ, ਜਿਹੜਾ ਜਿਹਨੂੰ ਅਸੀਂ ਮੁਖੀ ਕਹਿੰਦੇ ਹਾਂ ਘਰ ਦਾ, ਦੈਟ ਇਜ਼ ਏ ਲੀਡਰ ਆਫ ਦੀ ਹੋਮ। ਤੇ ਇਵੇਂ ਇੱਕ ਏਰੀਏ ਦੇ ਵਿੱਚ ਗੁਆਂਢੀ ਨੇ ਇਕੱਠੇ ਹੋ ਗਏ, ਇਕੱਠੇ ਹੋਣ ਲੱਗ ਗਏ, ਤੇ ਉਹਦੇ ਵਿੱਚੋਂ ਕਿਸੇ ਨੂੰ ਬਾਰ-ਬਾਰ ਕੋਈ ਜ਼ਿੰਮੇਵਾਰੀਆਂ ਦਿੱਤੀਆਂ ਜਾ ਰਹੀਆਂ ਨੇਗੀਆਂ, ਸਾਰੇ ਗੁਆਂਢੀ ਰਲ ਕੇ ਵੀ ਇਹ ਕਰ ਸਕਦਾ ਇਹ, ਤੇ ਉੱਥੇ ਆ ਕੇ ਉਹਦੀ ਉਸ ਤਰ੍ਹਾਂ ਦੀ ਪਰਸਨੈਲਿਟੀ, ਉਹ ਵੀ ਲੀਡਰ ਹੈਗਾ। ਤੇ ਜਿਹੜੇ ਗੁਆਂਢੀ ਕਹਿ ਰਹੇ ਆ, ਗੁਆਂਢੀ ਵੀ ਕਿਸੇ ਨਾ ਕਿਸੇ ਰੂਪ 'ਚ ਲੀਡਰਸ਼ਿਪ ਹੁੰਦੀ ਹੈ। ਗੱਲ ਤਾਂ ਉਹਦਾ ਲੈਵਲ ਅਲੱਗ-ਅਲੱਗ ਹੋ ਸਕਦੇ ਹੈਗੇ। ਜੀ, ਸਾਡੇ ਤਾਂ ਦਿਮਾਗ 'ਚ ਇੱਕੋ ਪਿਆ ਨਾ ਵੀ ਜਿਹੜਾ ਪੋਲੀਟੀਕਲ ਬੰਦਾ ਹੈਗਾ ਉਹੀ ਲੀਡਰ ਹੈਗਾ। ਨਹੀਂ, ਲੀਡਰ ਤਾਂ ਡਿਫਰੈਂਟ ਫੀਲਡ ਦੇ ਵਿੱਚ ਡਿਫਰੈਂਟ ਟਾਈਪ ਲੀਡਰ ਹੁੰਦੇ ਹੈਗੇ। ਜੇ ਮੰਨ ਲਾ ਪਏ ਕਿ ਹੁਣ ਕਲਾਸਾਂ ਦੇ ਵਿੱਚ ਦੇਖਿਆ ਉਹ ਬੱਚਿਆਂ ਨੂੰ ਕਈ ਵਾਰੀ ਉਹ ਕਲਾਸ ਦਾ ਲੀਡਰ ਬਣਾ ਦਿੱਤਾ ਜਾਂਦਾ ਹੈ, ਜੀ ਜੀ, ਵੀ ਕਲਾਸ ਨੂੰ ਲੀਡ ਕਰ ਰਿਹਾ, ਤੇ ਮੋਨੀਟਰ ਕੀ ਹੈਗਾ? ਕਲਾਸ ਦਾ ਲੀਡਰ ਹੈਗਾ। ਸੋ ਉਹ ਤਾਂ ਕੁਆਲਿਟੀਜ਼ ਨੇ। ਜਾਂ ਹੁਣ ਆਪਾਂ ਇਹ ਕਹਿੰਦੇ ਨੇ ਇੱਕ ਕਿਸੇ ਵੀ ਟੀਮ ਦਾ ਕੈਪਟਨ, ਚਾਹੇ ਉਹ ਕਬੱਡੀ ਦੀ ਹੈ, ਚਾਹੇ ਕੋਈ ਕ੍ਰਿਕਟ ਦੀ ਟੀਮ ਹੈ, ਉਹਦੇ 'ਚ ਇੱਕ ਕੈਪਟਨ ਬਣਾ ਦਿੱਤਾ ਜਾਂਦਾ ਹੈਗਾ। ਕੈਪਟਨ ਕੀ ਹੈਗਾ? ਲੀਡਰ ਆਫ ਦੀ ਟੀਮ। ਤੇ ਉਹ ਹੈ ਵੀ ਉਹਦੇ ਅਧੀਨ ਫਿਰ ਥੋੜਾ ਜਿਹਾ, ਇਹ ਨਹੀਂ ਵੀ ਉਹ ਸਾਰਾ ਕੁਝ ਉਹ ਕਰ ਰਿਹਾ ਹੁੰਦਾ ਹੈਗਾ, ਉਹ ਕੰਮ ਵੰਡ ਦਿੰਦਾ ਇੱਕ ਕਿਸਮ ਦੀ। ਜੀ, ਉਹ ਦੂਜਿਆਂ ਨੂੰ ਬੈਟਰ ਮਤਲਬ ਐਕਸਪੀਰੀਅੰਸ ਹੋਣ ਕਰਕੇ, ਬੈਟਰ ਐਕਸਪੈਰੀਮੈਂਟ ਉਹਦੇ ਹੋਣ ਕਰਕੇ ਉਸ ਨੂੰ ਅੱਗੇ ਲਾਇਆ ਜਾਂਦਾ ਹੈਗਾ, ਤੇ ਫਿਰ ਉਹ ਦੂਜਿਆਂ ਨਾਲ ਉਸ ਤਰ੍ਹਾਂ ਦੇ ਆਪਣੇ ਐਕਸਪੀਰੀਅੰਸ ਐਕਸਪੈਰੀਮੈਂਟ ਸ਼ੇਅਰ ਕਰਦਾ ਹੈਗਾ। ਸੋ ਲੀਡਰਸ਼ਿਪ ਦੀ ਕੁਆਲਿਟੀ ਤਾਂ ਸਾਡੇ ਅੰਦਰ ਸਾਰਿਆਂ 'ਚ ਹੀ ਗਰੋ ਕਰ ਸਕਦੀ ਹੈਗੀ ਹੈ। ਤੇ ਜਦੋਂ ਅਸੀਂ 4 ਬੰਦਿਆਂ 'ਚ ਬਹਿ ਕੇ ਇੱਕ ਬੰਦਾ ਦੂਜਿਆਂ ਨੂੰ ਗਾਈਡ ਕਰ ਰਿਹਾ, ਉੱਥੇ ਉਹ ਵੀ ਲੀਡਰ ਹੈ। ਜੀ ਬਿਲਕੁਲ। ਔਰ ਆਪਾਂ ਜੀ ਆਪਣੇ ਕੋਲ ਸਮਾਂ ਜਿੰਨਾ ਕੁ ਹੈਗਾ, ਆਪਾਂ ਉਹਦੇ ਵਿੱਚ ਸਮ ਅਪ ਵੀ ਕਰਨਾ। ਸੋ ਕੀ ਜਿਹੜੀ ਪਰਸਨੈਲਿਟੀ ਹੈ, ਕੁਛ ਕੁ ਆਪਾਂ ਜਿਵੇਂ ਗੱਲ ਕੀਤੀ ਹੈ ਕਿ ਟਰਬਲ ਪੈਦਾ ਕਰਨ ਵਾਲੀ, ਜਿਵੇਂ ਕਈ ਵਾਰੀ ਗੁੱਸੇ ਵਾਲੀ ਪਰਸਨੈਲਿਟੀ ਆ, ਉਹਨੇ ਕਿਤੇ ਨਾ ਕਿਤੇ ਜੇ ਉਹਦੀ ਉਹ ਪਰਸਨੈਲਿਟੀ ਬਣ ਗਈ ਵੀ ਹਰ ਥਾਂ 'ਤੇ ਗੁੱਸਾ ਹੀ ਕਰਨਾ, ਲੜਾਈ ਝਗੜਾ ਕਰਨਾ, ਉਹਨੂੰ ਉਹ ਪ੍ਰੋਬਲਮ ਆਉਣਗੀਆਂ ਲਾਈਫ ਦੇ ਵਿੱਚ। ਸੋ ਇਸ ਤਰ੍ਹਾਂ ਦੀਆਂ ਪਰਸਨੈਲਿਟੀਜ਼ ਨੂੰ ਕੀ ਆਪਾਂ ਚੇਂਜ ਕਰ ਸਕਦੇ ਹਾਂ? ਜਾਂ ਕੋਈ ਵੀ ਪਰਸਨੈਲਿਟੀ ਆ ਮੈਨੂੰ ਪਸੰਦ ਨਹੀਂ, ਪਰ ਮੈਨੂੰ ਆਪ ਨੂੰ ਪਤਾ ਕਿ ਆਹ ਮੇਰੇ ਕੋਲੋਂ ਗਲਤੀਆਂ ਹੁੰਦੀਆਂ, ਮੈਂ ਚੇਂਜ ਕਰਨਾ ਚਾਹੁੰਦਾ ਆਪਦੇ ਆਪ ਨੂੰ, ਕੀ ਜਿਹੜੀ ਪਰਸਨੈਲਿਟੀ ਆ? ਜੇ ਅਸੀਂ ਥੋੜਾ ਜਿਹਾ ਹੋਰ ਐਲੈਬੋਰੇਟ ਕਰ ਲਈਏ ਇਹਨੂੰ, ਜੀ, ਪਰਸਨੈਲਿਟੀ ਨੂੰ ਥੋੜਾ ਜਿਹਾ ਐਲੈਬੋਰੇਟ ਹੋਰ ਕਰ ਲੈਂਦੇ ਆਂਗੇ। ਹੁਣ ਹੈਰੀਸਨ ਇੱਕ ਕਾਫੀ ਵੱਡਾ ਮਨੋਵਿਗਿਆਨੀ ਹੋਇਆ ਹੈਗਾ ਜੀ। ਹੈਰੀਸਨ ਦਾ ਨਾਂ ਗੂਗਲ 'ਚ ਪਾ ਕੇ ਵੀ ਪੜ੍ਹਿਆ ਜਾ ਸਕਦਾ ਹੈ। ਹੈਰੀਸਨ, ਯੈਸ, ਹਾਂਜੀ। ਉਸ ਨੇ ਮਤਲਬ 4 ਸਟੇਟਮੈਂਟਾਂ ਦਿੱਤੀਆਂ ਵੀ 4 ਕਿਸਮ ਦੇ ਲੋਕ ਤੁਹਾਨੂੰ ਮਿਲਣਗੇ, 4 ਕਿਸਮ ਦੇ ਲੋਕ, 4 ਕਿਸਮ ਦੀਆਂ ਪਰਸਨੈਲਿਟੀਆਂ ਮਿਲਣਗੀਆਂ। ਇੱਕ ਤਾਂ ਹਮੇਸ਼ਾ ਇਹੀ ਕਹਿੰਦਾ ਆਈ ਐਮ ਰਾਈਟ ਯੂ ਆਰ ਰੋਂਗ, ਉਹ ਸਾਰਿਆਂ ਨੂੰ ਤੁਸੀਂ ਗਲਤ ਹੋ ਮੈਂ ਠੀਕ ਹਾਂ, ਹਰ ਗੱਲ 'ਚ ਉਹ ਆਈ ਐਮ ਰਾਈਟ। ਜੀ। ਇੱਕ ਕਹਿੰਦਾ ਮਤਲਬ ਇਹੀ ਕਹਿੰਦਾ ਹੈ ਆਈ ਐਮ ਰੋਂਗ ਯੂ ਆਰ ਰਾਈਟ, ਉਹ ਦੂਜੇ ਨੂੰ ਰਾਈਟ ਮੰਨੀ ਜਾਂਦਾ, ਆਪਣੇ ਆਪ ਨੂੰ ਹਮੇਸ਼ਾ ਹੀ ਰੋਂਗ ਮੰਨੀ ਜਾਂਦਾ। ਤੇ ਇੱਕ ਇਹ ਹੈਗਾ ਵੀ ਆਈ ਐਮ ਰੋਂਗ ਯੂ ਆਰ ਆਲਸੋ ਰੋਂਗ, ਇਹ ਤੀਜੀ ਪਰਸਨੈਲਿਟੀ ਹੋ ਗਈ, ਜਿਹੜਾ ਦੂਜਿਆਂ ਨੂੰ ਵੀ ਗਲਤ ਮੰਨੀ ਜਾਂਦਾ, ਆਪਣੇ ਆਪ ਨੂੰ ਗਲਤ ਮੰਨੀ ਜਾਂਦਾ, ਉਹਨੂੰ ਕੋਈ ਠੀਕ ਲੱਗ ਹੀ ਨਹੀਂ ਰਿਹਾ। ਤੇ ਇੱਕ ਚੌਥੀ ਉਹ ਹੈਗੀ ਜਿਹੜਾ ਆਈ ਐਮ ਰਾਈਟ ਯੂ ਆਰ ਆਲਸੋ ਸਮਬਟ ਰਾਈਟ, ਉਹ ਦੂਜਿਆਂ ਦੇ ਐਕਸਪੀਰੀਅੰਸ ਤੇ ਐਕਸਪੈਕਟ ਨੂੰ ਵੀ ਮਤਲਬ ਐਕਸੈਪਟ ਕਰ ਰਿਹਾ ਹੁੰਦਾ ਹੈ, ਤੇ ਆਪਣੇ ਐਕਸਪੀਰੀਅੰਸ ਵੀ ਦੱਸ ਰਿਹਾ ਹੁੰਦਾ ਹੈ ਵੀ ਮੈਂ ਕਿੱਥੇ ਕਿੰਨਾ ਕੁ ਠੀਕ ਹਾਂ ਤੇ ਤੁਸੀਂ ਕਿੰਨੇ ਠੀਕ ਹੋਗੇ। ਹੁਣ ਇਹ ਚਾਰੇ ਪਰਸਨੈਲਿਟੀਆਂ 'ਚੋਂ ਤੁਸੀਂ ਪ੍ਰੈਫਰ ਕਿਹਨੂੰ ਕਰੋਗੇ? ਜਿਹੜੀ ਲਾਸਟ ਤੇ ਜਾ ਕੇ ਜਿਹੜੀ ਲਾਸਟ ਤੇ ਹੈ ਵੀ ਦੂਜਿਆਂ ਨੂੰ ਐਕਸੈਪਟ ਕਰਨਾ, ਦੂਜਿਆਂ ਦੇ ਆਈਡੀਆ ਐਕਸੈਪਟ ਕਰਨੇ, ਆਪਣੇ ਆਈਡੀਆ ਦੇਣੇ। ਤੇ ਜੇ ਤੁਸੀਂ ਆਈ ਐਮ ਰਾਈਟ ਕਹੀ ਜਾਂਦੇ ਆ ਵੀ ਮੈਂ ਰਾਈਟ ਆ, ਉਸ ਨੂੰ ਉਹ ਸਿੱਖ ਪਰਸਨੈਲਿਟੀ ਮੰਨਦਾ ਹੈ। ਇਵੇਂ ਜਿਹੜਾ ਆਪਣੇ ਆਪ ਨੂੰ ਗਲਤ ਕਹਿ ਰਿਹਾ ਉਸ ਨੂੰ ਸਿੱਖ ਪਰਸਨੈਲਿਟੀ ਮੰਨਦਾ ਹੈਗਾ। ਜਿਹੜੇ 'ਚ ਉਹ ਸਾਰਿਆਂ ਨੂੰ ਗਲਤ ਮੰਨੀ ਜਾਂਦਾ, ਆਪਣੇ ਆਪ ਨੂੰ ਵੀ ਦੂਜਿਆਂ ਨੂੰ, ਉਹਨੂੰ ਵੀ ਸਿੱਖ ਪਰਸਨੈਲਿਟੀ ਕਹਿੰਦਾ। ਉਹ ਕਹਿੰਦਾ ਇੱਕੋ ਇੱਕ ਤੰਦਰੁਸਤ ਪਰਸਨੈਲਿਟੀ ਹੋਇਆ ਜਿਹੜਾ ਦੂਜਿਆਂ ਨੂੰ ਐਕਸੈਪਟ ਕਰਦੀ ਹੈ, ਆਈਡੀਆ ਨੂੰ ਆਪਣੇ ਆਈਡੀਆ ਦਿੰਦੀ ਹੈਗੀ ਹੈ, ਤੇ ਉਹਦੇ 'ਚ ਉਹ ਦੂਜਿਆਂ ਦੇ ਆਈਡੀਆ ਤੇ ਗੁੱਸੇ 'ਚ ਨਹੀਂ ਆਉਂਦੀ ਹੈਗੀ। ਬਿਲਕੁਲ। ਉਹ ਆਪਾਂ ਜਦੋਂ ਕਹਿ ਲੈਂਦੇ ਕਿ ਅਕਨੌਲੇਜ ਕਰ ਲੈਂਦਾ ਦੂਸਰੇ ਦੇ ਆਈਡੀਆਜ਼ ਨੂੰ, ਜਿਵੇਂ ਫਾਰ ਐਗਜ਼ਾਮਪਲ ਕਹਿ ਲਈਏ ਤੁਸੀਂ ਬਿਲਕੁਲ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ, ਪਰ
ਮੇਰੇ ਖਿਆਲ ਅਨੁਸਾਰ ਇਦਾਂ ਹੋਣਾ ਚਾਹੀਦਾ। ਉਹ ਉੱਥੇ ਤੁਸੀਂ ਦੂਸਰੀ ਜਿਹੜੀ ਹੈਗੀ ਆ ਉਹਨੂੰ ਅਕਨੌਲੇਜ ਵੀ ਕਰ ਲਿਆ, ਉਹਨੂੰ ਮਾਨਤਾ ਵੀ ਦੇਤੀ, ਪਰ ਔਰ ਨਾਲ ਦੀ ਨਾਲ ਆਪਦੇ ਵਿਚਾਰ ਵੀ ਬਿਲਕੁਲ ਬਿਲਕੁਲ ਭਾਵ ਸਾਡੇ ਅੰਦਰ ਕੰਪਰੋਮਾਈਜ਼ ਦੀ ਮਤਲਬ ਜਿਹੜੀ ਆ ਉਹ ਵੀ ਕੁਆਲਿਟੀ ਹੋਣੀ ਚਾਹੀਦੀ ਹੈ ਜੀ। ਇਹ ਨਹੀਂ ਵੀ ਆਪਣੀ ਗੱਲ ਤੇ ਅੜੇ ਰਹੋ। ਕਿਤੇ ਨਾ ਕਿਤੇ ਅਸੀਂ ਜਦੋਂ ਇੱਕ ਗਰੁੱਪ 'ਚ ਬੈਠੇ ਆਂਗੇ ਕੰਪਰੋਮਾਈਜ਼ ਕਰਾਂਗੇ, ਜ਼ਰੂਰੀ ਤਾਂ ਨਹੀਂ ਤੁਸੀਂ ਤੁਹਾਡਾ ਆਈਡੀਆ ਮੰਨਿਆ ਜਾ ਸਕਦਾ ਹੈ, ਹੋ ਸਕਦਾ ਤਾਂ ਲਾਸਟ ਤੇ ਤੁਹਾਡਾ ਆਈਡੀਆ ਠੀਕ ਨਿਕਲ ਆਵੇ, ਦੂਜਿਆਂ ਦੇ ਗਲਤ ਹੋ ਜਾਣ, ਪਰ ਇੱਕ ਕੰਪਰੋਮਾਈਜ਼ ਦਾ ਜਿਹੜਾ ਸਾਡੇ ਅੰਦਰ ਹੋਣਾ ਚਾਹੀਦਾ ਹੈ। ਇੱਕ ਜਿਹੜੇ ਸੋਸ਼ਲ ਇੰਟਰੈਕਸ਼ਨ ਕਰਦੇ ਆ, ਕਿਸੇ ਗਰੁੱਪ ਬਹਿ ਕੇ ਗੱਲਬਾਤ ਕਰਦੇ ਆ ਅਸੀਂ, ਤਾਂ ਤੁਹਾਡੇ ਅੰਦਰ ਕੰਪਰੋਮਾਈਜ਼ ਤੇ ਆਉਣ ਦੀ ਕੁਆਲਿਟੀ ਹੋਣੀ ਚਾਹੀਦੀ ਹੈ। ਸੋ ਕਿ ਜਿਹੜੇ ਆਪਣੇ ਲਰਨਡ ਬਿਹੇਵੀਅਰ ਆ ਉਹਨਾਂ ਨੂੰ ਤਾਂ ਅਨਡਿਊ ਕੀਤਾ ਜਾ ਸਕਦਾ ਨਾ। ਕੋਈ ਬਿਹੇਵੀਅਰ ਨੂੰ ਚੇਂਜ ਕੀਤਾ ਜਾ ਸਕਦਾ ਹੈ ਜੀ, ਕਿਸੇ ਵੀ ਬਿਹੇਵੀਅਰ ਨੂੰ ਬਦਲਿਆ ਜਾ ਸਕਦਾ ਹੈ, ਪਰ ਇੰਨੀ ਗੱਲ ਆ ਜੇ ਹੁਣ ਤੁਸੀਂ ਬਾਰਿਸ਼ ਵਾਲੀ ਆਪਣੀ ਗੱਲ ਕਰਦੇ ਆ, ਬਾਰਿਸ਼ਾਂ ਨਾਲ ਆਦਤਾਂ ਜਾਂਦੀਆਂ ਨੇ, ਚਾਹੇ ਕੱਟੀਏ ਪੂਰੀਆਂ ਨੇ, ਮਤਲਬ ਉਹ ਠੀਕ ਹੈ, ਬਾਰਿਸ਼ ਠੀਕ ਹੈ ਆਪਣੇ ਥਾਂ ਤੇ, ਵੀ ਆਦਤਾਂ ਜਿਹੜੀਆਂ ਤੁਸੀਂ ਪਕਾ ਲੈਂਦੇ ਹੋ, ਜਿਹੜੀ ਮੈਂ ਚਾਈਲਡਹੁੱਡ ਪਰਸਨੈਲਿਟੀ ਦੀ ਗੱਲ ਕੀਤੀ, ਉਹ ਆਦਤਾਂ ਹੀ ਨੇਗੀਆਂ ਵੀ ਉਹਨੂੰ ਤੋੜਨਾ ਮੁਸ਼ਕਲ ਹੋ ਜਾਂਦਾ ਹੈਗਾ। ਜੇ ਤੁਸੀਂ ਆਦਤਾਂ ਪਹਿਲਾਂ ਤੋਂ ਸੈੱਟ ਕਰੋਗੇ ਤਾਂ ਮਤਲਬ ਤੋੜਨ ਦੀ ਲੋੜ ਨਹੀਂ ਪੈਣੀ, ਪਰ ਜਦੋਂ ਤੁਹਾਨੂੰ ਰਿਅਲਾਈਜ਼ ਹੋ ਗਿਆ ਵੀ ਆਹ ਆਦਤਾਂ ਮੇਰੀਆਂ ਠੀਕ ਨਹੀਂ ਹੈਗੀਆਂ, ਤੇ ਜੇ ਤੁਸੀਂ ਆਪਣੀ ਕੋਸ਼ਿਸ਼ ਨਾਲ ਠੀਕ ਕਰ ਸਕਦੇ ਹੋ ਜ਼ਿਆਦਾ ਬੈਟਰ ਹੈ, ਨਹੀਂ ਤੁਸੀਂ ਕਿਸੇ ਬਿਹੇਵੀਅਰ ਥੈਰੇਪਿਸਟ ਦੀ ਮਦਦ ਲੈ ਸਕਦੇ ਹੋ ਉਹਨੂੰ ਚੇਂਜ ਕਰਨ ਦੇ ਵਿੱਚ। ਸੋ ਹੈਬਿਟਸ ਨੂੰ ਪਰਸਨੈਲਿਟੀ ਨਹੀਂ ਬਣ ਦੇਣਾ ਚਾਹੀਦਾ ਤੁਹਾਡੇ ਕਹਿਣ ਤੋਂ ਭਾਵ ਹੈ। ਕੁਝ ਜਿਹੜੀਆਂ ਆਦਤਾਂ ਉਹਨਾਂ ਨੂੰ ਆਦਤਾਂ ਹੀ ਜੇ ਰਹਿ ਜਾਣ ਤਾਂ ਆਦਤਾਂ ਨੂੰ ਚੇਂਜ ਕੀਤਾ ਜਾ ਸਕਦਾ, ਪਰਸਨੈਲਿਟੀ ਨੂੰ ਵੀ ਤੁਸੀਂ ਨਹੀਂ। ਜਿਹੜੀਆਂ ਦੇਖੋ ਜਿਹੜੀਆਂ ਆਦਤਾਂ ਤੁਹਾਨੂੰ ਮਤਲਬ ਸਮਾਜ ਨੂੰ ਬੈਨੀਫਿਟ ਦਿੰਦੀਆਂ ਨੇ, ਤੁਹਾਨੂੰ ਬੈਨੀਫਿਟ ਦਿੰਦੀਆਂ, ਉਹ ਤਾਂ ਅਸੀਂ ਅਡਾਪਟ ਕਰਾਂਗੇ, ਉਹਨਾਂ ਨੂੰ ਕਿਉਂ ਚੇਂਜ ਕਰਾਂਗੇ ਅਸੀਂ? ਜਿਹੜੀਆਂ ਸਮਾਜ ਦਾ ਨੁਕਸਾਨ ਵੀ ਕਰ ਰਹੀਆਂ, ਤੁਹਾਡਾ ਵੀ ਕਰ ਰਹੀਆਂ ਨੇਗੀਆਂ, ਤੇ ਉਹ ਸਾਨੂੰ ਬਦਲਣ ਦੀ ਜ਼ਰੂਰਤ ਹੁੰਦੀ ਹੈ। ਉੱਥੇ ਉਹਨੂੰ ਉਹ ਜਿਹੀ ਆਦਤਾਂ ਨੂੰ ਬਦਲਣ ਵਾਸਤੇ ਵੀ ਯਤਨ ਹੋਣੇ ਚਾਹੀਦੇ। ਸੋ ਆਪਾਂ ਇਹ ਕਹਿ ਸਕਦੇ ਹਾਂ ਕਿ ਚਾਹੇ ਉਹ ਹੈਬਿਟਸ ਨੇ, ਚਾਹੇ ਇੱਕ ਪਰਸਨੈਲਿਟੀ ਹੈ, ਉਹਨੂੰ ਚੇਂਜ ਕੀਤਾ ਜਾ ਸਕਦਾ। ਇਹ ਵੱਖਰੀ ਗੱਲ ਹੈ ਕਿ ਤੁਹਾਨੂੰ ਕਿੰਨਾ ਕੰਮ ਕਰਨਾ ਪਊਗਾ, ਤੁਸੀਂ ਆਪ ਦੇ ਆਪ ਚੇਂਜ ਕਰ ਸਕਦੇ ਹੋ ਜਾਂ ਤੁਹਾਨੂੰ ਪ੍ਰੋਫੈਸ਼ਨਲ ਹੈਲਪ ਜਿਹੜੀ ਹੈਗੀ ਆ ਉਹ ਲੈਣੀ। ਨਹੀਂ, ਸਿੰਪਲ ਮੈਂ ਉਦਾਹਰਨ ਦੇ ਸਕਦਾ ਇਹਦੇ 'ਚ, ਗੁੱਸੇ ਵਾਲੀ ਵੀ ਇੱਕ ਹਮੇਸ਼ਾ ਹੀ ਗੁੱਸੇ 'ਚ ਹੀ ਰਹਿੰਦਾ, ਅੱਖੜੀ ਬੋਲਣਾ, ਉਹਨੇ ਰੁੱਖਾ ਹੀ ਬੋਲਣਾ ਤੁਹਾਨੂੰ, ਤੇ ਜੇ ਉਹਨੂੰ ਇਹ ਗੱਲ ਦਾ ਅਹਿਸਾਸ ਹੋ ਜੇ ਵੀ ਲੋਕਾਂ 'ਚੋਂ ਮੈਂ ਕੱਟਿਆ ਜਾ ਰਿਹਾ, ਮੈਂ ਇਕੱਲਾ ਹੀ ਰਹਿ ਗਿਆ, ਸਾਰੇ ਦੋਸਤ ਮੇਰੇ ਖਿੰਡੀ ਜਾਂਦੇ, ਮੇਰੇ ਇਸੇ ਗੁੱਸੇ ਕਰਕੇ ਹੋ ਰਿਹਾ ਹੈਗਾ, ਉਹਦਾ ਗੁੱਸਾ ਜਿੱਥੇ ਮਤਲਬ ਜੇ ਉਹ ਕਿਸੇ ਗਰੁੱਪ 'ਚ ਬੈਠਾ ਹੈਗਾ, ਉੱਥੇ ਉਹ ਸਾਰੀ ਜਿਹੜੀ ਉੱਥੋਂ ਦੀ ਗੱਲਬਾਤ ਚੱਲ ਰਹੀ ਆ ਉਹਦਾ ਨੁਕਸਾਨ ਕਰ ਦਿਓ ਵੀ ਗੱਲਬਾਤ ਹੀ ਖਤਮ ਹੋ ਜੇ ਉਹ, ਤੇ ਜਾਂ ਫਿਰ ਮੁੜ ਕੇ ਉਹਨੇ ਆਪਣਾ ਨੁਕਸਾਨ ਵੀ ਕਰਨਾ ਹੈ, ਕਿਉਂਕਿ ਉਹ ਆਈਸੋਲੇਟ ਹੋਊਗਾ। ਜਿਉਂ-ਜਿਉਂ ਉਹ ਸਮਾਜ 'ਚੋਂ ਆਈਸੋਲੇਟ ਹੋਊਗਾ, ਉਹ ਬਿਮਾਰੀ ਵੱਲ, ਸਿਕਨੈਸ ਵੱਲ, ਮੈਂਟਲ ਸਿਕਨੈਸ ਵੱਲ ਵੱਧ ਜਾਊਗਾ। ਸੋ ਉੱਥੇ ਉਹਦੀ ਉਹ ਆਦਤ ਜਿਹੜੀ ਹੈਗੀ ਉਸ ਨੂੰ ਬਦਲਣ 'ਚ ਬਦਲਣ ਲਈ ਸੋਚਣਾ ਚਾਹੀਦਾ, ਮੈਨੂੰ ਬਦਲਦਾ ਵੀ ਸਮਾਜ ਦੇ ਅਕੋਰਡਿੰਗ, ਸਮਾਜ ਦੇ ਬੈਲੈਂਸ ਮੁਤਾਬਕ ਮੈਂ ਆਪਣੇ ਆਪ ਨੂੰ ਸੈੱਟ ਕਰਾਂ। ਜੀ ਬਿਲਕੁਲ। ਸੋ ਉਮੀਦ ਹੈ ਜੀ ਅੱਜ ਦਾ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ। ਅੱਜ ਅਸੀਂ ਸ਼ਖਸੀਅਤ ਉਸਾਰੀ, ਪਰਸਨੈਲਿਟੀ ਡਿਵੈਲਪਮੈਂਟ ਉੱਪਰ ਗੱਲਬਾਤ ਕੀਤੀ ਆ, ਔਰ ਮੇਰਾ ਸਾਥ ਦੇ ਰਹੇ ਸੀ ਬਲਵਿੰਦਰ ਬਰਨਾਲਾ ਜੀ। ਤੁਸੀਂ ਇਹਨਾਂ ਨਾਲ ਗੱਲਬਾਤ ਕਰਨੀ ਹੈ ਤਾਂ ਸਕਰੀਨ ਤੇ ਦਿੱਤੇ ਹੋਏ ਨੰਬਰਾਂ 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਜੇਕਰ ਤੁਸੀਂ ਕੋਈ ਹੋਰ ਟੌਪਿਕ ਸਾਡੇ ਇਸ ਪ੍ਰੋਗਰਾਮ ਦੇ ਜ਼ਰੀਏ ਵਿਚਾਰਨਾ ਚਾਹੁੰਦੇ ਹੋ ਤਾਂ ਸਾਡੇ ਨਾਲ ਇਸੇ ਫੋਨ ਨੰਬਰ ਦੇ ਉੱਪਰ ਗੱਲਬਾਤ ਕੀਤੀ ਜਾ ਸਕਦੀ ਹੈ। ਬਲਵਿੰਦਰ ਜੀ, ਤੁਹਾਡਾ ਪ੍ਰੋਗਰਾਮ ਦੇ ਵਿੱਚ ਆ ਕੇ ਸਾਡੇ ਦਰਸ਼ਕਾਂ ਨੂੰ ਸਾਂਝ ਪਾਉਣ ਲਈ ਬਹੁਤ ਬਹੁਤ ਧੰਨਵਾਦ, ਔਰ ਅਗਲੇ ਹਫਤੇ ਇਸੇ ਚੈਨਲ 'ਤੇ ਤੁਹਾਨੂੰ ਇਸੇ ਸਮੇਂ ਇੱਕ ਵਾਰੀ ਫਿਰ ਨਵਾਂ ਪ੍ਰੋਗਰਾਮ ਲੈ ਕੇ ਸ਼ਾਮਲ ਹੋਵਾਂਗੇ। ਤਦ ਤੱਕ ਸਾਨੂੰ ਦਿਓ ਜੀ ਇਜਾਜ਼ਤ। ਤੁਹਾਡਾ ਸਾਡਾ ਸਾਰਿਆਂ ਦਾ ਰੱਬ ਰਾਖਾ। ਬਹੁਤ ਬਹੁਤ ਧੰਨਵਾਦ ਜੀ।